ਇਹਨਾਂ ਨੂੰ ਵੀ ਆਪਾਂ ਸਿਖਾਵਾਂਗੇ ਤੇ ਬਸ ਇਹੀ ਮੇਨ ਰੀਜ਼ਨ ਨੇ ਜੀ, ਤਾਂ ਹੀ ਸਿੱਖ ਰਹੇ ਹਾਂ। ਥੈਂਕ ਯੂ ਸੁਖਵਿੰਦਰ ਸਿੰਘ ਜੀ। ਤੇ ਤੁਸੀਂ ਕਪਲ ਹੋ ਦੋਨੇ, ਤੁਸੀਂ ਤੇ ਆਪਣੇ ਨਾਲ ਅਮਨਜੋਤ ਕੌਰ ਹੈ ਨਾ? ਸੋ ਯੈਸ ਤੁਸੀਂ ਇਕੱਲੇ ਨਹੀਂ ਹੋ ਇਸ ਚੀਜ਼ ਦੇ, ਖੁਸ਼ਫਹਿਮੀ 'ਚ ਨਹੀਂ ਰਹਿਣਾ। ਸੋ ਬਟ ਰਾਈਟ। ਇਹ ਬੈਸਟ ਕੰਬੀਨੇਸ਼ਨ ਮੈਂ ਸਮਝਦਾ ਹੁੰਦਾ ਹੈ ਕਿ ਐਕਚੁਅਲੀ ਜੇ ਤੁਸੀਂ ਦੋਨੇ ਇਕੱਠੇ ਸਿੱਖੋਗੇ, ਸਾਡੇ ਨਾਲ ਕੋਈ 20-25 ਕਪਲਸ ਨੇ ਜਿਨ੍ਹਾਂ ਨੇ ਆਪਣੇ ਗੋਲਸ ਰੱਖੇ, ਇੱਕ ਦੂਜੇ ਨੂੰ ਸਪੋਰਟ ਕੀਤਾ, ਠੀਕ ਹੈ। ਸੋ ਉਹ ਇੱਕ ਜ਼ਿਆਦਾ ਵਧੀਆ ਹੁੰਦਾ ਹੈ ਨਾ? ਕਿਉਂਕਿ ਜੇ ਤੁਸੀਂ ਕੈਂਡਲ ਸਟਿਕ ਦੇਖ ਰਹੇ ਹੋ, ਚਾਰਟ ਦੇਖ ਰਹੇ ਹੋ, ਫਿਰ ਅਮਨਜੋਤ ਕੌਰ ਜੀ ਇਹ ਨਹੀਂ ਕਹਿਣਗੇ ਤੁਸੀਂ ਕੀ ਕਰ ਰਹੇ ਹੋ, ਹੋਰ ਕੰਮ ਕਰੋ, ਹੈ ਨਾ, ਆ ਮੇਰਾ ਕੰਮ ਕਰੋ। ਉਹਨੂੰ ਪਤਾ ਕੀ ਹੈ ਤੁਸੀਂ ਕੰਮ ਕਰ ਰਹੇ ਹੋ ਅਤੇ ਸਕਿੱਲ ਹੈਗੀ ਹੈ, ਅਤੇ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਇੱਕ ਮੋਰਲੀ ਸਪੋਰਟ ਮਿਲਦੀ ਇਸ ਚੀਜ਼ ਦੀ, ਠੀਕ ਹੈ। ਇਹ ਸੋਚ ਕੇ ਵੀ ਨਹੀਂ ਮਤਲਬ ਜੋ ਤੁਸੀਂ ਕਰ ਰਹੇ ਹੋ ਸਹੀ ਹੈਗਾ। ਸੋ ਕਦੇ ਕਦੇ ਲੋਸ ਵੀ ਹੁੰਦਾ ਉਦੋਂ, ਜੇ ਮੂਡ ਅਪਸੈਟ ਹੋਵੇ ਤਾਂ ਵਾਈਫ ਜਿਹੜੀ ਹੈਗੀ ਉਹ ਸਪੋਰਟ ਕਰਦੀ ਹੈ ਕਿ ਕੋਈ ਗੱਲ ਨਹੀਂ, ਓਕੇ। ਉਹਨਾਂ ਨੂੰ ਪਤਾ ਹੈ ਕਿ ਇੱਦਾਂ ਦੀ ਚੀਜ਼ਾਂ ਹੁੰਦੀਆਂ ਹੈ ਨਾ। ਸੋ ਇੰਦਾ ਇੰਝ ਵੀ ਹੁੰਦਾ। ਸੋ ਫੋਰੈਕਸ ਨੂੰ ਲੋਕੀ ਜਿਹੜੇ ਹੈਗੇ ਉਹ ਇੱਕ ਜੂਆ ਵੀ ਸਮਝਦੇ ਹੈਗੇ ਕਿ ਜੂਆ ਹੈ, ਠੀਕ ਹੈ। ਲੋਕੀ ਤੁਹਾਨੂੰ ਵੀ ਕਹਿਣਗੇ ਹੈ ਨਾ ਫਿਊਚਰ 'ਚ ਵੀ, ਨਹੀਂ ਨਹੀਂ ਇਹ ਜੂਆ ਹੈ, ਮੈਂ ਵੀ ਕਹਾਂਗਾ ਇਹ ਜੂਆ ਹੈ। ਲੇਕਿਨ ਉਦੋਂ ਜਦੋਂ ਤੁਸੀਂ ਇਹਦੀ ਨੌਲੇਜ ਲਏ ਬਿਨਾਂ ਇਹਨੂੰ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਮਾਰਕੀਟ ਬਹੁਤ ਵੱਡੀ ਹੈ। ਤੁਸੀਂ ਰਿਸਕ ਲੈਂਦੇ ਹੋ, ਤੁਸੀਂ ਰੂਲਸ ਨੂੰ ਫੋਲੋ ਨਹੀਂ ਕਰਦੇ, ਤੁਸੀਂ ਰਿਸਕ ਅਨਕੰਟਰੋਲ ਲੈਂਦੇ ਹੋ। ਸੋ ਉੱਥੇ ਤੁਹਾਡੇ ਲਈ ਇਹ ਜੂਆ ਸਾਬਤ ਵੀ ਹੋ ਸਕਦਾ ਹੈ, ਠੀਕ ਹੈ। ਫੋਰੈਕਸ ਦੇ ਵਿੱਚ ਪੈਸੇ ਵੀ ਅਸੀਂ ਉਹ ਇਨਵੈਸਟ ਕਰਨੇ ਜਿਹੜੇ ਪੈਸੇ ਅਗਰ ਬਾਈ ਚਾਂਸ ਲੋਸ ਹੋਇਆ ਤਾਂ ਸਾਡੀ ਲਾਈਫ ਸਟਾਈਲ 'ਤੇ, ਬੱਚਿਆਂ ਦੀ ਐਜੂਕੇਸ਼ਨ 'ਤੇ, ਸਾਡੇ ਲਾਈਫ ਸਟੈਂਡਰਡ 'ਤੇ ਕੋਈ ਅਸਰ ਨਹੀਂ ਪਏਗਾ, ਠੀਕ ਹੈ। ਸੋ ਉਹ ਵੀ ਅਸੀਂ ਰੱਖਣਾ ਹੈ ਕਿ ਕਿਸੇ ਤੋਂ ਅਸੀਂ ਪੈਸੇ ਉਧਾਰ ਲੈ ਕੇ ਨਹੀਂ ਇਹਦੇ 'ਚ ਇਨਵੈਸਟ ਕਰਨੇ। ਸੋ ਪਹਿਲਾਂ ਤਾਂ ਅਸੀਂ ਆਪਣੇ ਹੀ ਕਰਨੇ ਚਾਹੀਦੇ ਨੇ, ਆਪਣੇ ਹੀ ਕਰਾਂਗੇ ਜਿੰਨੇ ਇੱਕ ਐਕਸੈਪਟੇਬਲ ਲਾਸ ਅਸੀਂ ਸਹਿ ਸਕਦੇ ਹਾਂ। ਹਾਂਜੀ ਬਿਲਕੁਲ ਰਾਈਟ ਟਰਮ ਹੈਗੇ ਐਕਸੈਪਟੇਬਲ ਲਾਸ, ਐਜ਼ ਲੋ ਐਜ਼ ਰੀਜ਼ਨੇਬਲ ਪੋਸੀਬਲ, ਅਲਾਰਪ। ਸੋ ਅਸੀਂ ਉਸ ਪ੍ਰਿੰਸੀਪਲ ਨੂੰ ਫੋਲੋ ਕਰਨਾ ਹੈ। ਸੋ ਹੁਣ ਜੇ ਆਪਾਂ ਸਟਾਰਟ ਕਰਦੇ ਹਾਂ ਫੋਰੈਕਸ ਦਾ ਜਿਹੜਾ ਹੈਗਾ ਜ਼ਰੀਆ, ਸੋ ਸਾਡੇ ਨਾਲ 12 ਜਿਹੜੇ ਹੈਗੇ ਉਹ ਸਾਡੇ ਨਾਲ ਪਾਰਟੀਸਪੈਂਟਸ ਜੁੜੇ ਨੇ। ਸੋ ਦੈਟ ਇਜ਼ ਮੋਰ ਦੈਨ ਅਮੇਜ਼ਿੰਗ। ਸੋ ਅਸੀਂ ਇਹਨਾਂ ਨਾਲ ਹੀ ਕੰਟੀਨਿਊ ਕਰਨਾ ਹੈ। ਨੈਕਸਟ ਟਾਈਮ ਜੋ ਵੀ ਆਏਗਾ ਤੁਹਾਡੇ ਇਲਾਵਾ ਅਸੀਂ ਅਲਾਓ ਨਹੀਂ ਕਰਨਾ, ਠੀਕ ਹੈ। ਅਸੀਂ ਅਟੈਂਡੈਂਸ ਜਿਹੜੀ ਲਾ ਛੱਡੀ ਤੁਹਾਡੀ। ਸੋ ਜੀ ਹੁਣ ਆਪਾਂ ਸਟਾਰਟ ਕਰਦੇ ਹਾਂ ਕਿ ਫੋਰੈਕਸ ਹੈ ਕੀ। ਤੁਹਾਨੂੰ ਸਾਰਿਆਂ ਨੂੰ ਸਕਰੀਨਸ ਨਜ਼ਰ ਆ ਰਹੀ ਹੈ ਇਸ ਵੇਲੇ, ਆਈ ਥਿੰਕ, ਰਾਈਟ ਜੀ? ਹਾਂਜੀ ਓਕੇ। ਸੋ ਜਿਹਦਾ ਕੋਈ ਸਵਾਲ ਹੋਵੇ, ਤੁਹਾਡੇ ਕੋਲ ਇੱਕ ਹੱਥ ਦਾ ਨਿਸ਼ਾਨ ਹੋਏਗਾ ਤੁਹਾਡੇ ਫ਼ੋਨ ਦੇ ਉੱਤੇ ਜਾਂ ਲੈਪਟਾਪ ਉੱਤੇ, ਉਹ ਪਲੀਜ਼ ਉਹਨੂੰ ਪ੍ਰੈਸ ਕਰਕੇ ਅਸੀਂ ਤੁਹਾਡੇ ਨਾਲ ਰੁਕ ਕੇ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਗੁਰਜਿੰਦਰ ਸਿੰਘ ਜੀ, ਓਕੇ ਤੁਸੀਂ ਓਕੇ ਤੁਸੀਂ ਚੈੱਕ ਕੀਤਾ ਵੀ ਇਹ ਹੈਲੋ ਟੈਸਟਿੰਗ ਹੋ ਰਹੀ ਕਿ ਨਹੀਂ, ਹੈ ਨਾ? ਓਕੇ ਦੈਟਸ ਗੁੱਡ। ਓਕੇ ਨਾ ਨਾ ਇਟਸ ਓਕੇ ਲੈਟ ਮੀ ਸਟਾਰਟ ਦੈਨ। ਸੋ ਅਸੀਂ ਜਿਹੜਾ ਹੈਗਾ ਸਿੱਖਨੋਮਿਕਸ, ਜਿਵੇਂ ਕਿ ਨਾਮ ਅਸੀਂ ਦੇਖਿਆ ਹੈ, ਓਕੇ। ਸਿੱਖਨੋਮਿਕਸ ਜਿਹੜਾ ਨਾਮ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਡਬਲ ਕੰਬੀਨੇਸ਼ਨ ਹੈਗਾ, ਜਿਵੇਂ ਫੋਰੈਕਸ ਹੈਗੀ ਹੈ। ਸਿੱਖਨੋਮਿਕਸ ਕਿ ਸਿੱਖਾਂ ਨੂੰ ਇਕੋਨੋਮਿਕਸ ਸਿਖਾਈਏ, ਸਿੱਖੀਏ, ਹੈ ਨਾ। ਇਕੋਨੋਮਿਕਸ ਦੀ ਜਿਹੜੀ ਬੇਸਿਕ ਨੌਲੇਜ ਹੈਗੀ ਆ, ਉਹ ਜਿਹੜੇ ਲਾਲੇ ਬਾਣੀ ਹੈਗੇ ਉਹ ਤਾਂ ਸਿੰਪਲ ਸਿਖਾ ਦਿੰਦੇ ਆ ਕਿ 10 ਦੀ ਲੈ ਕੇ 12 ਦੀ ਵੇਚਣੀ ਪੁੱਤਰਾ, ਠੀਕ ਹੈ। ਹੱਥ 'ਤੇ ਮਿਲੇਗੀ, ਇਹਨਾਂ ਨੂੰ ਵੇਚਣੀ ਹੈ, ਦੈਟਸ ਇਟ। ਸੋ ਸਾਨੂੰ ਲੋਕਾਂ ਨੂੰ ਇਹ ਚੀਜ਼ਾਂ ਬਚਪਨ ਤੋਂ ਐਜ਼ ਏ ਐਜੂਕੇਸ਼ਨ, ਐਜ਼ ਏ ਸਾਡੀ ਅਪਬ੍ਰਿੰਗਿੰਗ ਦੇ ਨਾਲ ਨਹੀਂ ਸਿਖਾਈਆਂ ਜਾਂਦੀਆਂ, ਜਿਸ ਕਰਕੇ ਸਾਨੂੰ ਲਾਈਫ ਟਾਈਮ ਇਹੀ ਹੁੰਦਾ ਕਿ ਨਹੀਂ ਜਾਂ ਤਾਂ ਫਿਰ ਖੇਤੀਬਾੜੀ ਕਰ ਲਓ, ਜਾਂ ਫੌਜੀ ਬਣ ਜਾਓ, ਜਾਂ ਫਿਰ ਅਸੀਂ ਟਰੱਕ ਡਰਾਈਵਰ ਇੱਦਾਂ ਦਾ ਕੰਮ ਕਰ ਲਈਏ, ਠੀਕ ਹੈ। ਮੈਂ ਨਹੀਂ ਕਹਿੰਦਾ ਕਿ ਪੰਜਾਬੀ ਕਮਿਊਨਿਟੀ ਬਾਕੀ ਫੀਲਡ 'ਚ ਨਹੀਂ ਹੈ, ਲੇਕਿਨ ਆਪਣੀ ਪੋਪੂਲੇਸ਼ਨ ਦੇ ਹਿਸਾਬ ਨਾਲ, ਆਪਣੀ ਬਾਕੀ ਇੰਡਸਟਰੀ ਦੇ ਵਿੱਚ ਪ੍ਰੈਜ਼ੈਂਸ ਦੇ ਹਿਸਾਬ ਨਾਲ ਸਮਾਰਟ ਵਰਕ 'ਚ ਅਸੀਂ ਬਹੁਤ ਘੱਟ ਨੰਬਰ 'ਚ ਨੇ ਸਾਡੇ ਲੋਕੀ, ਠੀਕ ਹੈ। ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਡੀ ਕੌਮ ਦੇ ਅੱਜ ਦੇ ਜ਼ਮਾਨੇ 'ਚ ਰੋਲ ਮਾਡਲ ਕਿਹੜੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਫੋਲੋ ਕਰਦੇ ਹੋਏ ਇੰਟਰਨੈਸ਼ਨਲ ਪੱਧਰ 'ਤੇ ਆਪਣੀ ਪਹਿਚਾਣ ਬਣਾਈ। ਹੁਸ਼ਿਆਰਪੁਰ ਦਾ ਹੀ ਬੰਗਾ ਪਿੰਡ ਪੈਂਦਾ ਹੈ ਨਾ, ਸ਼ਹਿਰ ਇੱਕ ਸੈਮੀ ਅਰਬਨ ਏਰੀਆ ਹੈ। ਅਜੇਪਾਲ ਸਿੰਘ ਬੰਗਾ ਤੁਹਾਨੂੰ ਪਤਾ ਹੀ ਹੈ ਕਿ ਉਹ ਉੱਥੇ ਦੇ ਬਸ਼ਿੰਦੇ ਸੀਗੇ ਪ੍ਰੀਵੀਅਸਲੀ। ਸੋ ਉਹ ਹੁਣ ਵਰਲਡ ਬੈਂਕ ਦੇ ਚੇਅਰਪਰਸਨ ਨੇ। ਸੋ ਇੱਦਾਂ ਦੀ ਪਰਸਨੈਲਿਟੀਜ਼ ਅਸੀਂ ਕਿੰਨੀਆਂ ਕ੍ਰੀਏਟ ਕਰ ਸਕੇ, ਉਹਦਾ ਸਾਨੂੰ ਦੁੱਖ ਰਹੇਗਾ ਵੀ ਇਸ ਫਿਊਚਰ 'ਚ ਸਾਨੂੰ ਕੁਛ ਨਜ਼ਰ ਨਹੀਂ ਆ ਰਿਹਾ। ਸੋ ਐਟਲੀਸਟ ਅਸੀਂ ਜਿਹੜਾ ਹੈਗਾ ਇਸ ਮਾਰਕੀਟ ਨੂੰ ਤਾਂ ਅਡੈਪਟ ਕਰੀਏ। ਸੋ ਸਾਡੇ ਦੇ ਵਿੱਚ ਪੰਜਾਬੀ ਕਮਿਊਨਿਟੀ ਨੂੰ ਹੈਗਾ, ਇਸ ਕਰਕੇ ਜਿਹੜੀ ਸਾਡੀ ਮੇਨ ਲੈਂਗੁਏਜ ਹੈਗੀ ਹੈ ਉਹ ਪੰਜਾਬੀ ਹੈ। ਇੱਥੇ ਬੇਸ਼ੱਕ ਜਿਹੜੀ ਸਲਾਈਡਸ ਹੈ ਉਹ ਸਾਡੀ ਇੰਗਲਿਸ਼ 'ਚ ਹੈ। ਸੋ ਸਾਡਾ ਦੂਜਾ ਜਿਹੜਾ ਟੀਚਾ ਹੈਗਾ ਕਿ ਅਸੀਂ ਪੰਜਾਬੀਆਂ ਨੂੰ ਪਹਿਲਾਂ ਅਸੀਂ ਜਿਹੜਾ ਹੈਗਾ ਟ੍ਰੈਡੀਸ਼ਨਲ ਜੋਬਸ ਜਿਹੜੀਆਂ ਫਿਊਚਰ ਦੇ ਵਿੱਚ ਤੁਸੀਂ ਛੱਡੋ ਨਾ ਛੱਡੋ, AI ਨੇ ਅਤੇ ਰੋਬੋਟਸ ਨੇ ਤੁਹਾਡੀਆਂ ਛਡਾ ਲੈਣੀਆਂ ਆਉਣ ਵਾਲੇ 5, 10, 15 ਸਾਲਾਂ 'ਚ। ਦੁਬਈ ਵਾਲਿਆਂ ਨੂੰ ਪਤਾ ਕਿ ਪਾਇਲਟਲੈਸ, ਡਰਾਈਵਰਲੈਸ ਕਾਰਾਂ ਸ਼ੁਰੂ ਹੋ ਚੁੱਕੀਆਂ ਹੈ, ਠੀਕ ਹੈ। ਕਿੰਨੇ ਕੰਮ ਆਫਿਸ ਸੈਕਟਰੀਜ਼ ਜਿਹੜੇ ਹੈਗੇ ਉਹਨਾਂ ਦੀ ਜੋਬਸ ਖਤਮ ਹੋ ਗਈ, ਉੱਥੇ ਕੰਪਿਊਟਰ ਬੈਠੇ ਨੇ, ਹਾਊ ਮੇ ਆਈ ਹੈਲਪ ਯੂ ਦੇ ਨਾਂ 'ਤੇ, ਠੀਕ ਹੈ। ਸੋ ਕਿੰਨੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਸਾਹਮਣੇ ਹੋ ਰਹੀਆਂ, ਕਿੰਨੀਆਂ IT ਵਾਲਿਆਂ ਨੂੰ ਜ਼ਿਆਦਾ ਪਤਾ ਕਿ AI ਨੇ, ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਕਿੰਨਾ ਜਿਹੜਾ ਹੈਗਾ ਉਹ ਚੇਂਜ ਕਰ ਛੱਡਿਆ ਪਿਛਲੇ 5-7 ਮਹੀਨੇ 'ਚ, ਕਿੰਨੀ ਇੰਡਸਟਰੀਜ਼ ਨੂੰ ਹਿਲਾ ਛੱਡਿਆ।
ਓਕੇ। ਦੂਜਾ ਸਾਡਾ ਹੈਗਾ ਕਿ ਜਿਹੜੇ ਸਾਡੇ ਬੱਚੇ ਆਪਣੀ ਜਨਮ ਭੂਮੀ ਪੰਜਾਬ ਛੱਡ ਕੇ ਬਾਹਰ ਜਾ ਰਹੇ ਹੈ, ਕਿਹਦੇ ਕਰਕੇ? ਡਾਲਰਾਂ ਕਰਕੇ ਨਾ, ਕਿਉਂਕਿ ਇੱਥੇ ਓਪਰਚੁਨਿਟੀਜ਼ ਘੱਟ ਹੈ, ਇੱਥੇ ਉਹਨਾਂ ਨੂੰ ਉਹ ਸਟੈਂਡਰਡਾਈਜ਼ ਲਾਈਫ ਨਹੀਂ ਮਿਲ ਰਹੀ ਹੈ, ਠੀਕ ਹੈ। ਬਾਕੀ ਉਹ ਲੋਕਾਂ ਦੀ ਜਿਹੜੇ ਬਾਹਰ ਗਏ ਹੋਏ ਉਹਨਾਂ ਦੀ ਰੀਲਾਂ ਨੇ ਪੱਟੇ ਹੋਏ ਹੈ ਨਾ, ਵੀ ਆਹ ਡੋਜ ਗੱਡੀਆਂ ਇਹ ਉਹ ਸਾਰਾ, ਇਹ ਨਹੀਂ ਦੱਸਦੇ ਕਿ ਨੈਗੇਟਿਵ ਸਾਈਡ ਕਿਹੜੀ ਹੈ, ਕਿਵੇਂ ਉਹ ਔਖੀ ਸਿਚੁਏਸ਼ਨ ਦੇ ਵਿੱਚ ਕੰਮ ਕਰਦੇ ਨੇ, ਹੈ ਨਾ, ਉਹ ਨਹੀਂ ਦੱਸਦੇ ਰੀਅਲ ਫੈਕਸ਼ਨ ਫਿਗਰਸ। ਅਸੀਂ ਉਹਨਾਂ ਦੀ ਮਾਈਗ੍ਰੇਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ। ਸਾਡੇ ਯੰਗਸਟਰਸ ਨੂੰ ਜੇ ਇੱਥੇ ਹੀ ਡਾਲਰ ਕਮਾਉਣ ਦਾ ਮੌਕਾ ਮਿਲੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਆਪਣੇ ਲੋਕਲ ਇਨਵਾਇਰਮੈਂਟ 'ਚ, ਹੈ ਨਾ, ਸੋ ਆਈ ਥਿੰਕ ਕੋਈ ਵੀ ਜਿਹੜਾ ਹੈਗਾ ਉਹ ਬਾਹਰ ਪਰਮਾਨੈਂਟ ਆਪਣੀ ਪਰਿਵਾਰ ਨੂੰ ਛੱਡ ਕੇ, ਜ਼ਮੀਨ ਨੂੰ ਛੱਡ ਕੇ, ਗੁਰੂਆਂ ਦੀ ਧਰਤੀ ਨੂੰ ਛੱਡ ਕੇ, ਗੁਰਧਾਮਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੇਗਾ, ਰਾਈਟ ਜੀ। ਸੋ ਅਸੀਂ ਉਸ ਮਾਈਗ੍ਰੇਸ਼ਨ ਨੂੰ ਰੋਕਣ 'ਚ ਹੁਣ ਤੱਕ ਸਕਸੈਸ ਵੀ ਹੋਏ ਹਾਂ। ਜੇ ਅਸੀਂ 100s ਨਾਲ ਗੱਲ ਕੀਤੀ ਤਾਂ 15-20 ਸਾਨੂੰ ਐਸੇ ਬੱਚੇ, ਐਸੇ ਭਰਾ ਮਿਲੇ ਜਿਹੜੇ ਕਹਿ ਰਹੇ ਕਿ ਭਾਅ ਜੀ ਮੈਂ ਆਇਲਸ ਕੀਤੀ, ਮੈਂ ਟਰਾਈ ਕਰਾਂਗਾ ਫੋਰੈਕਸ, ਜੇ ਮੇਰਾ ਚੱਲ ਪਿਆ ਤਾਂ ਮੈਂ ਬਾਹਰ ਨਹੀਂ ਜਾਣਾ, ਇਹ ਮੇਰੀ ਕਮਿਟਮੈਂਟ ਹੈ। ਕੁਛ ਲੋਕ ਸਾਡੇ ਇਸ ਮਹੀਨੇ ਅਗਸਤ ਲਾਸਟ ਵਿੱਚ ਵਾਪਿਸ ਆ ਰਹੇ ਨੇ, ਸਾਡੀ ਕੁਝ ਫੈਮਿਲੀਜ਼ ਕੈਨੇਡਾ ਤੋਂ, ਕਿਉਂਕਿ ਉਹਨਾਂ ਨੇ ਫੋਰੈਕਸ ਸਿੱਖੀ ਅਤੇ ਉਹ ਕਹਿੰਦੇ ਹੁਣ ਅਸੀਂ ਇੰਨਾ ਕਮਾ ਲੈਂਦੇ ਆ $200-300 ਐਵਰੇਜ ਕਿ ਸਾਨੂੰ ਹੁਣ ਬਾਹਰ ਦੀ ਲੋੜ ਹੀ ਨਹੀਂ ਹੈਗੀ ਹੈ। ਓਕੇ, ਇਹ ਰਿਐਲਿਟੀ ਹੈਗੀ ਹੈ। ਜਦੋਂ ਆਉਣਗੇ ਇੱਥੇ ਤੁਹਾਨੂੰ ਉਹਨਾਂ ਨਾਲ ਵੀ ਅਸੀਂ ਮੁਲਾਕਾਤ, ਕੀ ਸੋਚ ਕੇ ਆਏ ਸੀ, ਉਹਨਾਂ ਨੇ ਕਿਵੇਂ ਸ਼ੁਰੂ ਕੀਤੀ, ਹੁਣ ਉਹ ਕੀ ਕਰ ਰਹੇ ਹੈ, ਅਤੇ ਉਹ ਕਿਵੇਂ ਪੰਜਾਬ ਵਿੱਚ ਦੁਬਾਰੇ ਆਪਣੇ ਆਪ ਨੂੰ ਰੀਸਟੈਬਲਿਸ਼ ਕਰਨਾ ਉਹਨਾਂ ਨੇ, ਉਹ ਤੁਹਾਨੂੰ ਉਹਨਾਂ ਨਾਲ ਵੀ ਮਿਲਾਇਆ ਜਾਏਗਾ, ਠੀਕ ਹੈ ਜੀ, ਔਨਲਾਈਨ ਵੀ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਦੂਜਾ, ਅਸੀਂ ਇੱਕ ਮਾਈਗ੍ਰੇਸ਼ਨ ਰੋਕਣੀ, ਪਲੱਸ ਅਸੀਂ ਫੋਰੈਕਸ ਮਾਰਕੀਟ ਦੇ ਵਿੱਚ ਪੰਜਾਬੀ ਕਮਿਊਨਿਟੀ ਦਾ ਜਿਹੜਾ ਹੈਗਾ ਉਹ ਪਰਸੈਂਟੇਜ ਵਧਾਉਣੀ ਹੈਗੀ, ਫੁੱਟਫਾਲ ਵਧਾਉਣਾ ਹੈ, ਤਾਂ ਕਿ ਲੋਕਾਂ ਨੂੰ ਵੀ ਦਸਤਾਰਾਂ ਵਾਲੇ ਵੀ ਟਰੇਡਰ ਨਜ਼ਰ ਆਉਣ, ਜਿਹੜੇ ਕਿ ਤੁਹਾਨੂੰ ਅੱਜ ਤੱਕ ਕੋਈ ਸੌਖੇ ਜਿਹੇ ਮਿਲੇ ਨਹੀਂ ਹੈਗੇ। ਓਕੇ, ਸੋ ਅਸੀਂ ਜਿਹੜਾ ਸਾਡਾ ਇਹੀ ਉਪਰਾਲਾ ਹੈ ਕਿ ਅਸੀਂ ਜਿਹੜਾ ਹੈਗਾ ਆਪਣੀ ਨੌਲੇਜ ਜਿਹੜੀ ਸਾਨੂੰ ਹੈਗੀ ਆਪ, ਅਸੀਂ ਕੋਈ ਪਰਫੈਕਟ ਨਹੀਂ ਹੈਗੇ। ਫੋਰੈਕਸ ਮਾਰਕੀਟ ਜਿਵੇਂ ਕਿ ਆ ਬਹੁਤ ਵੱਡੀ ਹੈਗੀ ਹੈ, ਠੀਕ ਹੈ, ਸਾਡੇ ਕੁਛ ਨੇ ਤਾਂ ਨਾਮ ਹੀ ਪਹਿਲੀ ਵਾਰ ਸੁਣਿਆ ਹੋਣਾ ਹੈ ਨਾ, ਇਹ ਸੁਣਿਆ ਤਾਂ ਪੂਰਾ ਮਤਲਬ ਨਹੀਂ ਪਤਾ, ਮਾਰਕੀਟ ਦੀ ਇਨਸਾਈਟ ਨਹੀਂ ਪਤਾ, ਇਨ ਡੈਫਥ ਕੀ ਹੈ, ਕੀ ਇਹ ਨਹੀਂ ਪਤਾ। ਸੋ ਇਹ ਅਸੀਂ ਜਿਹੜਾ ਹੈਗਾ ਤੁਹਾਨੂੰ ਦੱਸਾਂਗੇ, ਠੀਕ ਹੈ। ਸੋ ਅਸੀਂ ਇੱਕ ਨੋਨ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਹੈ। ਓਕੇ, ਸਾਡਾ ਹੈਗਾ ਕਿ ਅਸੀਂ ਤੁਹਾਨੂੰ ਇਹ ਚੀਜ਼ਾਂ ਸਿਖਾਉਣੀ ਹੈ, ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਸ਼ੇਅਰਿੰਗ ਇਜ਼ ਕੇਅਰਿੰਗ, ਕਿ ਜੇ ਤੁਸੀਂ ਕਿਸੇ ਦੀ ਕੇਅਰ ਕਰਨੀ ਹੋ ਉਹਦਾ ਨਾਲ ਨੌਲੇਜ ਸ਼ੇਅਰ ਕਰ ਦਿਓ, ਉਹ ਸਦੀਆਂ ਲਈ ਜਿਹੜਾ ਤੁਹਾਨੂੰ ਯਾਦ ਰੱਖੇਗਾ। ਓਕੇ, ਸੋ ਇੱਕ ਇਹੀ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਆਪਣੀ ਕਮਿਊਨਿਟੀ ਨੂੰ ਜਿਹੜਾ ਹੈਗਾ ਉਹ ਟਰਾਂਸਫਾਰਮ ਕਰ ਸਕਦੇ ਹਾਂ ਇੱਕ ਨਵੇਂ ਯੁੱਗ ਦੇ ਵਿੱਚ। ਸੋ ਇੱਥੇ ਸਾਡੇ ਕੋਈ ਪੈਸੇ ਨਹੀਂ ਮੰਗੇਗਾ, ਪਲੱਸ ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਤੁਸੀਂ ਸਾਡੇ ਕਿਸੇ ਦੇ ਪੈਸੇ ਲਾਓ, ਨਾ ਤੁਹਾਨੂੰ ਅਸੀਂ ਸੁਜੈਸਟ ਕਰਾਂਗੇ ਵੀ ਆਹ ਕਰੋ ਉਹ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਡਿਸੀਜ਼ਨ ਹੋਏਗਾ। ਤੁਹਾਨੂੰ ਸਿਰਫ ਆਪਾਂ ਟੈਕਨੀਕ ਸਿਖਾਉਣ ਦੀ ਗੱਲ ਕਰਾਂਗੇ। ਤੁਸੀਂ ਪ੍ਰੈਕਟਿਸ ਸ਼ੁਰੂ ਕਰਨੀ ਹੈ ਡੈਮੋ ਅਕਾਊਂਟ ਦੇ ਵਿੱਚ। ਡੈਮੋ ਅਕਾਊਂਟ ਇੱਕ ਨਕਲੀ ਅਕਾਊਂਟ ਹੁੰਦਾ ਜਿਹਦੇ ਤੁਹਾਨੂੰ $1,00,000 ਮਿਲਦਾ ਹੈ, ਲੇਕਿਨ ਤੁਸੀਂ ਉਹਨੂੰ ਕਢਾ ਅਤੇ ਵਿਡਰੋ ਨਹੀਂ ਕਰ ਸਕਦੇ, ਤੁਸੀਂ ਸਿਰਫ ਟਰੇਡ ਕਰ ਸਕਦੇ ਹੋ, ਪ੍ਰੈਕਟਿਸ ਕਰ ਸਕਦੇ ਹੋ। ਓਕੇ, ਜਿਵੇਂ ਤੁਸੀਂ ਇੱਕ ਕਾਰ ਦੇ ਵਿੱਚ ਬਹਿ ਜਾਓ ਲੇਕਿਨ ਉਹਦੇ 'ਚ ਟਾਇਰ ਨਹੀਂ ਹੈਗੇ, ਮਤਲਬ ਚਲਦੀ ਕਿਤੇ ਨਹੀਂ, ਬਟ ਤੁਹਾਨੂੰ ਉਹਦਾ ਸਾਰਾ ਫੰਕਸ਼ਨ ਪਤਾ ਹੈ, ਐਕਸਲੇਟਰ, ਰੇਸ, ਬ੍ਰੇਕ, ਕਲਚ, ਗੇਅਰਸ, ਇਹ ਸਾਰਾ ਹੈ ਨਾ, ਤੁਸੀਂ ਉਹ ਸੇਮ ਡਰਾਈਵ ਕਰ ਸਕਦੇ, ਬਟ ਯੂ ਕਾਂਟ ਮੂਵ ਰੀਅਲ ਔਨ ਦਾ ਰੋਡ। ਓਕੇ, ਸੋ ਇੰਝ ਤੁਹਾਨੂੰ ਡੈਮੋ ਅਕਾਊਂਟ 'ਚ ਅਸੀਂ ਸੁਜੈਸਟ ਕਰਾਂਗੇ। ਸੋ ਤੁਹਾਨੂੰ ਅਸੀਂ ਪ੍ਰਾਈਜ਼ ਐਕਸ਼ਨ ਸਿਖਾਵਾਂਗੇ, ਜਿਹੜੇ ਵੱਡੇ ਬੈਂਕਸ, ਇੰਸਟੀਟਿਊਸ਼ਨਸ, ਵੱਡੀ ਕੰਟਰੀਜ਼ ਜਿਹੜਾ ਟੈਕਨੋਲੋਜੀ ਜਿਹੜੀ ਯੂਜ਼ ਕਰਦੀ ਹੈਗੀ, ਤੁਹਾਨੂੰ ਅਸੀਂ ਉਹ ਸਿਖਾਵਾਂਗੇ। ਓਕੇ, ਸੋ ਤੁਹਾਡੇ ਨਾਲ ਤੁਸੀਂ ਕਹਿ ਲਓ ਕਿ ਤੁਹਾਨੂੰ ਇੱਕ ਸਰਟੀਫਿਕੇਟ ਮਿਲੇਗਾ ਜਦੋਂ ਸਿਲੇਬਸ ਖਤਮ ਹੋਏਗਾ, ਤੁਹਾਡਾ ਇੱਕ ਛੋਟਾ ਜਿਹਾ ਐਗਜ਼ਾਮ ਹੋਏਗਾ, ਤੁਹਾਡੀ ਨੌਲੇਜ, ਬੇਸਿਕ ਨੌਲੇਜ ਚੈੱਕ ਕੀਤੀ ਜਾਏਗੀ, ਠੀਕ ਹੈ। 5-10 ਮਿੰਟ ਦਾ ਟੈਸਟ ਹੋਏਗਾ ਹਰ ਕਿਸੇ ਦਾ, 3-4-5 ਕੁਐਸਚਨਸ ਹੋਣਗੇ। ਤੁਸੀਂ ਜਦੋਂ ਤੁਹਾਨੂੰ ਲੱਗਿਆ ਕਿ ਹਾਂ ਤੁਸੀਂ ਹੁਣ ਬੇਸਿਕ ਨੌਲੇਜ ਰੱਖਦੇ ਹੋ, ਤੁਹਾਨੂੰ ਇੱਕ ਸਰਟੀਫਿਕੇਟ ਮਿਲੇਗਾ, ਠੀਕ ਹੈ, ਤੁਹਾਡੇ ਨਾਂ 'ਤੇ ਇਸ਼ੂ ਕੀਤਾ ਹੋਇਆ, ਤੁਹਾਡਾ ID ਨੰਬਰ ਉਹਦੇ 'ਤੇ ਲਿਖਿਆ ਹੋਏਗਾ, ਤੁਹਾਡੀ ਯੂਨੀਕ ID। ਓਕੇ, ਆਧਾਰ ਕਾਰਡ ਹੋ ਸਕਦਾ ਹੈ, ਇਮਰਾਤ ID ਹੋ ਸਕਦਾ ਹੈ, ਪਾਸਪੋਰਟ ਨੰਬਰ ਹੋ ਸਕਦਾ ਹੈ, ਲੇਕਿਨ ਉਹ ਸਾਰੀ ਕੰਫੀਡੈਂਸ਼ੀਅਲ ਇਨਫੋਰਮੇਸ਼ਨ ਰਹੇਗੀ ਸਾਡੇ ਨਾਲ। ਓਕੇ, ਉਹ ਲੈ ਕੇ ਤੁਸੀਂ ਫਿਰ ਜਿਹੜਾ ਹੈਗਾ ਉਹ ਸਾਡੇ ਲਾਈਫ ਟਾਈਮ ਮੈਂਬਰ ਬਣ ਸਕਦੇ ਹੋ ਸਾਡੀ ਸਿੱਖੋਨੋਮਿਕਸ ਟੀਮ ਦੇ। ਓਕੇ, ਸੋ ਜਿਵੇਂ ਅਸੀਂ ਟ੍ਰੇਡ ਕਰਦੇ ਹਾਂ ਲਾਈਵ ਹੋ ਕੇ, ਤੁਸੀਂ ਵੀ ਸਾਨੂੰ ਕਾਪੀ ਕਰ ਸਕਦੇ ਹੋ। ਸਾਡੇ ਕੋਲ ਹੋਰ ਵੀ ਬਹੁਤ ਮਤਲਬ ਟੈਕਨੀਕਸ ਹੈ, ਸੋ ਵੀ ਵਿਲ ਬੀ ਕੀਪ ਟੀਚਿੰਗ ਆਲਵੇਜ਼, ਤਾਂ ਕਿ ਤੁਹਾਡੀ ਨੌਲੇਜ ਜਿਹੜੀ ਹੈਗੀ ਉਹ ਰਿਫਰੈਸ਼ ਹੁੰਦੀ ਰਹੇ, ਠੀਕ ਹੈ ਜੀ। ਸੋ ਤੁਹਾਨੂੰ ਚਾਰਟ ਐਨਾਲਿਸਿਸ ਕਿਵੇਂ ਕਰਨਾ ਹੈ, ਟੈਕਨੀਕਲ, ਫੰਡਾਮੈਂਟਲ, ਸਾਈਕੋਲੋਜੀਕਲ, ਇਹ ਤਾਂ ਸਾਰਿਆਂ ਸੈਕਟਰ ਦੇ ਵਿੱਚ ਤੁਹਾਡੀ ਗਰੋਥ ਹੋਏਗੀ। ਅਸੀਂ ਦੇਖਾਂਗੇ ਗੈਪ ਕਿੱਥੇ ਹੈ, ਤੁਹਾਡੀ ਕਮੀ ਕਿੱਥੇ ਹੈਗੀ ਹੈ, ਉਹ ਸਾਨੂੰ ਉਂਝ ਪਤਾ ਲੱਗੇਗੀ ਜਦੋਂ ਸਾਨੂੰ ਤੁਸੀਂ ਦੱਸੋਗੇ, ਜਦੋਂ ਡਾਇਲੋਗ ਕਰੋਗੇ, ਬੋਲੋਗੇ ਸਾਡੇ ਨਾਲ, ਕਮਿਊਨੀਕੇਸ਼ਨ ਕਰੋਗੇ ਬਿਨਾਂ ਝਿਜਕੇ ਕਿ ਭਾਅ ਜੀ ਮੈਨੂੰ ਪ੍ਰੋਬਲਮ ਆ ਰਹੀ ਹੈ, ਠੀਕ ਹੈ, ਕਿਉਂਕਿ ਤਾਂ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਜੇ ਤੁਸੀਂ ਆਪਣੀ ਇਸ਼ੂਜ਼, ਆਪਣੀ ਪ੍ਰੋਬਲਮ ਛੁਪਾਉਣੀ ਹੈ, ਸੋ ਵੀ ਆਰ ਹੈਲਪਲੈਸ, ਵੀ ਕਾਂਟ ਹੈਲਪ ਯੂ। ਤੁਸੀਂ ਡਾਕਟਰ ਕੋਲ ਜਾਂਦੇ ਹੋ, ਤੁਸੀਂ ਉਹਨੂੰ ਬਿਮਾਰੀ ਦੱਸ ਹੀ ਨਹੀਂ ਰਹੇ ਆਪਣੀ ਕੀ ਹੈ, ਫਿਰ ਉਹ ਕੀ ਕਰੇਗਾ? ਤੁਹਾਨੂੰ ਪੈਰਾਸੀਟਾਮੋਲ ਦੇ ਦੇਗਾ, ਭਾਈ ਖਾ ਲੈ, ਹੈ ਨਾ, ਇੰਝ ਹੀ ਹੁੰਦਾ ਨਾ ਜੀ। ਸੋ ਸਾਡੇ ਨਾਲ ਤੁਸੀਂ ਓਪਨ ਡਾਇਲੋਗ ਰੱਖਣਾ ਹੈ। ਤੁਹਾਨੂੰ ਜਿੱਥੇ ਵੀ ਕੋਈ ਡਾਊਟ ਹੈਗਾ, ਕੋਈ ਸਵਾਲ ਹੈਗਾ, ਹੱਥ ਖੜਾ ਕਰਕੇ ਪੁੱਛ ਸਕਦੇ ਹੋ ਕਦੀ ਵੀ, 24/7। ਓਕੇ, ਸੋ ਜਿੰਨੀ ਜ਼ਿਆਦਾ ਨੌਲੇਜ ਹੁੰਦੀ ਹੈ ਉਨੀ ਜ਼ਿਆਦਾ ਸਾਨੂੰ ਫਿਰ ਡਰ ਘੱਟ ਲੱਗਦਾ ਹੈ ਮਾਰਕੀਟ 'ਚ। ਸੋ ਉਨਾ ਸਾਡਾ ਜਿਹੜੀ ਚੱਖ ਪੰਜਾਬੀ 'ਚ ਕਹੀਏ ਤਾਂ ਖੁੱਲ੍ਹਦੀ ਜਾਂਦੀ ਹੈਗੀ ਹੈ।
ਫਿਰ ਅਸੀਂ ਡੇਅਰਿੰਗ ਹੋ ਜਾਂਦੇ, ਜਦੋਂ ਅਸੀਂ ਡੇਅਰਿੰਗ ਹੋ ਜਾਂਦੇ ਫਿਰ ਓਪਰਚੁਨਿਟੀ ਸਾਡੇ ਕੋਲ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ। ਸੋ ਦੇਰ ਇਜ਼ ਨੋ ਪ੍ਰੋਸਪੈਰਿਟੀ ਵਿਦਾਊਟ ਰਿਸਕ। ਹਰ ਚੀਜ਼ 'ਚ ਰਿਸਕ ਹੈਗਾ। ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ, ਕੋਈ ਕਹਿ ਸਕਦਾ ਕਿ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਉਹਦੇ 'ਚ ਰਿਸਕ ਨਹੀਂ ਹੈ? ਕੋਈ ਹੱਥ ਖੜਾ ਕਰੇਗਾ ਜਿਹਨੂੰ ਲੱਗਦਾ ਕਿ ਮੇਰੇ ਜੋ ਮੈਂ ਕੰਮ ਕਰ ਰਿਹਾ ਜਾਂ ਕਰ ਰਹੀ ਹਾਂ ਉਹਦੇ 'ਚ ਕੋਈ ਰਿਸਕ ਨਹੀਂ ਹੈਗਾ ਮੈਨੂੰ? ਐਨੀਬਡੀ ਕੈਨ ਰੇਜ਼ ਦਾ ਹੈਂਡ? ਓਕੇ, ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ ਸਾਰਿਆਂ ਨੂੰ? ਯੈਸ। ਹਾਂਜੀ ਸਰ, ਹਾਂਜੀ। ਓਕੇ, ਹਾਂਜੀ ਸਰ, ਆ ਰਹੀ ਹੈ ਜੀ। ਕਿਸੇ, ਹਾਂਜੀ ਭਾਜੀ ਮਿਸਟਰ ਰਾਜਪੂਤ। ਆ ਰਹੀ ਹੈ ਭਾਜੀ, ਆ ਰਹੀ ਹੈ ਜੀ, ਸੁਣ ਰਹੇ ਹਾਂ। ਓਕੇ ਰਾਈਟ। ਸੋ ਮੇਰਾ ਕਹਿਣ ਦਾ ਮਤਲਬ ਤੁਹਾਨੂੰ ਇਹ ਸਵਾਲ ਇਹ ਸੀਗਾ ਵੀ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ, ਠੀਕ ਹੈ, ਸੋ ਸਾਰੇ ਕੰਮਾਂ 'ਚ ਰਿਸਕ ਹੈਗਾ। ਕਿਸੇ ਨੂੰ ਲੱਗਦਾ ਹੋਵੇ ਕਿ ਮੇਰੇ ਇਸ ਕੰਮ 'ਚ ਰਿਸਕ ਨਹੀਂ ਹੈ ਜੋ ਮੈਂ ਕਰਦਾ ਜਾਂ ਕਰਦੀ ਹਾਂ, ਮੈਨੂੰ ਤੁਸੀਂ ਦੱਸ ਸਕਦੇ ਹੋ। ਸੋ ਮੈਂ ਵੀ ਆਪਣੀ ਸੋਚ ਨੂੰ ਚੇਂਜ ਕਰਾਂ ਅੱਜ ਤੋਂ ਬਾਅਦ। ਈਵਨ ਕਿ ਜਿਹੜਾ ਸਭ ਤੋਂ ਔਖਾ ਕੰਮ ਹੁੰਦਾ ਹੈ ਹੋਮ ਮੇਕਰਸ ਦਾ, ਜਿਹੜੇ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਸਾਡੀ ਘਰਵਾਲੀਆਂ ਘਰ 'ਚ ਕਰਦੀਆਂ ਹੈ ਨਾ, ਹਾਊਸ ਵਾਈਫ ਜਿਹਨੂੰ ਕਹਿ ਦਿੰਦੇ ਹੋ ਅਸੀਂ ਸਿੰਪਲੀ, ਉਹ ਸਭ ਤੋਂ ਔਖਾ ਕੰਮ। ਉਹਦੇ 'ਚ ਕਿੰਨੇ ਰਿਸਕ ਹੁੰਦੇ ਨੇ? ਕਿਚਨ ਦੇ ਵਿੱਚ ਕਿੰਨੇ ਰਿਸਕ ਨੇ, ਹੈ ਨਾ? ਕੱਪੜੇ ਧੋਣੇ, ਵਾਸ਼ਿੰਗ ਮਸ਼ੀਨ ਤੋਂ ਜਿਹੜਾ ਕਰੰਟ ਲੱਗ ਸਕਦਾ ਹੈ, ਸਲਿੱਪ ਹੋ ਸਕਦੇ ਆ, ਗਿਰ ਸਕਦੇ ਆ, ਕਿੰਨੀ ਇੰਜਰੀਜ਼ ਹੋ ਸਕਦੀ ਹੈ। ਹਰ ਕੰਮ 'ਚ ਰਿਸਕ ਹੈਗਾ। ਸੋ ਫੋਰੈਕਸ ਦੇ ਵਿੱਚ ਵੀ ਰਿਸਕ ਹੈਗਾ। ਦੇਰ ਇਜ਼ ਨੋ ਵਰਕ ਇਨ ਦਾ ਵਰਲਡ ਵਿਦਾਊਟ ਰਿਸਕ। ਓਕੇ, ਹਰ ਕੰਮ 'ਚ ਰਿਸਕ ਹੈ। ਤੁਸੀਂ ਕੀ ਕਰਨਾ, ਸਾਡੀ ਫੀਸ ਬਾਰੇ ਗੱਲ ਕਰ ਲਈਏ। ਸਾਡੀ ਫੀਸ ਇਹ ਹੈ ਕਿ ਤੁਸੀਂ ਆਪ ਸਿੱਖ ਕੇ ਤੁਹਾਨੂੰ ਵਧੀਆ ਲੱਗਦਾ ਹੈ, ਤੁਸੀਂ ਦੂਜਿਆਂ ਨੂੰ ਵੀ ਦੱਸਣਾ ਹੈ ਕਿ ਆਹ ਕੰਮ ਵੀ ਤੁਸੀਂ ਕਰੋ, ਤਾਂ ਕਿ ਮੈਂ ਕੀਤਾ, ਵਧੀਆ ਲੱਗਿਆ, ਇਹ ਇੱਕ ਵਧੀਆ ਉਪਰਾਲਾ ਹੈਗਾ, ਠੀਕ ਹੈ। ਤੁਸੀਂ ਵੀ ਇਸ ਕੰਮ ਨੂੰ ਆਪਣੇ ਕੰਮ ਦੇ ਨਾਲ ਨਾਲ ਸਿੱਖੋ ਅਤੇ ਆਪਣੀ ਇੱਕ ਹੋਰ ਸਕਿੱਲ ਨੂੰ ਐਡ ਕਰੋ, ਠੀਕ ਹੈ। ਸੋ ਅਸੀਂ ਇੰਝ ਵੀ ਸਾਡੀ ਇਹੀ ਫੀਸ ਹੈਗੀ ਹੈ। ਪਲੀਜ਼ ਸਪਰੇਡ ਦਾ ਮੈਸੇਜ। ਜਿਹੜਾ ਕੋਰਸ ਹੈਗਾ ਉਹ 10 ਤੋਂ 15 ਘੰਟੇ ਦਾ ਹੋਏਗਾ, ਡਿਪੈਂਡ ਔਨ ਸਪੀਡ, ਕਿ ਅਸੀਂ ਕਿੰਨੀ ਫਾਸਟ ਚੱਲ ਰਹੇ ਹਾਂ। ਸੋ ਹਰ ਸੈਸ਼ਨ ਜਿਹੜਾ ਹੈਗਾ ਉਹ 1 ਘੰਟੇ ਤੋਂ ਲੈ ਕੇ 2 ਘੰਟੇ ਤੱਕ ਵੀ ਹੋ ਸਕਦਾ ਹੈ, ਬਟ ਸਟੈਂਡਰਡਾਈਜ਼ 1 ਘੰਟਾ 30 ਮਿੰਟ ਦਾ ਹੋਏਗਾ, 7 to 8:30 ਔਰ 7 to 9। ਸੋ ਕੋਰਸ ਜਦੋਂ ਹੋਏਗਾ ਤੁਹਾਨੂੰ ਅਸੀਂ ਡੈਮੋ ਅਕਾਊਂਟ ਖੁਲਵਾਉਣ ਤੁਹਾਡੀ ਹੈਲਪ ਕਰਾਂਗੇ। ਫ੍ਰੀ ਆਫ ਕੋਸਟ ਹੋਏਗੀ ਹਰ ਚੀਜ਼, ਕੋਈ ਕਿਸੇ ਦੇ ਪੈਸੇ ਨਹੀਂ ਲੱਗਣੇ, ਡਰਨਾ ਨਹੀਂ, ਠੀਕ ਹੈ। ਸੋ MT5 'ਚ ਤੁਹਾਡਾ ਅਕਾਊਂਟ ਖੁੱਲ੍ਹੇਗਾ। ਡੈਮੋ 'ਚ ਤੁਹਾਡੀ ਪ੍ਰੈਕਟਿਸ ਸ਼ੁਰੂ ਹੋ ਜਾਏਗੀ ਤੀਜੇ ਸੈਸ਼ਨ ਤੋਂ। ਜਦੋਂ ਡੈਮੋ ਵਿੱਚ ਤੁਹਾਨੂੰ ਡੈਮੋ ਆਪਰੇਟ ਕਰਨਾ ਆ ਗਿਆ, ਤੁਹਾਨੂੰ ਬੇਸਿਕ ਪਤਾ ਲੱਗ ਗਿਆ, ਤੁਸੀਂ ਐਨਾਲਿਸਿਸ ਸ਼ੁਰੂ ਕਰਨਾ ਹੈ ਸਟਾਰਟਿੰਗ 'ਚ, ਠੀਕ ਹੈ। ਜਦੋਂ ਤੁਹਾਡੀ ਐਕੂਰੇਸੀ 65% ਤੋਂ ਉੱਤੇ ਚੱਲ ਜਾਏਗੀ, ਸਾਨੂੰ ਦਿਖਾਓ। ਸਾਡੀ ਟੀਮ ਡਿਸਾਈਡ ਕਰੇਗੀ ਵੀ ਤੁਸੀਂ ਰੀਅਲ ਅਕਾਊਂਟ ਹਲੇ ਖੋਲ੍ਹਣਾ ਜਾਂ ਨਹੀਂ, ਓਕੇ। ਲੇਕਿਨ ਜ਼ਿੱਦ ਨਹੀਂ ਕਰਨੀ ਕਿ ਨਹੀਂ ਮੈਂ ਤਾਂ ਖੋਲ੍ਹਣਾ ਜਾਂ ਖੋਲਾਂਗੀ। ਸੋ ਦੈਟ ਵਿਲ ਬੀ ਰਿਸਕੀ, ਓਕੇ। ਸੋ ਫੋਰੈਕਸ ਕੀ ਹੈ, ਓਕੇ। ਇਹ ਤੁਹਾਡਾ ਜੀ ਸਿਲੇਬਸ ਰਹੇਗਾ। ਤੁਹਾਨੂੰ ਫੋਰੈਕਸ ਤੋਂ ਲੈ ਕੇ ਅੱਜ ਦੇ ਚੈਪਟਰ 'ਚ ਆਪਾਂ ਕੀ ਕਵਰ ਕਰਨਾ ਹੈ? ਵਾਟ ਇਜ਼ ਫੋਰੈਕਸ, ਫੋਰੈਕਸ ਕਰਨੀ ਕਿਉਂ ਆਪਾਂ ਨੇ, ਕਰੰਸੀ ਪੇਅਰਸ ਕਿਹਨੂੰ ਕਹਿੰਦੇ ਨੇ, ਟਰਮੀਨੋਲੋਜੀ ਕਿਹੜੀ ਹੈਗੀ ਹੈ, ਮਾਰਕੀਟ ਪਾਰਟਿਸਪੈਂਟਸ ਕਿਹੜੇ ਹੁੰਦੇ ਨੇ, ਅਤੇ ਕਿੰਨੇ ਤਰ੍ਹਾਂ ਦੇ ਟਰੇਡਰ ਹੁੰਦੇ ਨੇ, ਹੈ ਨਾ। ਜਿਵੇਂ ਸਕੂਲਾਂ 'ਚ ਕਹਿ ਲਓ ਕਿ ਡਰਾਇੰਗ ਟੀਚਰ, ਹਿੰਦੀ ਟੀਚਰ, ਇਹ ਟੀਚਰ, ਉਹ ਟੀਚਰ, ਹੈੱਡ ਮਾਸਟਰ, ਪ੍ਰਿੰਸੀਪਲ, ਹੈ ਨਾ। ਉਂਝ ਹੀ ਅਸੀਂ ਇੱਥੇ ਵੀ ਟਾਈਪ ਆਫ ਟਰੇਡਰ ਨੇ। ਕੌਣ ਕਿੱਦਾਂ ਦੀ ਪਰਸਨੈਲਿਟੀ ਸੂਟ ਕਰ ਰਿਹਾ, ਉੱਦਾਂ ਦੀ ਉਹ ਟੈਕਨੀਕ ਅਪਣਾ ਸਕਦਾ। ਸੋ ਦਿਸ ਇਜ਼ ਗੁੱਡ। ਸੋ ਸੈਕਿੰਡ ਚੈਪਟਰ, ਸੈਕਿੰਡ ਸਿਲੇਬਸ ਦੀ ਗੱਲ ਆਪਾਂ ਸੈਕਿੰਡ ਸੈਸ਼ਨ 'ਚ ਹੀ ਕਰਾਂਗੇ। ਸੋ ਇਹ ਰੂਲਸ ਨੇ ਪੰਜਾਬੀ 'ਚ, ਤੁਹਾਨੂੰ ਗਰੁੱਪ 'ਚ ਪਾਏ ਹੋਣੇ, ਆਈ ਥਿੰਕ ਸਾਰਿਆਂ ਨੇ ਪੜ੍ਹੇ ਵੀ ਹੋਣੇ। ਜੇ ਕਿਸੇ ਨੇ ਨਹੀਂ ਪੜ੍ਹਿਆ ਹੱਥ ਖੜਾ ਕਰੋ, ਤੁਹਾਨੂੰ ਅਸੀਂ ਅੱਜ ਫੇਰ ਪਾ ਦਾਂਗੇ ਗਰੁੱਪ 'ਚ, ਓਕੇ। ਸਾਰਿਆਂ ਨੇ ਪੜ੍ਹਿਆ ਜੀ? ਜੇ ਸਾਰਿਆਂ ਨੇ ਪੜ੍ਹਿਆ ਤਾਂ ਹੱਥ ਖੜਾ ਆਪਣੇ ਥੰਬਸ ਅਪ ਕਰ ਸਕਦੇ ਹੋ, ਓਕੇ। ਰਣਜੀਤ ਸਿੰਘ, ਓਕੇ, ਗੁੱਡ। ਥੰਬਸ ਅਪ ਕਰਨਾ ਜੀ, ਹੱਥ ਖੜਾ ਨਹੀਂ ਕਰਨਾ। ਰਣਜੀਤ ਸਿੰਘ ਜੀ, ਓਕੇ। ਚਲੋ ਜੇ ਕਿਸੇ ਨੇ ਨਹੀਂ ਪਤਾ ਤਾਂ ਸਾਨੂੰ ਪੁੱਛ ਸਕਦੇ ਹੋ। ਇਹ ਸਾਰਿਆਂ ਕੋਲ ਹੈਗੀ ਹੈ ਬੇਸਿਕ, ਜਿਹੜੀ ਹੈ ਸਾਹਮਣੇ ਤੁਹਾਡੇ ਖੁੱਲੀ ਹੈ ਇਸ ਵੇਲੇ। ਡੈਫੀਨੇਸ਼ਨਸ ਫੋਰੈਕਸ ਹੈ ਕੀ, ਇਹਦੀ ਡੈਫੀਨੇਸ਼ਨ ਕੀ ਹੈ, ਅਸੀਂ ਇਹ ਕਿਹੜੀ ਟਰਮਸ ਯੂਜ਼ ਕਰਦੇ ਹੈ, ਓਕੇ। ਸੋ ਓਕੇ, ਲੈਟਸ ਗੋ ਹੈਡ ਦੈਨ। ਸੋ ਇਹ ਪਾਸੇ ਟਰਮਸ ਹੈ ਅਤੇ ਉਹਦਾ ਮਤਲਬ ਹੈ ਪੰਜਾਬੀ 'ਚ ਲਿਖਿਆ ਹੋਇਆ ਆਪਾਂ ਨੇ ਕਿ ਸਟਾਪ ਲੋਸ ਕਿਹਨੂੰ ਕਹਿੰਦੇ ਆ, ਫੋਰੈਕਸ, ਕੈਪੀਟਲ, ਪਿਪ, ਸਪਰੇਡ। ਤੁਸੀਂ ਰੱਟਾ ਮਾਰਨਾ ਹੈ, ਠੀਕ ਹੈ, ਜਿਵੇਂ 2 ਦੂਣੀ 4 ਸਿੱਖਿਆ ਹੁੰਦਾ ਬਚਪਨ 'ਚ, ਰੱਟਾ ਮਾਰ ਕੇ ਖੜੇ ਹੋ ਕੇ ਇਹ ਸਿੱਖਣਾ ਹੈ ਤੁਸੀਂ, ਤਾਂ ਕਿ ਤੁਹਾਨੂੰ ਇਹ ਟਰਮ ਤੁਹਾਨੂੰ ਲਾਈਫ ਟਾਈਮ ਤੁਹਾਡੀ ਟ੍ਰੇਡਿੰਗ 'ਚ ਯੂਜ਼ ਹੋਣੀ ਹੈ। ਉੱਥੇ ਅਸੀਂ ਕਨਫਿਊਜ਼ ਨਹੀਂ ਹੋਣਾ ਆਪਣੇ ਆਪ 'ਚ, ਠੀਕ ਹੈ ਜੀ। ਇਹ ਸਾਡੀ ਵੈਬਸਾਈਟ 'ਤੇ ਵੀ ਅਵੇਲੇਬਲ ਹੈ ਸਾਰੀਆਂ ਪੰਜਾਬੀ 'ਚ। ਸਾਡੀ ਵੈਬਸਾਈਟ ਤੁਸੀਂ ਕਨਵਰਟ ਕਰ ਸਕਦੇ ਹੋ, ਉੱਥੇ ਵੀ ਜ਼ਰੂਰ ਜਾਓ, ਦੇਖੋ, ਪੜ੍ਹੋ, ਸੁਣੋ। ਉੱਥੇ ਜੋ ਵੀ ਹੈਗਾ ਵੀਡੀਓਜ਼ ਜਾਂ ਬੁੱਕਸ ਹੈਗੀਆਂ, ਆਰਟੀਕਲਸ ਪੜ੍ਹੋ, ਓਕੇ। ਸੋ ਬਲਦੇਵ ਸਿੰਘ ਜੀ, ਨਾਓ ਯੂ ਟੇਕ ਓਵਰ, ਪਲੀਜ਼ ਐਕਸਪਲੇਨ ਵਾਟ ਇਜ਼ ਫੋਰੈਕਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਆਵਾਜ਼ ਪਿੱਛੇ ਸਾਊਂਡ ਕਲੀਅਰ ਹੋਣੀ ਚਾਹੀਦੀ ਹੈ ਕਿਉਂਕਿ ਰਿਕਾਰਡਿੰਗ ਹੋ ਰਹੀ ਹੈ ਸੈਸ਼ਨ ਦੀ। ਜੀ ਜੀ ਆਵਾਜ਼ ਆ ਰਹੀ ਹੈ ਵੀਰ ਜੀ? ਕਲੀਅਰ ਆ ਰਹੀ ਹੈ ਆਵਾਜ਼? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਤੇ ਫਤਿਹ। ਹਾਂਜੀ, ਤੇ ਫੋਰੈਕਸ ਦੇ ਨਾਲ ਆਪਾਂ ਕੀ ਸਮਝਦੇ ਹਾਂ? ਫੋਰੈਕਸ ਕੀ ਹੈਗਾ? ਜਿਵੇਂ ਕੋਈ ਵੀ ਦੱਸ ਸਕਦਾ ਫੋਰੈਕਸ ਕਿਸ ਦੋ ਵਰਡ ਤੋਂ ਬਣਿਆ ਹੈ? ਕਿਹੜੇ ਦੋ ਵਰਡ ਨੇ ਜਿਹੜੇ ਮਿਲ ਕੇ ਫੋਰੈਕਸ ਬਣਦਾ ਹੈ? ਕੋਈ ਵੀ ਦੱਸ ਸਕਦਾ ਹੈ? ਹਾਂਜੀ ਰਣਜੀਤ ਸਿੰਘ ਜੀ ਹਾਂਜੀ ਬਿਲਕੁਲ। ਫੋਰਨ ਐਕਸਚੇਂਜ ਜਿਵੇਂ ਦੋ ਕੰਟਰੀਜ਼ ਹੁੰਦੀਆਂ ਨੇ, ਜਿਵੇਂ ਇੰਡੀਆ ਹੋ ਗਈ ਜਾਂ US ਹੋ ਗਈ, ਜਿਹੜੇ ਆਪਸ ਦੇ ਵਿੱਚ ਜਿਹੜੇ ਜੋ ਵੀ ਕਾਰੋਬਾਰ ਕਰਦੇ ਨੇ, ਜੋ ਵੀ ਐਕਸਚੇਂਜ ਹੁੰਦਾ ਹੈ ਉਹਨੂੰ ਫੋਰੈਕਸ ਕਹਿੰਦੇ ਨੇ। ਫੋਰੈਕਸ ਕਰੰਸੀ ਹੁੰਦੀ ਹੈ, ਕਰੰਸੀ ਦੇ ਵਿੱਚ ਉਹ ਐਕਸਚੇਂਜ ਕਰਦੇ ਨੇ, ਉਹਨੂੰ ਫੋਰੈਕਸ ਐਕਸਚੇਂਜ ਕਹਿੰਦੇ ਨੇ। ਅਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਦੋਂ ਪੂਰੇ ਵਰਲਡ ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਕਰੰਸੀ ਜਿਹੜੀ ਟ੍ਰੇਡ ਹੁੰਦੀ ਹੈ ਪੂਰੇ ਵਰਲਡ ਦੇ ਵਿੱਚ, ਉਹ ਹੁੰਦੀ ਹੈ ਯੂਰੋਜ਼ ਦੀ। ਜਿਵੇਂ ਇੱਥੇ ਲਿਖਿਆ ਹੈ ਕਰੰਸੀ ਟ੍ਰੇਡ ਅਗੇਂਸਟ ਈਚ ਅਦਰ ਐਟ ਐਕਸਚੇਂਜ। ਤੁਹਾਡੀ ਆਵਾਜ਼ ਦੇ ਪਿੱਛੇ ਨੋਇਜ਼ ਬਹੁਤ ਜ਼ਿਆਦਾ ਹੈ। ਆਈ ਥਿੰਕ ਸਾਰੇ ਇਹ ਪ੍ਰੋਬਲਮ ਫੇਸ ਕਰ ਰਹੇ ਹੈ। ਠੀਕ ਹੈ, ਸੋ ਲੈਟ ਮੀ ਟੇਕ ਓਵਰ ਅੰਟਿਲ ਯੂ ਫਿਕਸ ਦਾ ਇਸ਼ੂ ਬਲਦੇਵ ਸਿੰਘ ਜੀ। ਠੀਕ ਹੈ, ਸੋਰੀ ਕਿਉਂਕਿ ਬਿਲਕੁਲ ਕਲੀਅਰ ਨਹੀਂ, ਮੈਨੂੰ ਤਾਂ ਨਹੀਂ ਸੁਣ ਰਿਹਾ, ਬਾਕੀ ਨੂੰ ਸਾਰਿਆਂ ਨੂੰ ਤੁਹਾਨੂੰ ਲੱਗ ਰਿਹਾ ਕਿ ਇੰਟਰਪਸ਼ਨ ਹੋ ਰਹੀ ਹੈ ਬਹੁਤ ਜ਼ਿਆਦਾ ਬੈਕ ਸਾਈਡ 'ਚ। ਓਕੇ, ਸੋ ਫੋਰੈਕਸ ਕੀ ਹੈ? ਫੋਰੈਕਸ ਬਾਰੇ ਗੱਲ ਕਰਦੇ ਹਾਂ। ਫੋਰੈਕਸ ਹੈਗੀ ਹੈ ਫੋਰਨ ਐਕਸਚੇਂਜ। ਫੋਰਨ ਐਕਸਚੇਂਜ ਕੀ ਹੁੰਦੀ ਸਾਰਿਆਂ ਨੂੰ ਪਤਾ ਹੀ ਹੈ। ਤੁਹਾਨੂੰ ਬਾਹਰੋਂ ਤੁਹਾਡਾ ਕੋਈ ਨਾ ਕੋਈ ਰਿਲੇਟਿਵ ਗਿਆ ਹੋਏਗਾ, ਹੈ ਨਾ, ਤੁਹਾਨੂੰ ਪੈਸੇ ਭੇਜਦੇ ਨੇ ਬਾਹਰੋਂ ਉਹ। ਅਤੇ ਤੁਸੀਂ ਜਿਵੇਂ ਇੱਥੋਂ ਤੁਸੀਂ ਕੈਨੇਡਾ ਗਏ, ਸਾਡੇ ਕੋਲ ਪੜੋਸੀ ਸਾਡੇ ਬੱਚੇ, ਤੁਹਾਡੇ ਕੋਲ ਰੁਪਏ ਪਏ ਨੇ 20-30 ਲੱਖ ਰੁਪਏ, ਤੁਸੀਂ ਉਹਨੂੰ ਕਨਵਰਟ ਕਰਨਾ ਹੈ ਕੈਨੇਡੀਅਨ ਡਾਲਰ ਵਿੱਚ ਜਾਂ ਅਮਰੀਕਨ ਡਾਲਰ ਵਿੱਚ। ਜਿਹੜੀ ਕੰਟਰੀ 'ਚ ਜਾ ਰਹੇ ਹੋ ਉਸ ਕੰਟਰੀ 'ਚ ਤੁਹਾਡੀ ਕਰੰਸੀ ਇੰਡੀਆ ਦੀ ਨਹੀਂ ਚੱਲੇਗੀ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਵੈਸਟਰਨ ਯੂਨੀਅਨ ਮਨੀ ਜਾਂਦੇ ਹਾਂ, ਅਸੀਂ ਬੈਂਕ ਚਲ ਜਾਂਦੇ ਹਾਂ, ਅਸੀਂ ਪੋਸਟ ਆਫਿਸ ਚਲ ਜਾਂਦੇ ਹਾਂ, ਉੱਥੇ ਕਹਿੰਦੇ ਭਾਈ ਮੈਨੂੰ ਇੰਨੇ ਡਾਲਰ ਦੇ ਦੇ। ਠੀਕ ਹੈ, ਸੋ ਉਹ ਕੀ ਕਰੇਗਾ, ਸਕਰੀਨ ਚੈੱਕ ਕਰੇਗਾ ਅੱਜ ਦਾ ਕੀ ਰੇਟ ਚੱਲ ਰਿਹਾ ਡਾਲਰ ਦਾ ਅਤੇ ਇੰਡੀਅਨ ਰੁਪੀਜ਼ ਦਾ ਆਪਸ ਕੀ ਰੇਟ ਹੈ ਨਾ, ਕਿੰਨੇ 'ਚ ਮਤਲਬ ਰੁਪਈਆ ਵਿਕ ਰਿਹਾ ਡਾਲਰ ਦੇ ਮੁਕਾਬਲੇ, 1 ਰੁਪਏ ਦੇ ਕਿੰਨੇ ਬਣਦੇ ਹੈ ਨਾ। ਇਹ ਜਿਹੜਾ ਰੇਟ ਹੈਗਾ ਇਹ ਪਲ ਚੇਂਜ ਹੁੰਦਾ ਹੈ। ਓਕੇ, ਲੇਕਿਨ ਸਟੈਂਡਰਡ ਹੈ ਕਿ 5 ਮਿੰਟ ਦਾ ਜਿਹੜਾ ਹੈਗਾ ਉਹ ਪ੍ਰੀਵੀਅਸ ਰੇਟ ਜਿਹੜਾ ਹੈਗਾ ਉਹ ਫੋਰੈਕਸ ਤੁਹਾਨੂੰ ਉਹ ਜਿਹੜਾ ਏਜੰਟ ਹੈਗਾ ਜਿਹਨੂੰ ਅਸੀਂ ਬ੍ਰੋਕਰ ਕਹਿ ਦਿੰਦੇ, ਦਲਾਲ ਕਹਿ ਦਿੰਦੇ, ਜਿਹੜਾ ਬੈਠਾ ਏਜੰਸੀ ਲੈ ਕੇ ਵੈਸਟਰਨ ਯੂਨੀਅਨ ਮਨੀ ਦੀ, ਐਕਸਚੇਂਜ ਦੀ, ਜਾਂ ਥੋਮਸ ਕੁੱਕ ਹੋ ਗਿਆ, ਜਾਂ ਤੁਹਾਡੀ ਕਿੰਨੀਆਂ ਸਰਵਿਸਿਜ਼ ਹੈਗੇ ਹੈ ਨਾ। ਸੋ ਉਹ ਕੀ ਕਰਦੇ ਨੇ, ਤੁਹਾਨੂੰ ਉਹ ਤੁਹਾਡੇ ਰੁਪਏ ਲੈ ਕੇ ਰੇਟ ਦੇ ਹਿਸਾਬ ਨਾਲ ਤੁਹਾਨੂੰ ਉਹ ਡਾਲਰ ਦੇ ਦਿੰਦੇ ਨੇ। ਓਕੇ, ਸੋ ਹੋਇਆ ਕਿ ਹੁਣ ਤੁਹਾਨੂੰ ਲੋੜ ਕਿਉਂ ਪਈ ਫੋਰੈਕਸ ਦੀ? ਇਹ ਤਾਂ ਤੁਹਾਡੇ ਛੋਟੇ ਲੈਵਲ ਦੀ ਗੱਲ ਹੋ ਗਈ ਕਿ ਤੁਸੀਂ ਜਦੋਂ ਵੀ ਕੋਈ ਕਰੰਸੀ ਲੈਣੀ ਹੈਗੀ ਹੈ ਨਾ, ਤੁਹਾਨੂੰ ਆਪਣੀ ਕਰੰਸੀ ਦੇਣੀ ਹੈ ਤਾਂ ਉਹ ਰੇਟ ਚੇਂਜ ਹੁੰਦਾ। ਉਹ ਰੇਟ ਕੌਣ ਡਿਸਾਈਡ ਕਰਦਾ ਕਿ ਅੱਜ ਜੀ 82 ਹੋ ਗਿਆ ਡਾਲਰ, ਅੱਜ 83 ਹੋ ਗਿਆ, ਅੱਜ 80 ਹੋ ਗਿਆ, ਅੱਜ 79 ਹੋ ਗਿਆ। ਸੇਮ ਡੇ, ਈਵਨ ਕਿ 5 ਮਿੰਟ ਬਾਅਦ ਤੁਸੀਂ ਜਾਓਗੇ ਨਾ ਸੇਮ ਏਜੰਟ ਕੋਲ, ਉਹ ਵੀ ਰੇਟ ਡਿਫਰੈਂਟ ਹੋ ਜਾਏਗਾ ਐਕਸਚੇਂਜ ਦਾ। ਸੋ ਉਹਨੂੰ ਫੋਰੈਕਸ ਕਹਿੰਦੇ ਆ ਕਿ ਜਦੋਂ ਪੂਰੇ ਵਰਲਡ ਦੀ ਕਰੰਸੀ ਇੱਕ ਦੂਜੇ ਨਾਲ ਜਦੋਂ ਖਰੀਦ ਫਰੋਖਤ ਕਰਦੀਆਂ, ਸਿਰਫ ਕਰੰਸੀ। ਠੀਕ ਹੈ ਜੀ, ਆਪਸ ਦੇ ਵਿੱਚ ਤੁਸੀਂ ਰੁਪਈਆ ਦੇ ਕੇ ਡਾਲਰ ਲਿਆ, ਤੁਸੀਂ ਡਾਲਰ ਦੇ ਕੇ ਰੁਪਈਆ ਲੈ ਲਿਆ, ਤੁਸੀਂ ਇੰਗਲੈਂਡ ਦਾ ਪਾਊਂਡ ਦੇ ਕੇ ਡਾਲਰ ਲੈ ਲਿਆ, ਹੈ ਨਾ, ਕਿਉਂਕਿ ਇੰਗਲੈਂਡ ਵਾਲਿਆਂ ਨੇ ਤਾਂ ਪਾਊਂਡ ਹੀ ਦੇਣਾ ਨਾ, ਉਹਨਾਂ ਕੋਲ ਤਾਂ ਇੰਡੀਅਨ ਰੁਪੀਜ਼ ਨਹੀਂ ਹੈ। ਸੋ ਇੰਝ ਤੁਸੀਂ ਜਦੋਂ ਆਪਸ ਦੇ ਵਿੱਚ ਇੱਕ ਵੱਡੇ ਲੈਵਲ 'ਤੇ ਤੁਸੀਂ ਮਤਲਬ ਜਿਹੜਾ ਹੈਗਾ ਆਪਣੇ ਲੈਵਲ 'ਤੇ ਕੀਤਾ, ਉਹ ਫੋਰੈਕਸ ਹੋ ਗਿਆ। ਲੇਕਿਨ ਫੋਰੈਕਸ ਸਿਰਫ ਤੁਹਾਡੇ ਲੈਵਲ 'ਤੇ ਨਹੀਂ ਹੁੰਦਾ। ਤੁਸੀਂ $1000, $5000, $10,000 ਜਿਹੜਾ ਹੈਗਾ ਉਹ ਰਿਸੀਵ ਕੀਤਾ, ਆਪਣੇ ਰੁਪੀਜ਼ ਕਨਵਰਟ ਕੀਤਾ। ਲੇਕਿਨ ਹੁਣ ਤੁਸੀਂ ਵੱਡੇ ਲੈਵਲ ਦੀ ਗੱਲ ਕਰੋ, ਇੰਡੀਆ ਨੇ ਅਮਰੀਕਾ ਦੇ ਨਾਲ ਬਿਜ਼ਨਸ ਕਰਨਾ ਹੈ, ਇੰਡੀਆ ਨੇ ਕੈਨੇਡਾ ਦੇ ਨਾਲ ਬਿਜ਼ਨਸ ਕਰਨਾ ਹੈ, ਫਿਰ ਕੀ ਹੋਏਗਾ? ਫਿਰ ਕਿਆ ਉਹ $1000 ਨਾਲ ਉਹਦਾ ਸਰਜੇਗਾ? ਉਹ ਕੀ ਕਹੇਗਾ, ਮੈਨੂੰ $5 ਬਿਲੀਅਨ ਚਾਹੀਦਾ। ਉਹ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਕਹੇਗਾ, ਜਿੱਥੇ ਬੈਂਕ ਇਨਵੋਲਵ ਹੋ ਜਾਂਦੇ ਫਿਰ, ਕਿ ਮੇਰੇ ਲਈ $5 ਬਿਲੀਅਨ ਅਰੇਂਜ ਕਰਕੇ ਦਿਓ। ਜੇ ਤਾਂ ਉਹ RBI ਕੋਲ ਪਿਆ ਹੋਇਆ ਪਹਿਲਾਂ ਹੀ, ਜਿਹਨੂੰ ਅਸੀਂ ਫੋਰਨ ਰਿਜ਼ਰਵ ਕਹਿ ਦਿੰਦੇ ਆ, ਫਿਰ ਤਾਂ ਉਹ ਇੰਡੀਆ ਨੂੰ ਆਪਣੀ ਗੌਰਮੈਂਟ ਨੂੰ ਦੇ ਦੇਗਾ ਵੀ ਚਲੋ ਕਰੋ, ਤੁਸੀਂ ਟ੍ਰੇਡ ਕਰੋ ਉਹਨਾਂ ਨਾਲ। ਠੀਕ ਹੈ, ਅਮਰੀਕਨ ਦੇ ਨਾਲ ਜਾਂ ਕੈਨੇਡੀਅਨ ਦੇ ਨਾਲ। ਨਹੀਂ ਕੀ ਕਰੇਗਾ ਉਹ ਫੋਰੈਕਸ ਮਾਰਕੀਟ 'ਚ ਜਾ ਕੇ, ਔਨਲਾਈਨ ਜਾ ਕੇ ਬੁਕਿੰਗ ਕਰੇਗਾ ਕਿ ਮੈਨੂੰ ਇੰਨੇ ਬਿਲੀਅਨ ਟ੍ਰਿਲੀਅਨ ਡਾਲਰ ਚਾਹੀਦੇ, ਫਿਰ ਉਹ ਇੰਡੀਅਨ ਰੁਪੀਜ਼ ਦੇ ਕੇ ਡਾਲਰ ਲਏਗਾ। ਠੀਕ ਹੈ, ਇਹਨੂੰ ਕਹਿੰਦੇ ਨੇ ਫੋਰੈਕਸ ਐਕਸਚੇਂਜ। ਇਹਦੇ 'ਚ ਵੱਡੇ ਵੱਡੇ ਬੈਂਕਸ, ਕੰਟਰੀ ਵੀ ਇਨਵੋਲਵ ਹੁੰਦੀ ਹੈ, ਕੰਟਰੀ ਦੇ ਬਿਹਾਫ 'ਤੇ ਬੈਂਕਸ ਇਨਵੋਲਵ ਹੁੰਦੇ ਨੇ। ਸੋਰੀ, ਸੋ ਵੱਡੇ ਵੱਡੇ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਦਾ ਜਿਵੇਂ ਬਰਕਲੇ ਹੋ ਗਿਆ ਹੈ ਨਾ, ਲੇਮੈਨ ਹੋ ਗਏ ਨੇ ਇੱਦਾਂ ਦੇ। ਸੋ ਇਹ ਜਿਹੜੇ ਵੱਡੇ ਵੱਡੇ ਇੰਸਟੀਟਿਊਸ਼ਨਸ ਨੇ ਇਹ ਵੀ ਟ੍ਰੇਡ ਕਰਦੇ ਨੇ। ਪ੍ਰੋਫਿਟ ਕੀ ਹੁੰਦਾ ਇਹਨਾਂ ਨੂੰ, ਤਾਂ ਇਹਨਾਂ ਨੇ ਜਿਹੜਾ ਹੈਗਾ ਉਹ 82 ਦਾ ਲੈ ਕੇ ਨਾ 83 ਦਾ ਦੇਣਾ ਅੱਗੇ। ਠੀਕ ਹੈ,
ਸੋ ਤੁਹਾਨੂੰ ਘੱਟ ਰੇਟ ਦੇਣਾ, ਤੁਹਾਡੇ ਜ਼ਿਆਦਾ ਲੈਣਾ ਹੈ ਨਾ। ਜਿਵੇਂ ਤੁਸੀਂ ਜੇ ਸੁਨਿਆਰੇ ਨੂੰ ਸੋਨਾ ਦਿਓ ਤਾਂ ਤੁਹਾਡੇ ਘੱਟ ਦੇਗਾ, ਤੁਸੀਂ ਉਹਨੂੰ ਪੁੱਛੋ ਭਾਅ ਜੀ ਮੈਨੂੰ ਵਾਪਸ ਦੇ 2 ਮਿੰਟ ਬਾਅਦ, ਉਹ ਕਹਿੰਦਾ ਨਹੀਂ ਜੀ ਇੰਨਾ ਰੇਟ ਜਿਹੜਾ ਹੈਗਾ ਇਹ ਲੱਗਣਾ ਤੁਹਾਨੂੰ, ਠੀਕ ਹੈ। ਇਹ ਬਣਾਈ ਬਣੂਈ ਸਾਰੀ ਮਤਲਬ ਫ਼ਰਕ ਪੈ ਜਾਂਦਾ ਰੇਟ 'ਚ ਕਹਿਣ ਦਾ। ਸੋ ਫਰੈਕਸ ਵੀ ਇੱਦਾਂ ਹੀ ਹੁੰਦਾ ਹੈ, ਇਹ ਉਹਨਾਂ ਦੀ ਜਿਹੜਾ ਮੁਨਾਫਾ ਹੁੰਦਾ ਹੈ, ਠੀਕ ਹੈ। ਸੋ ਫਰੈਕਸ ਹੁਣ ਤੱਕ ਸਾਰਿਆਂ ਨੂੰ ਸਮਝ ਆ ਗਿਆ ਸਿੰਪਲ ਭਾਸ਼ਾ ਦੇ ਵਿੱਚ ਫਰੈਕਸ ਹੈ ਕੀ। ਤੁਸੀਂ ਬੋਲ ਵੀ ਸਕਦੇ ਹੋ, ਅਦਰਵਾਈਜ਼ ਮੈਨੂੰ ਲੱਗੇਗਾ ਕਿ ਇਕੱਲਾ ਮੈਂ ਹੀ ਬੋਲ ਰਿਹਾ, ਮੇਰਾ ਨੈੱਟ ਬੰਦ ਹੋ ਗਿਆ ਅਤੇ ਮੈਂ ਇਕੱਲਾ ਹੀ ਇੱਥੇ ਰਿਕਾਰਡ ਕਰ ਰਿਹਾ ਹੈ ਨਾ। ਸੋ ਪਲੀਜ਼। ਹਾਂਜੀ ਵੀਰ ਜੀ ਸਮਝ ਆ ਗਿਆ ਫੋਰੈਕਸ ਕੀ ਹੈ। ਓਕੇ ਗੁੱਡ। ਸੁਖਵਿੰਦਰ ਸਿੰਘ ਜੀ ਤੁਸੀਂ ਜੀ ਬਿਲਕੁਲ ਆ ਗਿਆ ਜੀ ਸਰ। ਤੁਹਾਡੇ ਪਿੱਛੇ ਇਕੋ ਆ ਰਹੀ ਹੈ ਸੁਖਵਿੰਦਰ ਸਿੰਘ ਜੀ ਦੇ ਬੈਕ ਸਾਈਡ 'ਚ, ਸੋ ਥੋੜ੍ਹਾ ਜਿਹਾ ਇਹਨੂੰ ਵੀ ਐਡਜਸਟ ਕਰੋ। ਸੋ ਕਿੰਨੀ ਵੱਡੀ ਹੈਗੀ ਹੈ ਫਰੈਕਸ ਮਾਰਕੀਟ? ਇਹ ਕੋਈ 5-10 ਲੱਖ 1000 ਕਰੋੜ ਦੀ ਨਹੀਂ ਹੈਗੀ, $7 ਟ੍ਰਿਲੀਅਨ ਹਰ ਰੋਜ਼ ਫਰੈਕਸ ਮਾਰਕੀਟ ਆਪਸ ਦੇ ਵਿੱਚ ਇਸ ਪਲੇਟਫਾਰਮ 'ਤੇ, ਇਸ ਪੈਸੇ ਦੀ ਮੰਡੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਜਿਵੇਂ ਸਬਜ਼ੀ ਦੀ ਮੰਡੀ ਹੁੰਦੀ ਨਾ, $7.7 ਟ੍ਰਿਲੀਅਨ ਦੀ ਐਵਰੇਜ ਡੇਲੀ ਦੀ 24 ਘੰਟੇ ਫਰੈਕਸ ਮਾਰਕੀਟ ਕੰਮ ਕਰਦੀ ਹੈਗੀ ਹੈ। ਸੋ ਇਹ ਇੰਨੀ ਕੁ ਵੱਡੀ ਮਾਰਕੀਟ ਹੈ ਕਿ ਇਹ ਪੈਸੇ ਨਾਲ ਇੰਡੀਆ ਦੀ ਜਿਹੜੀ GDP ਹੈਗੀ ਹੈ ਉਹ ਹੈਗੀ ਹੈ $3 ਟ੍ਰਿਲੀਅਨ। ਮੋਦੀ ਦਾ ਟਾਰਗੇਟ ਹੈ ਕਿ ਅਸੀਂ 2025 ਤੱਕ ਜਾਂ 24 ਤੱਕ ਅਸੀਂ $5 ਟ੍ਰਿਲੀਅਨ ਦੀ ਇਕੋਨਮੀ ਬਣਾਉਣਾ ਹੈ। ਸਾਲ ਦੀ ਪੂਰੀ ਕਮਾਈ, ਪ੍ਰੋਡਕਟੀਵਿਟੀ, GDP ਗਰੋਸ ਡੋਮੈਸਟਿਕ ਪ੍ਰੋਡਕਟ ਜਿਹੜਾ ਹੈਗਾ ਇੰਡੀਆ ਦਾ ਉਹ 3 ਟ੍ਰਿਲੀਅਨ ਹੈ। ਮਤਲਬ ਡੇਲੀ ਇਸ ਪੈਸੇ ਨਾਲ ਇੰਡੀਆ ਨੂੰ 2 ਵਾਰ ਵੇਚਿਆ ਅਤੇ ਖਰੀਦਿਆ ਜਾ ਸਕਦਾ ਹੈ। ਇੰਨੀ ਵੱਡੀ ਹੈ ਇਕੋਨਮੀ, ਮਤਲਬ ਵੋਲੀਅਮ ਹੈਗਾ ਇਹਦਾ ਡੇਲੀ ਦਾ 22 ਘੰਟੇ 'ਚ, ਕਿਉਂਕਿ 2 ਘੰਟੇ ਮਾਰਕੀਟ ਬੰਦ ਰਹਿੰਦੀ ਹੈ। ਓਕੇ, ਇਹਦੇ 'ਚ ਵਰਲਡ ਦੇ ਸਾਰੇ ਕੰਟਰੀਜ਼ ਇਨਵੋਲਵ ਹੁੰਦੇ, ਕਿਉਂਕਿ ਹਰ ਕੰਟਰੀ ਨੂੰ ਦੂਜੇ ਕੰਟਰੀ ਦੇ ਨਾਲ ਵਪਾਰ ਕਰਨ ਲਈ ਉਹ ਦੂਜੇ ਕੰਟਰੀ ਦੀ ਕਰੰਸੀ ਚਾਹੀਦੀ ਹੈ। ਲੇਕਿਨ ਇੱਕ ਕਾਮਨ ਕਰੰਸੀ ਵੀ ਹੈਗੀ ਹੈ ਜਿਹਨੂੰ ਮੋਸਟਲੀ ਸਾਰੇ ਐਕਸੈਪਟ ਕਰ ਲੈਂਦੇ ਵੀ ਭਾਈ ਠੀਕ ਹੈ ਤੇਰੇ ਕੋਲ ਨਿਊਜ਼ੀਲੈਂਡ ਡਾਲਰ ਨਹੀਂ ਹੈਗੇ, ਨਿਊਜ਼ੀਲੈਂਡ ਵਾਲੇ ਕਹਿ ਰਹੇ ਸਾਨੂੰ ਤੁਸੀਂ ਡਾਲਰ ਹੀ ਦੇ ਦਿਓ ਅਮਰੀਕਨ, ਕਿਉਂਕਿ ਉਹ ਸਾਨੂੰ ਵੀ ਸਾਡਾ ਹੋਰ ਪਾਸੇ ਚੱਲ ਜਾਏਗਾ ਕਿਤੇ, ਠੀਕ ਹੈ। ਸੋ ਇੰਜ ਵੀ ਜਿਹੜਾ ਹੈਗਾ ਉਹ ਡਾਲਰ ਜਿਹੜਾ US ਡਾਲਰ ਹੈਗਾ ਉਹ ਡੋਮੀਨੇਟ ਕਰਦਾ ਹੈ। US ਡਾਲਰ ਇੱਕ ਕਾਮਨ ਕਰੰਸੀ ਹੈਗੀ ਹੈ ਵਰਲਡ ਦੀ। ਆਇਲ ਦਾ ਅਤੇ ਗੋਲਡ ਦੀ ਜਿਹੜੀ ਟ੍ਰੇਡ ਹੈਗੀ ਆ ਉਹ ਸਪੈਸ਼ਲੀ ਡਾਲਰ 'ਚ ਹੁੰਦੀ ਹੈ। ਸ਼ਿਪਿੰਗ ਜਿੰਨੀ ਵੀ ਹੁੰਦੀ ਹੈ ਡਾਲਰ 'ਚ ਹੁੰਦੀ ਹੈ। ਇਸ ਕਰਕੇ ਡਾਲਰ ਜਿਹੜਾ ਹੈਗਾ ਉਹ ਦੁਨੀਆ ਦਾ ਬਾਦਸ਼ਾਹ ਮੰਨਿਆ ਜਾਂਦਾ ਅਮਰੀਕਾ ਨੂੰ ਡਾਲਰ ਕਰਕੇ, ਠੀਕ ਹੈ ਜੀ। ਸੋ ਕਿਉਂਕਿ ਵਰਲਡ ਦੇ ਵਿੱਚ ਹਰ ਕੰਟਰੀ ਨਾਲ ਦੂਜੀ ਕੰਟਰੀ ਦੇ ਨਾਲ ਟ੍ਰੇਡ ਕਰਨੀ, ਟ੍ਰੇਡ ਤਾਂ ਇੰਜ ਵੀ ਕਰਨੀ ਕਿ ਬੇਸ਼ੱਕ ਚਾਈਨਾ ਇੰਡੀਆ ਨੂੰ ਜਿੰਨਾ ਮਰਜ਼ੀ ਅੱਖਾਂ ਦਿਖਾਉਂਦਾ ਰਹੇ, ਲੇਕਿਨ ਟ੍ਰੇਡ ਉਹਨਾਂ ਦੀ ਕੋਈ ਕਦੇ ਵੀ $1 ਵੀ ਘੱਟ ਨਹੀਂ ਹੋਈ, ਹੈ ਨਾ। ਉਹ ਬੜੀ ਸਟ੍ਰੈਸ ਦਿੰਦੇ ਨੇ, ਬੜੀ ਬਿਆਨਬਾਜ਼ੀਆਂ ਕਰਦੇ ਆਪਸ ਵਿੱਚ, ਇਹ ਕਰ ਦਾਂਗੇ ਉਹ ਕਰ ਦਾਂਗੇ, ਹੈ ਨਾ। ਉਹ ਫੌਜ ਲਾ ਕੇ ਬੈਠਾ, ਇਹ ਫੌਜ ਲਾ ਕੇ ਬੈਠਾ, ਬੜੀ ਟੈਨਸ਼ਨ ਹੈ ਦੋਨੇ ਕੰਟਰੀਆਂ ਦੇ ਵਿੱਚ, ਲੇਕਿਨ ਟ੍ਰੇਡ ਫਿਰ ਵੀ ਹੋ ਰਹੀ, ਵੱਧ ਰਹੀ ਹੈ ਉਲਟੀ, ਟ੍ਰੇਡ ਖਤਮ ਨਹੀਂ ਹੋ ਰਹੀ ਦੋਨਾਂ 'ਚ। ਕਿਉਂਕਿ ਅੱਜ ਕੱਲ੍ਹ ਕੋਈ ਵਰਲਡ ਦੇ ਵਿੱਚ ਕਿਸੇ ਵੀ ਕੰਟਰੀ ਦਾ ਕੰਪਲੀਟ ਬਾਈਕਾਟ ਨਹੀਂ ਕਰ ਸਕਦਾ। ਇਹ ਅੱਜ ਦੀ ਇੱਕ ਇੰਟਰਨੈਸ਼ਨਲ ਕਮਿਊਨਿਟੀ ਦੀ ਖਾਸੀਅਤ ਹੈਗੀ ਹੈ। ਓਕੇ, ਸੋ ਚਾਈਨਾ ਨਾਲ ਵਿਰੋਧ ਹੋਣ ਦੇ ਬਾਵਜੂਦ ਵੀ ਇੰਡੀਆ ਬਹੁਤ ਜ਼ਿਆਦਾ ਬਿਜ਼ਨਸ ਇੰਪੋਰਟ ਚਾਈਨਾ ਤੋਂ ਕਰਦਾ ਹੈ। ਕਿੰਨਾ ਹੀ ਜ਼ਿਆਦਾ ਡਾਲਰ ਉਹਨੂੰ ਦਿੰਦਾ ਹੈ ਹਰ ਸਾਲ, ਬਿਲੀਅਨ ਟ੍ਰਿਲੀਅਨਸ ਦੇ ਹਿਸਾਬ ਨਾਲ, ਠੀਕ ਹੈ, ਆਪਣੇ ਕੰਮ ਚਲਾਉਣ ਲਈ, ਹੈ ਨਾ। ਸੋ ਜਦੋਂ ਤੱਕ ਕਿਸੇ ਵੀ ਕੰਟਰੀ ਦੇ ਵਿੱਚ ਆਪਸ ਬਿਜ਼ਨਸ ਹੋਏਗਾ, ਫਰੈਕਸ ਜ਼ਿੰਦਾ ਰਹੇਗੀ। ਇਸ ਮਾਰਕੀਟ ਦਾ ਫਿਊਚਰ ਹੈ। ਓਕੇ, ਸੋ ਕਦੇ ਵੀ ਡਾਊਟ ਨਹੀਂ ਕਰਨਾ ਜੇ ਇਹਨੂੰ ਕੁਛ ਹੋ ਗਿਆ, ਫਰੈਕਸ ਨੂੰ ਕੁਛ ਹੋ ਗਿਆ, ਫਿਰ ਕੁਛ ਇਟ ਵਿਲ ਨੈਵਰ ਗੋਨਾ ਡਾਈ, ਸਟਿਲ ਦੇਅਰ, ਇਟ ਵਿਲ ਬੀ ਦੇਅਰ। ਓਕੇ, ਏਜਿਸ ਆਫਟਰ ਏਜਿਸ। ਓਕੇ, ਸੋ 2006 ਤੋਂ ਪਹਿਲਾਂ ਫਰੈਕਸ ਨੂੰ ਤੁਸੀਂ ਇੱਕ ਆਮ ਬੰਦਾ ਨਹੀਂ ਸੀ ਕਰ ਸਕਦਾ $150 ਦੇ ਨਾਲ, ਉਹਨੂੰ $1 ਲੱਖ ਮਿਨੀਮਮ ਚਾਹੀਦਾ ਹੁੰਦਾ ਸੀਗਾ, ਜਿਹੜੇ ਕਿ ਵੱਡੇ ਬੈਂਕ ਹੀ ਉਦੋਂ ਕਰ ਸਕਦੇ ਸੀਗੇ। ਬਟ ਇਹਨਾਂ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਆਮ ਲੋਕਾਂ ਲਈ ਵੀ ਰਿਟੇਲਿੰਗ ਖੋਲ੍ਹੀ ਹੈ। ਸੋ ਅਸੀਂ ਲੱਕੀ ਹਾਂ ਕਿ ਅਸੀਂ ਉਸ ਜ਼ਮਾਨੇ 'ਚ ਪੈਦਾ ਹੋਏ ਜਦੋਂ ਫਰੈਕਸ ਸਾਡੇ ਪਹੁੰਚ ਦੇ ਅੰਦਰ ਹੈ। ਓਕੇ, ਅਸੀਂ ਆਪਣੇ ਫੋਨ 'ਤੇ ਬੈਠੇ ਬੈਠੇ ਪੈਸੇ ਕਮਾ ਸਕਦੇ ਹਾਂ, ਠੀਕ ਹੈ। ਸੋ ਫਰੈਕਸ ਦੇ ਵਿੱਚ ਆਲਵੇਜ਼ 2 ਚੀਜ਼ਾਂ ਹੁੰਦੀਆਂ, ਜਿਵੇਂ ਤੁਸੀਂ ਕਿਸੇ ਨੂੰ ਵੀ ਇੱਕ ਚੀਜ਼ ਸਿਰਫ ਦੇ ਦਿਓ, ਹੈ ਨਾ, ਤੁਸੀਂ ਇਕੱਲੀ ਕਿਸੇ ਨੂੰ ਵੀ ਕੋਈ ਚੀਜ਼ ਦੇ ਦਿਓ, ਤੁਸੀਂ ਉਹਤੇ ਵਾਪਸੀ 'ਚ ਕੁਛ ਨਾ ਮੰਗੋ, ਕੀ ਹੋਏਗਾ ਫਿਰ? ਉਹ ਜਾਂ ਤਾਂ ਉਹ ਚੈਰਿਟੀ ਹੋਏਗੀ, ਠੀਕ ਹੈ, ਜਾਂ ਫਿਰ ਉਹ ਨਿਸ਼ਕਾਮ ਸੇਵਾ ਹੋਏਗੀ, ਜਿਹਨੂੰ ਅਸੀਂ ਚੈਰਿਟੀ ਕਹਿ ਸਕਦੇ ਹਾਂ। ਓਕੇ, ਲੇਕਿਨ ਬਿਜ਼ਨਸ ਹੈਗਾ, ਇੱਥੇ ਆਲਵੇਜ਼ ਪੇਅਰ ਹੁੰਦੇ। ਤੁਸੀਂ ਇੱਕ ਕਰੰਸੀ ਨੂੰ ਦੇ ਕੇ ਦੂਜੀ ਨਾਲ, ਜੇ ਤੁਸੀਂ ਕਰੰਸੀ ਲੈਣੀ ਤੁਹਾਨੂੰ ਕੁਛ ਨਾ ਕੁਛ ਦੇਣਾ ਪਏਗਾ। ਇਸ ਕਰਕੇ ਫੋਰੈਕਸ ਦਾ ਆਲਵੇਜ਼ ਪੇਅਰ ਹੁੰਦਾ ਹੈ। ਓਕੇ, ਜਿਵੇਂ ਤੁਸੀਂ ਬਾਜ਼ਾਰ ਜਾਂਦੇ ਹੋ, ਤੁਹਾਨੂੰ ਕੋਈ ਫ੍ਰੀ 'ਚ ਕੋਈ ਕੁਛ ਨਹੀਂ ਦਿੰਦਾ, ਹੈ ਨਾ। ਸੋ ਤੁਸੀਂ ਕੀ ਕਰਦੇ ਹੋ, ਭਾਈ ਇਹ ਸਮਾਨ ਦੇ ਦਿਓ, ਉਹ ਤੁਹਾਨੂੰ ਕਹਿੰਦਾ ਭਾਈ ਠੀਕ ਹੈ ਇੰਨੇ ਰੁਪਏ ਹੈ, ਤੁਹਾਨੂੰ ਰੁਪਏ ਦੇਣੇ ਪੈਣਗੇ। ਤਾਂ ਮਤਲਬ ਐਕਸਚੇਂਜ ਨੂੰ ਕੰਪਲੀਟ ਹੋਣ ਦੇ ਲਈ 2 ਟ੍ਰਾਂਜੈਕਸ਼ਨਾਂ ਚਾਹੀਦੀਆਂ, ਗਿਵ ਐਂਡ ਟੇਕ। ਅਗਰ ਇਕੱਲੀ ਟੇਕ ਹੈਗੀ ਆ ਉਹ ਵੀ ਫਿਨਿਸ਼ ਹੈ, ਉਹ ਵੀ ਇੱਕ ਟ੍ਰਾਂਜੈਕਸ਼ਨ ਨਹੀਂ ਹੁੰਦੀ, ਉਹਦੇ ਟੈਕਸ ਨਹੀਂ ਲੱਗਦਾ, ਕਿਉਂਕਿ ਬਿਜ਼ਨਸ ਨਹੀਂ ਹੈਗਾ, ਉਹ ਚੈਰਿਟੀ ਹੈ। ਤੁਸੀਂ ਇਕੱਲਾ ਕਿਸੇ ਨੂੰ ਦੇ ਰਹੇ ਹੋ ਕੁਛ ਚੀਜ਼, ਲੈ ਨਹੀਂ ਰਹੇ ਵਾਪਸ, ਨਹੀਂ ਭਾਈ ਰਹਿਣ ਦੇ, ਉਹ ਵੀ ਬਿਜ਼ਨਸ ਨਹੀਂ ਆਏਗਾ, ਉਹ ਚੈਰਿਟੀ 'ਚ ਆਏਗਾ, ਉਹ ਟੈਕਸੇਬਲ ਨਹੀਂ ਹੈ, ਹੈ ਨਾ। ਸੋ ਇਵੇਂ ਹੀ 2 ਮੁਲਕਾਂ ਦੀ ਕਰੰਸੀਆਂ ਦਾ ਪੇਅਰ ਬਣਦਾ ਹੈ। ਹਰ ਕੰਟਰੀ ਦਾ ਹਰ ਦੂਜੀ ਕੰਟਰੀ ਦੇ ਨਾਲ ਇੱਕ ਪੇਅਰ ਹੈਗਾ ਆਪਸ ਦੇ ਵਿੱਚ, ਠੀਕ ਹੈ। ਸੋ ਇੱਕ ਨੂੰ ਅਸੀਂ ਕਹਿੰਦੇ ਆ ਬੇਸ ਕਰੰਸੀ, ਦੂਜੇ ਨੂੰ ਕਹਿੰਦੇ ਆ ਡੈਰੀਵੇਟਿਵ ਕਰੰਸੀ, ਠੀਕ ਹੈ ਜੀ।
ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ, ਤੁਹਾਨੂੰ ਅੱਗੇ ਸਮਝ ਆ ਜਾਏਗਾ। ਸੋ ਫੋਰੈਕਸ ਦੇ ਵਿੱਚ ਬਹੁਤ ਜ਼ਿਆਦਾ ਕੋਈ 40,000 ਕਰੰਸੀ ਹੈਗੀਆਂ ਆਪਸ ਦੇ ਵਿੱਚ, ਤੁਸੀਂ ਕਿੰਨੀਆਂ ਕਰ ਲਓਗੇ? ਠੀਕ ਹੈ, ਮੈਂ ਪਿਛਲੇ 3 ਸਾਲ ਤੋਂ ਇੱਕੋ ਹੀ ਕਰ ਰਿਹਾ, 골ਡ ਤੇ UJ। ਤੀਜੀ ਕਰੰਸੀ ਦੀ ਲੋੜ ਹੀ ਨਹੀਂ ਪਈ ਕਿਉਂਕਿ ਵਧੀਆ ਚੱਲ ਰਿਹਾ ਕੰਮ। ਠੀਕ ਹੈ ਜੀ। ਸੋ 40,000 ਕਰੰਸੀਜ਼ ਹੈ। ਸੋ ਇਹ ਜਿਹੜਾ ਹੈਗਾ ਬਹੁਤ ਇੱਕ ਵੱਡੀ ਮਾਰਕੀਟ ਹੈ, ਤੁਸੀਂ ਸੋਚ ਸਕਦੇ ਹੋ ਤੁਹਾਨੂੰ ਕਿੰਨੀ ਆਪਸ਼ਨਸ ਮਿਲਣੀ ਹੈ। ਜਦੋਂ ਕਰੋਨਾ ਆਇਆ ਸੀ ਉਦੋਂ 36% ਰਾਈਜ਼ ਹੋਇਆ ਸੀਗਾ ਫੋਰੈਕਸ ਵਿੱਚ, ਕਿਉਂਕਿ ਲੋਕ ਘਰ ਬਹਿ ਗਏ ਸੀਗੇ, ਘਰ ਬੈਠ ਕੇ ਕੋਈ ਹੋਰ ਕੰਮ ਕਰਨਾ ਆਸਾਨ ਨਹੀਂ ਸੀ। ਓਕੇ, ਸੋ ਲੋਕਾਂ ਨੇ ਉਦੋਂ ਔਨਲਾਈਨ ਲੱਭਣਾ ਸ਼ੁਰੂ ਕੀਤਾ। ਫੋਰੈਕਸ ਦੇ ਵਿੱਚ 36% ਟਰੇਡਰ ਹੋਰ ਜੁੜੇ ਨੇ 2020 ਤੋਂ ਲੈ ਕੇ ਹੁਣ, ਬਹੁਤ ਜ਼ਿਆਦਾ ਜੁੜ ਚੁੱਕੇ ਹੈ। ਠੀਕ ਹੈ, ਸੋ ਸਿਨਾਰੀਓ ਬੜੀ ਜਲਦੀ ਜਿਹੜਾ ਹੈਗਾ ਚੇਂਜ ਹੋ ਰਿਹਾ। ਸਾਡੀ ਕੋਸ਼ਿਸ਼ ਹੈ ਵੀ ਅਸੀਂ ਪੰਜਾਬੀ ਕਮਿਊਨਿਟੀ ਨੂੰ ਵੀ ਨਾਲ ਰੱਖੀਏ ਤਾਂ ਕਿ ਅਸੀਂ ਕਿਤੋਂ ਬਾਅਦ 'ਚ ਨਾ ਕਹੀਏ ਕਿ ਅਸੀਂ ਪਿੱਛੇ ਰਹਿ ਗਏ ਨੇ। ਓਕੇ, ਦੁਨੀਆ ਦੇ ਵਿੱਚ ਇਹ ਨੰਬਰ ਆਫ ਟਰੇਡਰਸ ਨੇ। ਨਾਰਥ ਅਮਰੀਕਾ ਵਿੱਚ 1.65 ਮਿਲੀਅਨ, ਸੈਂਟਰਲ ਅਮਰੀਕਾ ਵਿੱਚ 3 ਲੱਖ, ਸੋ ਸਾਊਥ ਅਮਰੀਕਾ ਦੇ ਵਿੱਚ 5,50,000, ਅਫਰੀਕਾ ਦੇ ਵਿੱਚ 1.5 ਮਿਲੀਅਨ ਨੇ, ਪੂਰੇ ਮਿਡਲ ਈਸਟ ਤੋਂ, ਯੂਰਪ ਤੋਂ ਜ਼ਿਆਦਾ। ਠੀਕ ਹੈ ਜੀ। ਕਿਉਂ? ਕਿਉਂਕਿ ਇੱਥੇ ਕੋਈ ਰੁਜ਼ਗਾਰ ਨਹੀਂ ਹੈ। ਇੱਥੇ ਤੁਹਾਨੂੰ ਪਤਾ ਜਿਹੜੇ ਕਾਲਿਆਂ ਦਾ ਮੁਲਕ ਹੈਗੇ, ਉੱਥੇ ਮਾਰ ਕੁੱਟ ਬਹੁਤ ਜ਼ਿਆਦਾ, ਆਪਸ ਵਿੱਚ ਲੜੀ ਜਾਂਦੇ ਹੈ ਨਾ। ਔਰ ਕੰਟਰੀ ਦਾ ਤਖਤਾ ਪਲਟ ਹੋ ਗਿਆ, ਆ ਹੋ ਗਿਆ, ਉਹ ਹੋ ਗਿਆ, ਹੈ ਨਾ। ਆਪਣੇ ਲੋਕਾਂ ਨੂੰ ਮਾਰੀ ਜਾਂਦੇ ਨੇ ਵੈਸਟਰਨ ਕੰਟਰੀ ਦੇ ਇਸ਼ਾਰਿਆਂ 'ਤੇ। ਸੋ ਕਿਉਂਕਿ ਇਹਨਾਂ ਦੇ ਕੋਲ ਕੋਈ ਇਨਫਰਾਸਟਰਕਚਰ ਨਹੀਂ ਹੈਗਾ, ਕੋਈ ਇੰਡਸਟਰੀ ਨਹੀਂ ਹੈਗੀ, ਗਵਰਨਮੈਂਟ ਜੋਬਸ ਨਹੀਂ ਹੈਗੀ, ਤਾਂ ਭੁੱਖੇ ਮਰਦੇ ਨੇ ਲੋਕ। ਸੋ ਇਹਨਾਂ ਨੂੰ ਕੀ ਲੱਗਿਆ ਕਿ ਯਾਰ ਇੱਕ ਫੋਰੈਕਸ ਹੀ ਹੈਗੀ ਹੈ ਜਿਹੜੀ ਮਤਲਬ ਸਾਡੀ ਸਪੋਰਟ ਕਰ ਸਕਦੀ ਹੈ। ਫੋਰੈਕਸ ਲਈ ਤੁਹਾਨੂੰ ਕੁਝ ਨਹੀਂ ਚਾਹੀਦਾ, ਨੌਲੇਜ ਚਾਹੀਦੀ ਹੈ, ਉਹ ਤੁਹਾਡੇ ਆਪਣੇ ਹੱਥ 'ਚ ਹੈ ਨਾ, ਫ੍ਰੀ ਆਫ ਕੋਸਟ। ਔਨਲਾਈਨ ਬਹੁਤ ਕੰਟੈਂਟ ਪਏ ਨੇ, 31,000 ਚੈਨਲ ਨੇ YouTube ਦੇ ਉੱਤੇ ਫੋਰੈਕਸ ਸਿਖਾਉਣ ਵਾਲੇ, ਜਾਓ ਕਿਸੇ ਨੂੰ ਵੀ ਸਿਲੈਕਟ ਕਰ ਲਓ। ਸੋ ਉਹ ਨੌਲੇਜ ਵੀ ਐਕਸੈਸੀਬਲ ਹੋਗੀ, ਪਲੱਸ ਦੂਜਾ ਇੱਕ ਫ਼ੋਨ ਚਾਹੀਦਾ, ਇੰਟਰਨੈਟ ਚਾਹੀਦਾ, ਦੁਨੀਆ ਦੇ ਹਰ ਕੋਨੇ 'ਤੇ ਚੀਜ਼ਾਂ ਮਿਲ ਜਾਂਦੀਆਂ ਹੈ। ਸੋ ਆਹ ਲੋਕਾਂ ਨੇ, ਕਾਲਿਆਂ ਨੇ ਆਪਣੀ ਬਹੁਤ ਜ਼ਿਆਦਾ ਪ੍ਰੈਜੈਂਸ ਵਧਾਈ ਹੈਗੀ ਹੈ ਪਿਛਲੇ 5-6 ਸਾਲਾਂ ਦੇ ਵਿੱਚ ਫੋਰੈਕਸ ਇੰਡਸਟਰੀ 'ਚ। ਠੀਕ ਹੈ, ਇੰਡੀਆ ਦੇ ਵਿੱਚ તમને ਬੈਂਕ ਨਿਫਟੀ ਵਗੈਰਾ ਹੈ ਜਿਹੜੇ ਕਿ ਸਕੈਮ, ਪਿਓਰ ਸਕੈਮ ਹੈਗਾ ਹੈ। ਓਕੇ, ਤੁਸੀਂ ਫੋਰੈਕਸ ਕਰਨੀ ਕਿਉਂ ਹੈ? ਓਕੇ, ਇੱਕ ਤਾਂ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ, ਜੋਬ ਹੈਗੀ ਹੈ ਪ੍ਰਾਈਵੇਟ, ਸਰਕਾਰੀ ਤਾਂ ਪਤਾ ਨਹੀਂ ਭਗਵੰਤ ਮਾਨ ਨੇ ਕਦੋਂ ਕੋਈ ਬਿੱਲ ਪਾਸ ਕਰ ਦੇਣਾ ਹੈ। ਠੀਕ ਹੈ, ਮੋਦੀ ਗੌਰਮੈਂਟ ਨੇ, ਨੋਬਡੀ ਨੋਜ਼। ਓਕੇ, ਫਿਊਚਰ ਦੇ ਵਿੱਚ ਤਾਂ ਜੋਬਸ ਜਿਹੜੀ ਹੈਗੀਆਂ ਉਹ ਕਿਸਮਤ ਵਾਲਿਆਂ ਨੂੰ ਮਿਲ ਰਹੀ ਹੈ, ਬਾਕੀ ਤਾਂ ਚਲੋ ਛੱਡੋ। ਪ੍ਰਾਈਵੇਟ ਦਾ ਜਿਵੇਂ ਭਾਜੀ ਨੇ ਕਿਹਾ ਕਿ ਸਿਕਿਉਰਿਟੀ ਨਹੀਂ ਹੈਗੀ ਹੈ, ਸਟ੍ਰੈਸ ਨਾਲ ਆਪਾਂ ਸੌਂਦੇ ਆ, ਹੈ ਨਾ, ਕਿ ਪਤਾ ਨਹੀਂ ਕਦੋਂ ਸਾਨੂੰ ਕਹਿ ਦੇ ਵੀ ਭਾਜੀ ਠੀਕ ਹੈ, ਓਕੇ, ਗੁੱਡ ਬਾਏ, ਸਤਿ ਸ਼੍ਰੀ ਅਕਾਲ, ਫਿਰ ਮਿਲਦੇ ਆ ਜੀ ਨੈਕਸਟ ਸੈਸ਼ਨ 'ਚ, ਹੈ ਨਾ। ਇੰਝ ਵੀ ਹੁੰਦਾ ਹੈ। ਪਲੱਸ ਅਸੀਂ ਬਿਜ਼ਨਸ ਕਰਦੇ ਹਾਂ, ਹਰ ਵੇਲੇ ਸਟ੍ਰੈਸ ਰਹਿੰਦਾ ਕਿ ਕੋਈ ਕੰਪੀਟੀਸ਼ਨ ਨਾ ਖੜਾ ਹੋ ਜਾਏ, ਇਹ ਨਾ ਹੋ ਜਾਏ, ਉਹ ਨਾ ਹੋ ਜਾਏ, ਮੋਦੀ ਕੀਤੀ ਨੋਟਬੰਦੀ ਨਾ ਕਰਦੇ, ਹੈ ਨਾ। ਸੋ ਇਹ ਵੀ ਚੀਜ਼ਾਂ ਸਾਨੂੰ ਥ੍ਰੈਟ ਕਰਦੀਆਂ। ਸੋ ਹਰ ਬਿਜ਼ਨਸ ਇਨਸਿਕਿਉਰ ਹੈਗਾ। ਵੱਡੇ ਐਸਟੈਬਲਿਸ਼ ਕੰਪਨੀਆਂ, ਫੋਰਚੂਨ ਕੰਪਨੀਜ਼ ਵੀ ਜਦੋਂ ਕਰੋਨਾ ਆਇਆ ਸੀਗਾ ਉਦੋਂ ਕਰੈਸ਼ ਹੋ ਗਈਆਂ ਸੀ। ਰੀਜ਼ਨ ਕਿਉਂਕਿ ਉਹ ਸਸਟੇਨ ਨਹੀਂ ਕਰ ਪਾਈਆਂ, 1 ਸਾਲ ਦਾ ਲੋਕਡਾਊਨ, ਨੋ ਰੈਵਨਿਊ, ਸੋ ਉਹ ਕਰੈਸ਼ ਕਰ ਗਈਆਂ। ਤਾਂ ਉਹ ਵੀ ਸਿਕਿਉਰ ਨਹੀਂ ਸੀ, ਬਹੁਤ ਵੱਡੀ ਕੰਪਨੀਆਂ। ਸੋ ਇਹ ਸਾਨੂੰ ਟੋਟਲ 100% ਤੁਹਾਨੂੰ ਔਨਲਾਈਨ ਹੈ। ਸਾਡੀ ਐਜੂਕੇਸ਼ਨ ਤੋਂ ਲੈ ਕੇ ਤੁਹਾਡੀ ਅਕਾਊਂਟ ਓਪਨਿੰਗ ਤੱਕ, ਤੁਹਾਡੀ ਟ੍ਰੇਡਿੰਗ ਤੱਕ, ਹਰ ਚੀਜ਼ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਸਿਰਫ ਤੁਹਾਡੇ ਫ਼ੋਨ 'ਚ ਤੁਹਾਡਾ ਬੈਂਕ ਅਕਾਊਂਟ ਨੰਬਰ ਰਜਿਸਟਰਡ ਚਾਹੀਦਾ। ਓਕੇ, ਐਡ ਕਰੋ, ਤੁਸੀਂ ਪੈਸੇ ਨਾਲ ਕਮਾ ਸਕਦੇ ਹੋ। ਠੀਕ ਹੈ, ਸੋ ਸੈਲਫ ਸਸਟੇਨ ਹੈਗਾ ਹੈ ਕਿਉਂਕਿ ਫੋਰੈਕਸ ਨੂੰ ਇਕੱਲੀ ਕੋਈ ਕੰਟਰੀ ਜਿਹੜੇ ਹੈਗੀ ਆ ਉਹ ਕੰਟਰੋਲ ਨਹੀਂ ਕਰਦੀ। ਇਹ ਆਪਣੇ ਆਪ ਲਈ ਡਿਮਾਂਡ ਐਂਡ ਸਪਲਾਈ ਦੇ ਅਕੋਰਡਿੰਗਲੀ ਆਪਣੇ ਆਪ ਸਸਟੇਨ ਕਰਦੀ ਹੈਗੀ। ਆਪਣੇ ਆਪ ਰੇਟ ਡਿਸਾਈਡ ਹੁੰਦਾ ਕਿ ਕਿੰਨੇ ਆਰਡਰ ਬਾਏ ਦੇ, ਕਿੰਨੇ ਸੈਲ ਦੇ ਹੈਗੇ ਆ। ਓਕੇ, ਸੋ ਤੁਸੀਂ ਇੰਝ ਵੀ ਕਹਿ ਸਕਦੇ ਹੋ ਦੇਸੀ ਭਾਸ਼ਾ 'ਚ ਕਿ ਜਿਵੇਂ ਅਸੀਂ ਸਾਰੇ ਪੰਜਾਬੀ ਹਾਂ, ਸਾਨੂੰ ਪਤਾ ਹੈ ਕਿ ਕਿਵੇਂ ਮੰਡੀਆਂ ਕੰਮ ਕਰਦੀਆਂ ਹੈ। ਆਪਣੇ ਘਰ ਕੋਈ ਫਸਲ ਹੋਈ, ਸਬਜ਼ੀ ਹੋਈ, ਅਸੀਂ ਸਵੇਰੇ ਮੰਡੀ 'ਚ ਜਾਂਦੇ ਹਾਂ, ਅਗਲਾ ਬੋਲੀ ਮਾਰਦਾ ਹੈ। ਠੀਕ ਹੈ, ਖਰੀਦਦਾਰ ਬੈਠੇ ਹੁੰਦੇ ਆ, ਫਿਰ ਅਸੀਂ ਕਹਿੰਦੇ ਵੀ ਨਹੀਂ ਇੰਨੇ ਦੇ ਨਹੀਂ ਵੇਚਣੀ, ਮੈਨੂੰ ਫਾਇਦਾ ਨਹੀਂ ਹੈਗਾ। ਫਿਰ ਅਸੀਂ ਇੱਕ ਪ੍ਰਾਈਸ ਦੇ ਉੱਤੇ ਐਗਰੀ ਹੋ ਜਾਂਦੇ ਵੀ ਚਲੋ ਠੀਕ ਹੈ ਯਾਰ, ਚਲੋ ਜੀ 4 ਰੁਪਏ ਕਿਲੋ ਆਲੂ ਵੇਚ ਦਿਓ, ਹੈ ਨਾ ਆਪਣੇ। ਸੋ ਉਹ ਤੁਹਾਨੂੰ ਪੈਸੇ ਦੇ ਦਿੰਦਾ, ਤੁਸੀਂ ਉਹਨੂੰ ਆਲੂ ਦੇ ਦਿੰਦੇ ਹੋ, ਦੈਟਸ ਡਨ, ਦੈਟ ਇਜ਼ ਏ ਟਰੇਡ। ਠੀਕ ਹੈ, ਲੇਕਿਨ ਉਹ ਜੇ ਉਹ ਕੈਸ਼ ਵਿੱਚ ਹੁੰਦੀ, ਤੁਸੀਂ ਇੰਡੀਅਨ ਰੁਪੀਜ਼ ਦੇ ਕੇ ਡਾਲਰ ਲੈਣੇ ਸੀ ਕਿਸੇ ਕੋਲੋਂ, ਫਿਰ ਉਹ ਫੋਰੈਕਸ ਮੰਨੀ ਜਾਣੀ ਸੀਗੀ, ਹੈ ਨਾ। ਸੋ ਸੇਮ ਉਸ ਤਰ੍ਹਾਂ ਦਾ ਹੀ ਦੇਸੀ ਭਾਸ਼ਾ 'ਚ ਫੋਰੈਕਸ ਜਿਹੜੀ ਕੰਮ ਕਰਦੀ ਹੈ। ਓਕੇ, ਸੋ ਦੁਨੀਆ ਜਦੋਂ ਜਿਹੜੀ ਹੈਗੀ ਆ ਉਹ ਟਰਬਲ 'ਚ ਹੈਗੀ, ਉਦੋਂ ਫੋਰੈਕਸ ਜਿਹੜੀ ਗਰੋ ਕਰ ਰਹੀ ਹੈ ਉਸ ਤੋਂ ਉਲਟ। ਤੁਸੀਂ ਆਪਣੇ ਬੋਸ ਆਪ ਬਣ ਸਕਦੇ ਹੋ। ਜਿਹੜਾ ਕੰਮ ਕਰ ਰਹੇ ਹੋ ਉਹ ਛੱਡਣਾ ਨਹੀਂ ਆਪਾਂ ਨੇ ਹੈਗਾ। ਠੀਕ ਹੈ, ਉਹ ਅਸੀਂ ਕਰਨਾ ਹੈ ਉਦੋਂ ਤੱਕ ਜਦੋਂ ਤੱਕ ਜਿਹੜਾ ਸਾਡੀ ਇਨਕਮ ਹੈਗੀ ਹੈ ਇਸ ਬਿਜ਼ਨਸ ਤੋਂ, ਇਸ ਨੌਕਰੀ ਤੋਂ ਜਿਹੜਾ ਅਸੀਂ ਅੱਜ ਕਰ ਰਹੇ ਹਾਂ, ਤੁਹਾਡੀ ਫੋਰੈਕਸ ਦੀ ਇਨਕਮ ਜਦ ਤੱਕ 6 ਮਹੀਨੇ ਲਗਾਤਾਰ ਉਸ ਇਨਕਮ ਨੂੰ ਓਵਰਟੇਕ ਨਹੀਂ ਕਰਦੀ ਜਾਂ ਉਸ ਤੋਂ ਜ਼ਿਆਦਾ ਜਾਂ ਉਨੀ ਇਨਕਮ ਨਹੀਂ ਬਣਦੀ, ਜੋਬ ਛੱਡਣ ਬਾਰੇ, ਬਿਜ਼ਨਸ ਬੰਦ ਕਰਨ ਬਾਰੇ ਸੋਚਣਾ ਵੀ ਨਹੀਂ। ਠੀਕ ਹੈ, ਕੱਲ੍ਹ ਨੂੰ ਸਾਨੂੰ ਬਲੇਮ ਨਾ ਕਰਿਓ ਪਲੀਜ਼। ਓਕੇ, ਇਹ ਪੇਸ਼ੈਂਸ ਹੈ ਬਹੁਤ। ਤੁਸੀਂ ਵੱਡੀ ਮਾਰਕੀਟ 'ਚ ਪੈਰ ਰੱਖਣ ਜਾ ਰਹੇ ਹੋ। $7.7 ਟ੍ਰਿਲੀਅਨ ਇਨ 22 ਆਵਰਸ ਦਾ ਵੋਲਿਊਮ ਹੈ। ਸੋ ਇਹ ਰਿਸਕੀ ਵੀ ਹੋ ਸਕਦੀ ਹੈ। ਇਹ ਬਾਕੀ ਡਿਪੈਂਡ ਕਰਦਾ ਸਾਡੀ ਪਰਸਨੈਲਿਟੀ ਕੀ ਹੈ।
ਜੇ ਅਸੀਂ ਮਨਮਰਜ਼ੀ ਵਾਲੇ ਬੰਦੇ ਆ, ਕਿਸੇ ਦੀ ਗੱਲ ਮੰਨਣੀ ਨਹੀਂ, ਫਿਰ ਇਹ ਜੂਆ ਹੈ ਤੁਹਾਡੇ ਲਈ, ਠੀਕ ਹੈ। ਸਾਨੂੰ ਫਿਰ ਆਪਣੇ ਮਨ ਨੂੰ ਸਮਝਾਉਣਾ ਪਏਗਾ, ਆਪਣੀ ਆਦਤ ਨੂੰ ਡਿਸਪਲਿਨ ਕਰਨਾ ਪਏਗਾ, ਅਸੀਂ ਰੂਲਸ ਨੂੰ ਫੋਲੋ ਕਰਨਾ ਹੈਗਾ। ਰੀਜ਼ਨ ਕਿਉਂਕਿ ਅਸੀਂ ਆਪਣੇ ਆਪ ਨੂੰ ਇਸ ਨਵੀਂ ਮਾਰਕੀਟ ਦੇ ਅਕੋਰਡਿੰਗਲੀ ਅਲਾਈਨ ਕਰਨਾ ਹੈ, ਠੀਕ ਹੈ। ਜਿਵੇਂ ਅਸੀਂ ਅਲਾਈਨ ਕਰਦੇ ਹਾਂ, ਸਾਡੀ ਡਿਊਟੀ 9 ਤੋਂ 5 ਹੈ, ਆਪਾਂ ਉੱਠਦੇ ਹਾਂ 8 ਵਜੇ 7 ਵਜੇ ਤਿਆਰ ਹੋਏ ਅਤੇ ਚਲੇ ਗਏ, ਠੀਕ ਹੈ, ਡਿਊਟੀ 'ਤੇ 9 ਵਜੇ ਆਫਿਸ ਪੁੱਜ ਗਏ। ਲੇਕਿਨ ਸਾਡੀ ਜੇ ਐਸੀ ਡਿਊਟੀ ਲੱਗ ਜਾਵੇ ਕਿ ਤੁਸੀਂ 6 ਤੋਂ ਤੁਹਾਡੀ 4 ਹੈ, ਫਿਰ ਉਦੋਂ ਅਸੀਂ ਉੱਦਾਂ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ। ਸਵੇਰੇ ਜਲਦੀ ਉੱਠਣਾ, ਸਾਡੇ ਟਾਈਮਿੰਗ ਚੇਂਜ, ਬਟ ਅਸੀਂ ਅਡੈਪਟ ਕੀਤਾ, ਅਸੀਂ ਮਾਹੌਲ ਨੂੰ, ਅਸੀਂ ਰਿਕੁਆਇਰਮੈਂਟ ਨੂੰ ਅਡੈਪਟ ਕੀਤਾ, ਅਸੀਂ ਨੇਚਰ ਆਫ ਜੋਬ ਨੂੰ ਅਡੈਪਟ ਕੀਤਾ, ਤਾਂ ਅਸੀਂ ਜੋਬ 'ਤੇ ਸਸਟੇਨ ਕਰ ਸਕਦੇ ਹਾਂ। ਫੋਰੈਕਸ 'ਚ ਵੀ ਇੱਦਾਂ ਹੀ ਹੈ, ਜਿਹੜੀਆਂ ਆਦਤਾਂ ਦੀ ਫੋਰੈਕਸ ਨੂੰ ਲੋੜ ਹੈਗੀ ਹੈ, ਜਿਹੜੀ ਚਾਹੀਦੀਆਂ ਇੱਕ ਟਰੇਡਰ ਦੇ ਵਿੱਚ, ਜਿਹੜੀ ਕੁਆਲਿਟੀ, ਜਿਹੜੇ ਗੁਣ ਚਾਹੀਦੇ ਨੇ, ਜੇ ਸਾਡੇ 'ਚੋਂ ਨਹੀਂ ਹੈ, ਅਸੀਂ ਉਹਨੂੰ ਡਿਵੈਲਪ ਕਰ ਸਕਦੇ ਹਾਂ ਪ੍ਰੈਕਟਿਸ ਦੇ ਨਾਲ। ਜਦੋਂ ਪੂਰੀ ਅਲਾਈਨਮੈਂਟ ਹੋ ਗਈ, ਉਦੋਂ ਤੁਸੀਂ ਪ੍ਰੋਫਿਟੇਬਲ ਹੋ ਗਏ। ਤੁਸੀਂ ਫੋਨ 'ਤੇ ਕੈਂਡੀ ਕ੍ਰਸ਼ ਕਿਹਨੇ ਖੇਲੀ ਹੈ ਜੀ? ਸਾਰਿਆਂ 'ਚ ਦੱਸੋ ਕੋਈ ਚੈਂਪੀਅਨ ਵੀ ਹੋਣਾ ਜਿਹਨੂੰ ਕੋਈ ਕੋਇਨਸ। ਹਾਂਜੀ ਭਾਜੀ, ਫ੍ਰੀ ਟਾਈਮ ਦੇ ਵਿੱਚ ਤਾਂ ਇਹੀ ਖੇਡੀ ਦੀ ਹੈ ਭਾਜੀ। ਤੁਹਾਡੇ ਕੋਲ ਕਿੱਥੇ ਫ੍ਰੀ ਟਾਈਮ? ਤਾਲਾਬਾਦ ਆਉਣਾ ਦਾ ਸਾਨੂੰ ਪਤਾ ਹੈ, ਦੁਬਈ 'ਚ ਮੈਂ ਰਿਹਾ ਹੈ, ਹੁਣ ਵੀ ਦੁਬਈ ਦਾ ਹੀ ਹਾਂ, ਠੀਕ ਹੈ। ਇਟਸ ਵੈਰੀ ਟਫ ਕਿ, ਬਟ ਚਲੋ ਠੀਕ ਹੈ। ਕੈਂਡੀ ਕ੍ਰਸ਼ ਮੋਸਟਲੀ ਜਦੋਂ ਕਦੇ ਥੋੜਾ ਜਿਹਾ ਟਾਈਮ ਹੋ ਜਾਂਦਾ। ਹਾਂਜੀ, ਕੈਂਡੀ ਕ੍ਰਸ਼ ਸਾਰਿਆਂ ਨੇ ਖੇਲੀ ਹੈਗੀ ਹੈ, ਤੇ ਠੀਕ ਹੈ, ਇਟਸ ਓਕੇ। ਉਹਦੇ ਨਾਲ ਕਿਹੜੀ ਕਿਸੇ ਨੂੰ ਸ਼ੂਗਰ ਹੋਣੀ ਹੈ ਖੇਲ ਕੇ, ਬਟ ਟਾਈਮ ਵੇਸਟੇਜ ਹੁੰਦੀ ਹੈ। ਸੋ ਇਹ ਸਮਾਂ ਤੁਸੀਂ ਦੇਖਿਓ, ਇਹ 10 ਕਲਾਸਾਂ ਤੁਸੀਂ ਇੱਥੇ ਲਾਣੀ ਹੈ, ਤੁਹਾਨੂੰ ਕਿੰਨਾ ਕੁ ਚੇਂਜ ਮਿਲੇਗਾ ਲਾਈਫ ਦੇ ਵਿੱਚ, ਤੁਹਾਨੂੰ ਕਿੰਨਾ ਕੁ ਨੈਕਸਟ ਲੈਵਲ ਦਾ ਕੰਫੀਡੈਂਸ ਆਏਗਾ ਕਿ ਯੈਸ ਆਈ ਹੈਵ ਸਮਥਿੰਗ, ਮੇਰੇ ਕੋਲ ਕੋਈ ਸਕਿੱਲ ਹੈਗੀ ਹੈ। ਹੁਣ ਮੈਂ ਡਰਦਾ ਨਹੀਂ ਹੈ ਇਸ ਚੀਜ਼ ਤੋਂ ਕਿ ਮੇਰੀ ਜੋਬ ਨੂੰ ਕੁਝ ਹੋ ਜਾਏਗਾ, ਠੀਕ ਹੈ। ਸਟਰਗਲ ਹੋਏਗਾ ਸਟਾਰਟਿੰਗ 'ਚ, ਮੈਂ ਕਰਾਂਗਾ, ਠੀਕ ਹੈ। ਸੋ ਵੀ ਵਿਲ ਸੀ, ਓਕੇ। ਸੋ ਤੁਸੀਂ ਹੁਣ ਇੱਥੇ MT5 ਜਿਹੜਾ ਹੈਗਾ ਉਹ ਚਲਾਉਣਾ, ਇੱਕ ਸੋਫਟਵੇਅਰ ਆਉਂਦਾ ਹੈ ਫ੍ਰੀ 'ਚ, ਉੱਤੇ ਜਾ ਕੇ ਟ੍ਰੇਡਿੰਗ ਹੋਏਗੀ ਰੀਅਲ ਦੇ ਵਿੱਚ, ਤੁਹਾਨੂੰ ਸਾਰਾ ਸਿਖਾਇਆ ਜਾਏਗਾ। ਫਲੈਕਸੀਬਲ ਆਵਰਸ ਨੇ। ਇੰਡੀਆ ਵਾਲੇ ਬਹੁਤ ਲੱਕੀ ਹੈ, ਕੈਨੇਡਾ ਵਾਲੇ ਅਨਲੱਕੀ ਨੇ ਇਸ ਚੀਜ਼, ਕਿਉਂਕਿ ਉਹਨਾਂ ਨੂੰ ਦੋਨੇ ਜਿਹੜੇ ਮੇਨ ਸੈਸ਼ਨ ਨੇ ਏਸ਼ੀਆ ਅਤੇ ਲੰਡਨ ਮਿਸ ਹੋ ਜਾਂਦਾ, ਉਦੋਂ ਸੁੱਤੇ ਪਏ ਹੁੰਦੇ ਆ, ਔਰ ਬਹੁਤ ਗਹਿਰੀ ਨੀਂਦ, ਓਕੇ। ਜਦੋਂ ਉੱਠਦੇ ਨੇ ਉਹ 6 ਵਜੇ, ਉਦੋਂ ਨਿਊਯਾਰਕ ਜਿਹੜਾ ਹੈਗਾ ਉਹ 1 ਘੰਟਾ ਓਵਰ ਹੋ ਚੁੱਕਿਆ ਹੁੰਦਾ ਹੈ। ਸੋ ਵਧੀਆ ਮੂਵ ਉਹ ਨਹੀਂ ਕੈਚ ਕਰ ਸਕਦੇ, ਅਦਰਵਾਈਜ਼ ਉਹਨੂੰ ਰਾਤ ਨੂੰ ਜਾਗ ਕੇ ਟ੍ਰੇਡ ਕਰਨੀ ਪਏਗੀ। ਸੋ ਇੰਡੀਆ ਵਾਲੇ ਕੀ ਹੈ, 5 ਵਜੇ ਸਵੇਰ ਤੋਂ ਮਾਰਕੀਟ ਸ਼ੁਰੂ ਹੁੰਦੀ ਹੈਗੀ ਹੈ, ਰਾਤ ਨੂੰ 12:30 ਵਜੇ 2 ਵਜੇ ਤੱਕ ਮਾਰਕੀਟ ਚੱਲਦੀ ਹੈ, ਠੀਕ ਹੈ ਜੀ, 3 ਵਜੇ ਤੱਕ। ਸੋ ਤੁਹਾਡਾ ਜਿਹੜਾ ਵੀ, ਤੁਹਾਨੂੰ ਜਦੋਂ ਵੀ ਸਮਾਂ ਲੱਗਦਾ ਹੈ, ਦੇਖੋ ਆਪਣੀ ਚਾਰਟ ਨੂੰ, ਦੇਖੋ, ਪੜ੍ਹੋ, ਗਰੁੱਪ 'ਚ ਐਕਟਿਵ ਹੋ ਜਾਓ। ਏਸ਼ੀਆ, ਲੰਡਨ ਅਤੇ ਨਿਊਯਾਰਕ 3 ਸੈਸ਼ਨ ਹੁੰਦੇ ਨੇ। ਏਸ਼ੀਆ ਦੇ ਵਿੱਚ ਜਿਹੜੇ ਏਸ਼ੀਅਨ ਇਕੋਨਮੀ ਹੈ, ਜਾਪਾਨ, ਠੀਕ ਹੈ, ਹਾਂਗਕਾਂਗ, ਚਾਈਨਾ, ਇਹ ਆਸਟ੍ਰੇਲੀਆ ਵੀ ਮਿਲਾ ਕੇ, ਆਸਟ੍ਰੇਲੀਆ ਵੀ ਇਸੀ ਕੰਟੀਨੈਂਟ 'ਚ ਆਉਂਦਾ ਹੈ ਆਲਮੋਸਟ। ਸੋ ਏਸ਼ੀਆ ਦੇ ਵਿੱਚ ਇਹ ਆ ਜਾਂਦੇ ਨੇ। ਲੰਡਨ ਅਤੇ ਜਿਹੜੀ ਯੂਰੋਪੀਅਨ ਕੰਟਰੀਆਂ ਹੈਗੀਆਂ, ਜਿੰਨੇ ਵੀ ਯੂਰੋਪੀਅਨ ਕੰਟਰੀਜ਼ ਹੈਗੀ ਹੈ, ਯੂਰੋਪ ਜਿਹੜਾ ਹੈਗਾ, ਉਹ ਸਾਰੇ ਲੰਡਨ ਸੈਸ਼ਨ 'ਚ ਆ ਜਾਂਦੇ ਨੇ। ਅਮਰੀਕਾ ਦੇ ਜਿਹੜੇ ਬਾਕੀ ਨਾਲ ਦੇ ਜੁੜਦੇ ਹੋਰ ਮੁਲਕ ਨੇ, ਠੀਕ ਹੈ, ਉਹਨਾਂ ਦੀ ਜਿਹੜੀ ਮੇਜਰ ਇਕੋਨਮੀ ਹੈਗੀ ਉਹ ਨਿਊਯਾਰਕ ਦੇ ਵਿੱਚ ਲੀਡ ਕਰਦੀਆਂ ਹੈਗੀਆਂ, ਠੀਕ ਹੈ। ਸੋ ਹੈ ਨਾ ਜੀ ਇੰਡੀਆ ਵਾਲੇ ਲੱਕੀ, ਫਿਰ 3 ਸੈਸ਼ਨ ਆਪਾਂ 5 ਤੋਂ ਲੈ ਕੇ 12:30 ਵਜੇ ਤੱਕ ਕਦੋਂ ਵੀ ਅਸੀਂ ਅਟੈਂਡ ਕਰ ਸਕਦੇ ਹਾਂ, ਠੀਕ ਹੈ ਜੀ। ਸੋ 24/7/5 ਡੇਜ਼, ਸੈਚਰਡੇ ਸੰਡੇ ਨੂੰ ਮਾਰਕੀਟ ਆਫ ਹੁੰਦੀ ਹੈ। ਸੋ 5 ਦਿਨ ਮਾਰਕੀਟ ਚੱਲਦੀ ਹੈ, ਦਿਨ ਦੇ 22 ਘੰਟੇ। ਸੋ ਗੋ ਹੈਡ। ਸੋ ਤੁਹਾਡਾ ਕਿਸੇ ਨਾਲ ਵੀ ਕੋਈ ਕੰਪੀਟੀਸ਼ਨ ਨਹੀਂ ਹੋਏਗਾ, ਨਾ ਹੁੰਦਾ ਹੈ। ਰੀਜ਼ਨ ਕਿਉਂਕਿ ਅਕਸਰ ਅਸੀਂ ਜਿਹੜਾ ਕੰਮ ਕਰਦੇ ਹਾਂ, ਅਸੀਂ ਕਦੇ ਨਹੀਂ ਚਾਹੁੰਦੇ, ਖਾਸ ਕਰ ਵੀ ਸਾਡੀ ਸ਼ਹਿਰ ਦੀ ਉਸ ਗਲੀ ਜਿੱਥੇ ਸਾਡੀ ਆਪਣੀ ਦੁਕਾਨ ਹੈਗੀ ਹੈ ਹਾਰਡਵੇਅਰ ਦੀ, ਕੋਈ ਸੇਮ ਤਰ੍ਹਾਂ ਦੀ ਦੁਕਾਨ, ਉਹ ਸੇਮ ਸਮਾਨ ਰੱਖ ਕੇ ਖੁੱਲ੍ਹੇ, ਹੈ ਨਾ। ਸਾਨੂੰ ਹੁੰਦਾ ਕਿ ਸਾਡੇ ਕਸਟਮਰ ਘੱਟ ਜਾਣੇ ਨੇ, ਕਿਉਂਕਿ ਕਸਟਮਰ ਤਾਂ ਉਨੇ ਹੀ ਹੈ, ਕੰਪੀਟੀਟਰ ਵੱਧ ਗਏ ਨੇ। ਤਾਂ ਉਦੋਂ ਵੀ ਜਿਹੜਾ ਹੈਗਾ ਉਹ ਆਪਸੀ ਨਫ਼ਰਤ, ਰੰਜਿਸ਼, ਖੁੰਨਸਬਾਜ਼ੀ, ਸਟ੍ਰੈਸ ਲੈਵਲ ਵੱਧਦਾ ਹੈ। ਫੋਰੈਕਸ ਦੇ ਵਿੱਚ ਤੁਸੀਂ ਦੇਖੋਗੇ ਇੱਥੇ ਆ ਕੇ ਕਿ ਇਸ ਫੈਮਿਲੀ 'ਚ ਤੁਹਾਨੂੰ ਹਰ ਬੰਦਾ ਤੁਹਾਡੀ ਸਪੋਰਟ ਕਰੇਗਾ ਤੁਹਾਨੂੰ ਕਾਮਯਾਬ ਹੋਣ ਲਈ। ਤੁਸੀਂ ਜਦੋਂ ਆਏ ਹੋ, ਮਾਰਕੀਟ 'ਚ ਵੋਲਿਊਮ ਵਧੇਗਾ, ਚਾਹੇ ਜਿੰਨਾ ਵੀ ਹੋਏਗਾ, ਠੀਕ ਹੈ। ਤੁਹਾਡੀ ਪ੍ਰੈਜ਼ੈਂਸ ਮੈਟਰ ਕਰਦੀ ਹੈ ਮਾਰਕੀਟ 'ਚ, ਠੀਕ ਹੈ। ਸੋ ਉਹ ਤੁਹਾਡੀ ਸਪੋਰਟ ਕਰੇਗਾ। ਸੋ ਇੱਥੇ ਇੱਕ ਜਿਹੜਾ ਹੈਗਾ ਉਹ ਆਪਸੀ ਸਦਭਾਵ, ਭਾਈਚਾਰਾ ਵੀ ਵਧੇਗਾ, ਠੀਕ ਹੈ, ਟਰੇਡਰਸ ਦੇ ਵਿੱਚ। ਸੋ ਕੋਈ ਇਹ ਨਹੀਂ ਕਹੇਗਾ ਵੀ ਇਹਦਾ ਬੇੜਾ ਵਹਿ ਜਾਏ ਇੱਥੇ, ਠੀਕ ਹੈ। ਹਰ ਬੰਦਾ ਚਾਹੇਗਾ ਵੀ ਤੁਸੀਂ ਕਾਮਯਾਬ ਹੋ ਕੇ ਇੱਕ ਚਾਨਣ ਮਨਾਰਾ ਬਣੋ ਦੂਜਿਆਂ ਦੇ ਲਈ, ਠੀਕ ਹੈ ਜੀ। ਸੋ ਡਾਲਰ ਦੀ ਗੱਲ ਨਹੀਂ ਮੈਂ ਕਰਾਂਗਾ, ਲੇਕਿਨ ਅਨਲਿਮਿਟਿਡ ਗਰੋਥ ਹੈ, ਠੀਕ ਹੈ। ਸੋ ਸਾਡੇ ਕੋਲ ਐਗਜ਼ਾਮਪਲ ਨੇ ਜਿਨ੍ਹਾਂ ਨੇ 0 ਤੋਂ ਸ਼ੁਰੂ ਕੀਤਾ ਸੀਗਾ ਜਨਵਰੀ 'ਚ ਮੇਰੇ ਕੋਲੋਂ। ਤੁਹਾਡੇ ਟ੍ਰੇਨਰ ਨੇ ਭੈਣ ਦਲਜੀਤ ਕੌਰ ਜੀ, ਦੂਜੇ ਗਰੁੱਪ ਮੈਨੇਜ ਕਰਦੇ ਆ, ਠੀਕ ਹੈ। ਸੋ $50 ਡੇਲੀ ਤੋਂ ਲੈ ਕੇ 500 ਤੱਕ ਦੀ ਐਵਰੇਜ ਅਸੀਂ ਇੰਡੀਆ 'ਚ ਕੱਢੀ ਹੈਗੀ ਹੈ, ਓਕੇ। ਸੋ $500 40,000 ਡੇਲੀ ਦਾ ਇੱਕ ਦਿਨ 'ਚ ਇੰਡੀਆ ਦੇ ਲੋਕਾਂ ਨੇ ਕੀਤਾ ਹੈ ਹਾਸਿਲ। ਸੋ ਉਹਨਾਂ 'ਚ ਤੁਹਾਡੇ 'ਚ ਫਰਕ ਕੀ ਹੈ ਕਿ ਉਹਨਾਂ ਨੇ ਸਟਾਰਟ ਪਹਿਲਾਂ ਕੀਤਾ ਸੀ, ਤੁਸੀਂ ਹੁਣ ਕਰਨਾ ਹੈ, ਇਹੀ ਡਿਫਰੈਂਸ ਹੈ, ਓਕੇ। ਸੋ ਤੁਹਾਨੂੰ ਜਿਹੜੇ ਮਿਨੀਮਮ ਰਿਸੋਰਸ ਚਾਹੀਦੇ ਹੁੰਦੇ ਹੈ ਨਾ, ਵੀ ਕੋਈ ਬਿਜ਼ਨਸ ਕਰਨਾ ਹੈ, ਕਿੰਨਾ ਖਰਚਾ ਆਉਂਦਾ ਭਾਜੀ ਦੱਸੋਗੇ? ਕੋਈ ਜਿਹੜਾ ਤੁਸੀਂ ਬਿਜ਼ਨਸ ਕੀਤਾ ਹੋਇਆ ਕੋਈ ਵੀ, ਕਿੰਨਾ ਖਰਚਾ ਆ ਜਾਂਦਾ ਹੈ?
50,000 ਮਹੀਨਾ ਕਮਾਉਣ ਦੇ ਲਈ ਕੋਈ ਦੱਸੇਗਾ ਹੱਥ ਖੜਾ ਕਰਕੇ? ਕੁਇਕਲੀ ਪਲੀਜ਼। ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਜੇ ਤੁਸੀਂ ਸ਼ਾਈਨੈਸ ਰੱਖੀ ਫਿਰ ਆਪਾਂ ਕੰਟੀਨਿਊ ਕਰਨਾ ਔਖਾ ਹੋ ਜਾਏਗਾ, ਕਿਉਂਕਿ ਸਾਨੂੰ ਜਦੋਂ ਰਿਸਪੌਂਸ ਨਹੀਂ ਮਿਲੇਗਾ। ਓਕੇ ਸੋ ਸਰ ਕੁਐਸਚਨ ਪੁੱਟ ਕੀ ਕੀਤਾ ਸੀ ਤੁਸੀਂ? ਮੈਨੂੰ ਕੁਐਸਚਨ ਨਹੀਂ ਸਮਝ ਆਇਆ। ਮੇਰਾ ਕੁਐਸਚਨ ਇਹ ਸੀ ਕਿ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਕਿਸੇ ਤਰ੍ਹਾਂ ਦੀ ਵੀ, ਤੁਹਾਨੂੰ ਘੱਟੋ ਘੱਟ ਕਿੰਨੀ ਕੁ ਇਨਵੈਸਟਮੈਂਟ ਚਾਹੀਦੀ ਹੁੰਦੀ ਹੈ? ਸਰ ਨਾਰਮਲੀ ਲੈ ਕੇ ਚੱਲੀਏ ਤਾਂ 50,000 ਤਾਂ ਜ਼ਰੂਰੀ ਹੈ ਨਾ। ਅਗਰ ਛੋਟੇ ਤੋਂ ਛੋਟਾ ਕੰਮ ਵੀ ਸਟਾਰਟ ਕਰਨਾ ਹੋਵੇ, ਮੰਨ ਲਓ ਬੁਟੀਕ ਦਾ ਹੀ ਕਰਨਾ ਹੋਵੇ, ਬਿਲਕੁਲ ਤਾਂ 50,000 ਤਾਂ ਜ਼ਰੂਰੀ ਹੈ। ਓਕੇ ਸੋ ਜੇ 50,000 ਮਹੀਨਾ ਕਮਾਉਣਾ ਹੋਵੇ ਫਿਰ ਅਰਾਊਂਡ 5 ਲੱਖ। ਬਿਲਕੁਲ ਬਿਲਕੁਲ ਭਾਜੀ, 5 ਲੱਖ ਤਾਂ ਆਪਾਂ ਨੂੰ ਇਨਵੈਸਟ ਕਰਨਾ ਪਏਗਾ, ਫਿਰ ਹੀ ਆਪਾਂ ਤਕਰੀਬਨ 50,000 ਇਨਕਮ ਦੇ ਆਸ-ਪਾਸ ਮਿਨੀਮਮ 5 ਲੱਖ ਤਾਂ। ਓਕੇ ਗੁੱਡ। ਸੋ ਇੱਥੇ ਤੁਹਾਡੀ ਇਨਵੈਸਟਮੈਂਟ ਆਲਮੋਸਟ ਜ਼ੀਰੋ ਹੋਏਗੀ ਸਿੱਖਣ ਦੇ ਲਈ ਵੀ ਅਤੇ ਬਾਅਦ 'ਚ ਕਰਨ ਦੇ ਲਈ ਵੀ। ਕਰਨ ਲਈ ਤੁਹਾਨੂੰ ਤੁਸੀਂ $100 ਨਾਲ ਟਰਾਈ ਕਰ ਸਕਦੇ ਹੋ, 8,000 ਬਣਦਾ ਇੰਡੀਆ ਦਾ। ਠੀਕ ਹੈ, ਗਿਵ ਇਟ ਏ ਟਰਾਈ ਕਿ ਤੁਸੀਂ ਮਾਰਕੀਟ 'ਚ ਫਿੱਟ ਹੋ, ਤੁਹਾਡੇ 'ਚ ਕਿਹੜੀ ਕਿਹੜੀ ਕਮੀ ਹੈਗੀ ਹੈ ਹਲੇ, ਉਸ 'ਤੇ ਕੰਮ ਕਰਨ ਲਈ ਤੁਸੀਂ ਟਰਾਈ ਦੇਣੀ ਹੈ ਇਹਨੂੰ। ਠੀਕ ਹੈ, ਸਿੱਖਣ ਤੋਂ ਬਾਅਦ, ਥਿਓਰੀ ਖਤਮ ਹੋਣ ਤੋਂ ਬਾਅਦ, ਡੈਮੋ 'ਤੇ ਪ੍ਰੈਕਟਿਸ ਕਰਨ 'ਤੇ ਰਿਜ਼ਲਟ ਲੈਣ ਤੋਂ ਬਾਅਦ 65% ਤੋਂ ਜ਼ਿਆਦਾ। ਠੀਕ ਹੈ, ਸੋ ਮਿਨੀਮਮ ਰਿਸੋਰਸਿਸ ਕੀ ਚਾਹੀਦੇ ਨੇ? ਹਰ ਚੀਜ਼ ਫ੍ਰੀ ਹੈਗੀ ਹੈ। ਫੋਨ ਤੁਹਾਡੇ ਕੋਲ ਆਲਰੇਡੀ ਹੈਗਾ, ਇਸ ਵੇਲੇ ਅਟੈਂਡ ਕਰ ਰਹੇ ਹੋ, ਇੰਟਰਨੈਟ ਵੀ ਹੈਗਾ ਤਾਂ ਹੀ ਜੁੜੇ ਹੋਏ ਹੋ। MT5 ਇੱਕ ਸੌਫਟਵੇਅਰ ਆਉਂਦਾ MetaTrader 5, ਦੁਨੀਆ ਦਾ ਹਰ ਟਰੇਡਰ ਇਹਦੇ ਉੱਤੇ ਜਾ ਕੇ ਟਰੇਡ ਕਰਦਾ ਹੈ। ਠੀਕ ਹੈ, ਇਹ ਮੋਸਟ ਟਰਸਟਡ ਪਲੇਟਫਾਰਮ ਹੈਗਾ, ਹਰ ਬ੍ਰੋਕਰ ਇਹੀ ਰਿਕਮੈਂਡ ਕਰਦਾ ਹੈ। ਠੀਕ ਹੈ, ਟ੍ਰੇਡਿੰਗ ਵਿਊ ਇੱਕ ਵੈਬਸਾਈਟ ਹੈਗੀ ਹੈ, ਫ੍ਰੀ ਆਫ ਕੋਸਟ ਹੈਗੀ ਹੈ। ਜਾਓ ਆਪਣਾ ਈਮੇਲ ਨਾਲ ਉੱਥੇ ਅਕਾਊਂਟ ਬਣਾਓ, ਉਹਦਾ ਇੱਕ ਅਲੱਗ ਸੈਸ਼ਨ ਹੋਏਗਾ ਨੈਕਸਟ ਸੈਸ਼ਨ ਦੇ ਟ੍ਰੇਨਿੰਗ ਸੈਸ਼ਨ ਦੇ ਵਿੱਚ। ਓਕੇ, ਕਿਵੇਂ ਤੁਸੀਂ ਉਹਨੂੰ ਯੂਜ਼ ਕਰਨਾ ਹੈ ਉਹ। ਠੀਕ ਹੈ, ਸੋ ਉਹ ਚੀਜ਼ ਜਿਹੜੀ ਹੈਗੀ ਹੈ ਤੁਹਾਨੂੰ ਉਹ ਫ੍ਰੀ 'ਚ ਮਿਲੇਗੀ। ਉਹ ਵੀ ਉੱਥੇ investing.com ਹੈਗੀ ਹੈ, ਕਿਹੜੀ ਨਿਊਜ਼ ਆ ਰਹੀ ਹੈ ਕਿਹੜੀ ਕੰਟਰੀ ਦੀ ਕਿਸ ਵੇਲੇ ਕਿੱਦਾਂ ਪੜ੍ਹਨੀ ਆ, ਉਹ investing.com ਹੈ, ਇਹ ਵੀ ਫ੍ਰੀ ਵੈਬਸਾਈਟ ਹੈਗੀ ਹੈ। ਸੋ ਆਲਮੋਸਟ ਤੁਹਾਨੂੰ ਸਾਰੇ ਟੂਲਸ ਫ੍ਰੀ ਨੇ। ਇੱਦਾਂ ਦਾ ਦੁਨੀਆ 'ਚ ਕੋਈ ਬਿਜ਼ਨਸ ਨਹੀਂ ਹੈ ਕਿ ਤੁਹਾਨੂੰ $50 ਮਿਨੀਮਮ ਜਿਹੜਾ ਹੈਗਾ ਡੇਲੀ ਦੇ ਕਮਾਣੇ ਸਿਖਾ ਦੇ, 4,000 ਰੁਪਈਆ। ਦੈਟ ਇਜ਼ ਆਲਸੋ ਫ੍ਰੀ ਆਫ ਕੋਸਟ, ਆਲਮੋਸਟ ਫ੍ਰੀ। ਓਕੇ, ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਤੁਹਾਨੂੰ ਐਸਾ ਕੋਈ ਵੀ ਸੋਫਟਵੇਅਰ ਕੋਈ ਵੀ ਚੀਜ਼ ਨਾ ਰਿਕਮੈਂਡ ਕਰੀਏ ਜਿਹੜਾ ਤੁਹਾਡਾ $1 ਵੀ ਇਨਵੋਲਵ ਹੋਵੇ। ਠੀਕ ਹੈ ਜੀ, ਸੋ ਪੰਜਾਬੀ ਫਿਲਹਾਲ ਕਿਤੇ ਖਾਸ ਨਜ਼ਰ ਨਹੀਂ ਆਉਂਦੇ। ਤੁਹਾਡੇ ਮੋਢਿਆਂ ਦੇ ਉੱਤੇ ਇਹ ਜ਼ਿੰਮੇਵਾਰੀ ਰਹੇਗੀ ਕਿ ਤੁਸੀਂ ਆਪਣੀ ਕਾਮਯਾਬੀ ਲਈ ਦੀ ਲੋਕਾਂ ਨੂੰ ਦਿਖਾਓ ਕਰਕੇ ਵੀ ਅਸੀਂ ਇੱਥੇ ਲੈਵਲ 'ਚ ਪੁੱਜੇ ਹਾਂ ਇੱਥੇ। ਠੀਕ ਹੈ, ਸੋ ਇਹਦੇ ਲਈ ਕੋਈ ਐਜੂਕੇਸ਼ਨ ਨਹੀਂ ਚਾਹੀਦੀ, ਕੋਈ ਬੇਸਿਕ ਨੌਲੇਜ ਨਹੀਂ ਚਾਹੀਦੀ ਹੈ। ਸਿਰਫ ਸੁਣਨ ਵਾਲਾ ਬੰਦਾ ਅਤੇ ਜਿਹਦੇ 'ਚ ਕਰਨ ਦੀ ਚਾਹਤ ਹੈਗੀ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਸਕਸੈਸ ਹੋਣਾ ਹੈਗਾ, ਉਹਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਨੈਕਸਟ ਸੈਸ਼ਨ 'ਚ ਗੱਲ ਕਰਾਂਗੇ ਐਸੇ ਲੈਜੈਂਡ ਬੰਦੇ ਜਿਹੜੇ ਬਿਲਕੁਲ 6 ਸਾਲ ਪਹਿਲਾਂ ਜ਼ੀਰੋ ਤੋਂ ਉੱਠੇ ਸੀਗੇ, ਅੱਜ ਉਹਨਾਂ ਦੀ 4 ਕੰਟਰੀਆਂ 'ਚ $1 ਬਿਲੀਅਨ ਦੇ ਬਿਜ਼ਨਸਿਸ ਨੇ। ਦੁਬਈ, ਕੈਨੇਡਾ ਅਤੇ ਪਾਕਿਸਤਾਨ, ਇੰਡੀਆ ਦੇ ਵੀ ਹੈਗੇ ਨੇ ਕੁਝ। ਠੀਕ ਹੈ, ਸੋ ਸਾਡੇ ਆਪਣੇ ਲੋਕ ਵੀ ਨੇ ਅਮਰੀਕਾ 'ਚ ਬੈਠੇ ਨੇ, ਲੇਕਿਨ ਦੱਸਦੇ ਨੇ ਕਿਸੇ ਨੂੰ ਵੀ ਸੀਕ੍ਰੇਟ ਕੀ ਹੈ ਇਹ। ਓਕੇ, ਸੋ ਅਸੀਂ ਆਪਣੀ ਜਿਹੜੀ ਹੈਗੀ ਹੈ ਫਿਊਚਰਿਸਟਿਕ ਮਾਰਕੀਟ ਪੰਜਾਬੀ ਦੀ ਪ੍ਰੈਜ਼ੈਂਸ ਵਧਾਵਾਂਗੇ। ਠੀਕ ਹੈ, ਤੁਸੀਂ ਵੀ ਉਹਨਾਂ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੋਗੇ। ਓਕੇ, ਸੋ ਪੰਜਾਬੀ ਕਿਉਂ ਕਿਵੇਂ ਉਹ ਤਾਂ ਚਲੋ ਕਹਿਣ ਦੀ ਗੱਲ ਨਹੀਂ ਹੈਗੀ ਹੈ। ਹੁਣ ਦੇਖੋ ਤੁਸੀਂ ਪੂਰੇ ਵਰਲਡ ਦੀ ਜਿਹੜੀ ਸਟਾਕ ਮਾਰਕੀਟ ਹੈਗੀ ਹੈ ਉਹ ਇੱਥੇ ਰੈੱਡ ਕਲਰ 'ਚ ਦੱਸੀ ਗਈ ਹੈ। ਓਕੇ ਜੀ, ਸਟਾਕਸ ਨੂੰ ਅਸੀਂ ਮਾੜਾ ਨਹੀਂ ਕਹਿੰਦੇ, ਸਟਾਕ ਪੈਸੇ ਹੋਣਗੇ ਤਾਂ ਇਨਵੈਸਟ ਕਰੋਗੇ ਨਾ। ਜਿਹਨੂੰ ਰੈਗੂਲਰ ਇਨਕਮ ਚਾਹੀਦੀ ਹੈਗੀ ਹਰ ਮਹੀਨੇ, ਉਹ ਸਟਾਕਸ 'ਚ ਇਨਵੈਸਟ ਨਾ ਕਰੇ, ਕਿਉਂਕਿ ਸਟਾਕਸ ਇੱਕ ਲੌਂਗ ਟਰਮ ਦੀ ਗੇਮ ਹੁੰਦੀ ਹੈ। ਸਟਾਕਸ ਤੁਹਾਨੂੰ ਹਰ ਮਹੀਨੇ ਹਰ ਰੋਜ਼ ਤੁਹਾਨੂੰ ਪੈਸਾ ਨਹੀਂ ਦੇਗਾ। ਓਕੇ, ਫੋਰੈਕਸ ਤੁਸੀਂ ਡੇਲੀ ਵੀ ਕਰ ਸਕਦੇ ਹੋ, ਵੀਕਲੀ ਕਰ ਸਕਦੇ ਹੋ, ਸਬ ਟੂ ਯੂ। ਓਕੇ, ਸੋ ਕਿੰਨੀ ਕੁ ਵੱਡੀ ਮਾਰਕੀਟ ਹੈਗੀ ਹੈ, ਜਿਹੜੀ ਸਟਾਕਸ ਹੈਗੇ ਨੇ ਪੂਰੇ ਸਾਲ ਦੇ $60 ਟ੍ਰਿਲੀਅਨ ਦੇ ਸਟਾਕਸ ਨੇ ਪੂਰੇ ਵਰਲਡ ਦੀ ਕੰਪਨੀਜ਼ ਦੇ ਮਿਲਾ ਕੇ। ਫੋਰੈਕਸ 2.4 ਕੁਆਡਰਿਲੀਅਨ, ਸ਼ਾਇਦ ਅਸੀਂ ਇਹ ਲਫ਼ਜ਼ ਵੀ ਅੱਜ ਪਹਿਲੀ ਵਾਰੀ ਪੜ੍ਹਿਆ ਹੋਣਾ ਹੈ ਨਾ। ਓਕੇ, ਸੋ ਇੰਨੀ ਵੱਡੀ ਮਾਰਕੀਟ ਹੈਗੀ, ਤੁਸੀਂ ਕੰਪੈਰੀਜ਼ਨ 'ਚ ਦੇਖ ਸਕਦੇ ਹੋ ਕਿ ਕਿੰਨੀ ਕੁ ਵੱਡੀ ਹੈਗੀ ਹੈ, ਕਿੰਨਾ ਕੁ ਇਹਦਾ ਵੋਲਿਊਮ ਹੈ, ਕਿੰਨਾ ਕੁ ਇਹਦੇ 'ਚ ਪੋਟੈਂਸ਼ੀਅਲ ਹੈਗਾ ਹੈ। ਓਕੇ, ਸੋ ਇਹ ਮਾਰਕੀਟ ਦਾ ਤੁਸੀਂ ਇੱਕ ਸਮੁੰਦਰ ਦੇ ਵਿੱਚ ਸਵਿਮਿੰਗ ਕਰਨ ਜਾ ਰਹੇ ਹੋ। ਸੋ ਜਿਹੜਾ ਇੰਗਲੈਂਡ ਹੈਗਾ ਪੂਰੀ ਵਰਲਡ ਦੀ ਫੋਰੈਕਸ ਦਾ 43% ਜਿਹੜਾ ਵੋਲਿਊਮ ਹੈਗਾ ਉਹ ਟਰੇਡ ਕਰਦਾ ਹੈ ਆਪਣੇ ਸੈਸ਼ਨਸ ਦੇ ਵਿੱਚ, ਕਿਉਂਕਿ ਅਮਰੀਕਾ ਇੰਗਲੈਂਡ ਬਹੁਤ ਪੁਰਾਣਾ ਇੱਕ ਖਿਲਾੜੀ ਹੈਗਾ। ਠੀਕ ਹੈ, ਲੰਡਨ ਮਾਰਕੀਟ ਕਹਿੰਦੇ ਨੇ, ਬਹੁਤ ਲੰਬਾ ਸੈਸ਼ਨ ਹੁੰਦਾ ਹੈ। 1.5% ਜਰਮਨੀ, 3.3 ਸਵਿਟਜ਼ਰਲੈਂਡ, ਦੇਖੋ ਕਿੰਨਾ ਲੋਕਾਂ ਦਾ ਪੈਸਾ ਉੱਥੇ ਬਲੈਕ 'ਚ ਪਿਆ, ਉਹ ਵੀ 3.3% ਹੈ। ਫਰਾਂਸ 2%, ਚਾਈਨਾ, ਇੱਧਰ ਸਾਰਾ ਮਿਲਾ ਕੇ ਇੱਧਰ US ਟੋਟਲ ਜਿਹੜਾ ਹੈਗਾ ਉਹਦਾ ਵੋਲੀਅਮ 16.5 ਜਿਹੜਾ ਹੈਗਾ % ਹੈਂਡਲ ਕਰਦਾ ਹੈ ਪੂਰੀ ਫੋਰੈਕਸ ਦਾ। ਓਕੇ, ਹੁਣ ਨੈਕਸਟ ਆ ਗਿਆ ਟਾਈਮ ਜ਼ੋਨ।
ਤੁਸੀਂ ਦੇਖ ਸਕਦੇ ਹੋ ਫਲੈਕਸੀਬਿਲਿਟੀ। ਲੰਡਨ ਜਦੋਂ ਖਤਮ ਹੋ ਗਿਆ GMT ਟਾਈਮ ਦੇ ਅਕੋਰਡਿੰਗ, ਲੰਡਨ ਜਦੋਂ ਅੱਧਾ ਹੋ ਗਿਆ ਨਿਊਯਾਰਕ ਸ਼ੁਰੂ ਹੋ ਗਿਆ, ਨਿਊਯਾਰਕ ਖਤਮ ਹੋ ਗਿਆ ਸਿਡਨੀ ਸ਼ੁਰੂ ਹੋ ਗਿਆ, ਸਿਡਨੀ ਨਾਲੇ ਸ਼ੁਰੂ ਹੋਇਆ ਸੀ ਟੋਕੀਓ ਜਿਹਨੂੰ ਅਸੀਂ ਏਸ਼ੀਅਨ ਸਟੇਸ਼ਨ ਕਹਿੰਦੇ ਨੇ ਯੈਲੋ ਕਲਰ 'ਚ, ਉਹ ਸ਼ੁਰੂ ਹੋ ਗਿਆ। ਸੋ ਇਹ ਬੈਕ ਟੂ ਬੈਕ ਸਾਈਕਲ ਚੱਲਿਆ ਹੋਇਆ 22 ਘੰਟੇ ਚੱਲਦਾ ਰਹਿੰਦਾ, ਠੀਕ ਹੈ ਜੀ। ਸੋ ਟ੍ਰੇਡਿੰਗ ਇੰਸਟਰੂਮੈਂਟ ਤੁਸੀਂ ਕਿਹੜੇ ਕਿਹੜੇ ਕਰਨੇ ਨੇ, ਹੁਣ ਤੁਹਾਨੂੰ ਫੋਰੈਕਸ ਦੇ ਵਿੱਚ ਆਹ ਚੀਜ਼ਾਂ ਆ ਜਾਂਦੀਆਂ ਸਾਰੀਆਂ, ਸਟੋਕਸ ਫੋਰੈਕਸ ਮਿਲਾ ਕੇ। ਜਿਹੜਾ ਤੁਸੀਂ ਬ੍ਰੋਕਰ ਨਾਲ ਜੁੜਨਾ ਹੈ ਤੁਹਾਨੂੰ ਉਹ ਹਰ ਚੀਜ਼ ਦੇਗਾ, ਸਟੋਕ, CFD, ਮੈਟਲਸ। ਆਪਾਂ ਸਿਰਫ ਫੋਰੈਕਸ ਕਰਨੀ ਹੈ, ਕਰੰਸੀ ਕਰਨੀ ਹੈ ਅਸੀਂ, ਠੀਕ ਹੈ। ਕਰੰਸੀ ਵਿੱਚ ਵੀ ਗੋਲਡ ਜਿਹੜਾ ਹੈ ਕਰੰਸੀ ਦੇ ਵਿੱਚ ਹੀ ਐਡ ਹੋ ਜਾਂਦਾ ਹੈ, ਕਿਉਂਕਿ ਉਹ ਡਾਲਰ ਨਾਲ ਦੀ ਟ੍ਰਾਂਜੈਕਸ਼ਨ ਹੁੰਦੀ ਹੈ। XAU USD ਦੀ ਜਿਹੜੀ ਹੈਗੀ ਟਰਮ ਹੈਗੀ ਹੈ, ਕਰੰਸੀ ਡੈਰੀਵੇਟਿਵ ਹੈ ਉਹ, ਠੀਕ ਹੈ। ਸੋ ਕਰੰਸੀ ਡੈਰੀਵੇਟਿਵ ਦੇ ਨਾਲ ਅਸੀਂ ਇੱਕੋ ਹੀ ਟ੍ਰੇਡ ਕਰਨਾ ਹੈ, ਤੁਸੀਂ ਬਾਕੀ ਕਿੰਨਾ ਕੁਝ ਕਰ ਸਕਦੇ ਹੋ। ਲੱਖਾਂ ਦੇ ਹਿਸਾਬ ਨਾਲ ਸਟੋਕਸ ਪਏ ਨੇ ਕੰਪਨੀਜ਼ ਦੇ, ਵਰਲਡ ਦੀਆਂ ਸਾਰੀ ਕੰਪਨੀਜ਼ ਦੇ। ਆਪਸ਼ਨਸ ਪਈਆਂ ਹੈ, ਫੋਰਵਰਡ ਕੰਟਰੈਕਟ ਪਏ ਹੈ, ਫਿਊਚਰ ਕੰਟਰੈਕਟ ਪਏ ਹੈ, CFD ਪਏ ਹੈ, ਇੰਡੈਸਿਸ ਪਏ ਨੇ ਸਾਰਾ, ਠੀਕ ਹੈ। ਸੋ ਮੈਟਲਸ ਪਈਆਂ ਹੈ, ਤੁਸੀਂ ਕੋਪਰ, ਸਿਲਵਰ, ਪਲੇਟੀਨਮ, ਮਤਲਬ ਹਰ ਚੀਜ਼, ਆਇਲ, ਕੱਚਾ ਤੇਲ ਜਿਹੜਾ ਜਿਹਦਾ ਪੈਟਰੋਲ ਡੀਜ਼ਲ ਨਿਕਲਦਾ ਜਿਹਦੇ ਚੋਂ, ਸੋਇਆਬੀਨ, ਤੁਸੀਂ ਹਰ ਚੀਜ਼ ਦੀ ਟ੍ਰੇਡਿੰਗ ਕਰ ਸਕਦੇ ਹੋ ਇੱਥੇ ਆਨਲਾਈਨ ਆ ਕੇ। ਤੁਹਾਨੂੰ ਬਸ ਪਤਾ ਹੋਣਾ ਚਾਹੀਦਾ ਕਿ ਪ੍ਰਾਈਸ ਨੇ, ਰੇਟ ਨੇ ਉੱਪਰ ਜਾਣਾ ਜਾਂ ਨੀਚੇ ਜਾਣਾ, ਠੀਕ ਹੈ। ਤੁਹਾਨੂੰ ਜੇ ਪਤਾ ਹੈ ਸੋ ਯੂ ਆਰ ਰਿਚ। ਇਹ ਸਿੰਬਲਸ ਜਿਹੜੇ ਹੈਗੇ ਡਾਲਰ ਦਾ ਹੈਗਾ, ਯੂਰੋਪੀਅਨ ਯੂਨੀਅਨ ਦਾ, ਠੀਕ ਹੈ, ਇਹ ਉਹ ਕੈਨੇਡੀਅਨ ਡਾਲਰ, ਆਸਟ੍ਰੇਲੀਅਨ ਡਾਲਰ, ਫਰੈਂਕ ਹੋ ਗਿਆ, ਯੇਨ ਹੋ ਗਿਆ, ਹੈ ਨਾ, ਇਹ ਸਿੰਬਲਸ ਨੇ। ਸੋ ਇੰਜ ਅਸੀਂ ਉਹਨੂੰ ਪੜ੍ਹਦੇ ਆ। ਡਾਲਰ ਦਾ ਇਹ ਸਿੰਬਲ ਹੈਗਾ, GBP, ਇਹ ਤਿੰਨ ਲਫ਼ਜ਼ ਲਏ ਹੋਏ ਹੈ, ਇਹ ਮਿਲਾ ਕੇ ਨਾਲ 3 ਹੋਰ ਜੋੜ ਕੇ ਇੱਕ ਪੇਅਰ ਬਣਦਾ ਹੈ। ਜਿਵੇਂ USD GBP ਦਾ ਜੇ ਅਸੀਂ ਡਾਲਰ ਦੇ ਕੇ ਅਸੀਂ ਲੈਣਾ ਹੈ ਪਾਊਂਡ ਦੇ ਕੇ ਤਾਂ USD GBP ਆਏਗਾ, ਜਾਂ GBP USD ਆਏਗਾ, ਠੀਕ ਹੈ। ਤੁਸੀਂ ਡਾਲਰ ਦੇ ਕੇ ਯੂਰੋ ਲੈਣਾ ਹੈ, ਠੀਕ ਹੈ, ਤੁਸੀਂ USD ਇਹ ਨਾਲ ਜੁੜ ਜਾਏਗਾ। ਸੋ ਇਹ ਮੇਜਰ ਪੇਅਰ ਨੇ। ਇਹ ਉਹ ਕੰਟਰੀਜ਼ ਹੈ ਸਾਊਥ ਕੋਰੀਆ ਨੂੰ ਛੱਡ ਕੇ, ਠੀਕ ਹੈ, ਟਰਕੀ ਨੂੰ ਛੱਡ ਕੇ, ਜਿਹੜੀ ਮਤਲਬ ਮੇਨ ਨੇ, ਇਹ ਮੇਜਰ ਇਕੋਨਮੀਜ਼ ਹੈਗੀਆਂ। ਅਮਰੀਕਾ ਸਭ ਤੋਂ ਮੇਜਰ ਕੰਟਰੀ ਹੈਗਾ, ਇਕੋਨਮੀ ਹੈਗਾ। ਪਾਊਂਡ ਜਿਹੜਾ ਇੰਗਲੈਂਡ ਹੈਗਾ ਬਹੁਤ ਮੇਜਰ ਇਕੋਨਮੀ ਹੈਗਾ। ਯੂਰੋਪੀਅਨ ਯੂਨੀਅਨ ਜਿਹੜੀ ਕਰੰਸੀ ਹੈਗੀ ਮੇਜਰ ਕਰੰਸੀ, ਕਿਉਂਕਿ ਬਹੁਤ ਕੰਟਰੀਆਂ ਦਾ ਆਪਸ ਵਿੱਚੋਂ ਇੱਕ ਜੋੜ ਹੈਗਾ, ਠੀਕ ਹੈ। ਜਾਪਾਨ ਬਹੁਤ ਵੱਡਾ ਐਕਸਪੋਰਟਰ ਹੈਗਾ, ਠੀਕ ਹੈ, ਦੁਨੀਆ ਦਾ ਐਕਸਪੋਰਟਰ ਹੱਬ ਹੈਗੀ ਆ ਉਹ। ਸੋ ਸਵਿਸ ਫਰੈਂਕ ਦਾ ਸਾਰਾ ਬਲੈਕ ਮਨੀ ਇੱਥੇ ਪਿਆ, ਉਹ ਵੀ ਇੱਕ ਬਹੁਤ ਮੇਜਰ ਕਰੰਸੀ ਹੈਗੀ ਹੈ। ਕੈਨੇਡੀਅਨ ਡਾਲਰ ਹੈਗਾ, ਆਸਟ੍ਰੇਲੀਅਨ ਡਾਲਰ ਹੈਗਾ, ਨਿਊਜ਼ੀਲੈਂਡ ਡਾਲਰ ਹੈਗਾ, ਇਹ ਮੇਨ ਕਰੰਸੀਜ਼ ਹੈ। ਇਹ ਜਦੋਂ ਆਪਸ 'ਚ ਮਿਲਦੀਆਂ ਨਾ ਦੋਨੇ ਦੋ ਕਰੰਸੀਆਂ, ਫਿਰ ਇਹ ਮੇਜਰ ਪੇਅਰ ਬਣਦਾ। ਜਦੋਂ ਆਪਸ 'ਚ ਦੋਨੇ ਮੇਜਰ ਹੋਵੇ ਫਿਰ ਮੇਜਰ ਪੇਅਰ ਬਣਦਾ ਜੀ, ਠੀਕ ਹੈ। ਨੈਕਸਟ ਚਲੀਏ ਜੀ। ਹੁਣ ਫੋਰੈਕਸ ਕਿਵੇਂ ਬਣਦਾ ਹੈ। GBP ਹੈਗਾ ਗ੍ਰੇਟ ਬ੍ਰਿਟੇਨ ਪਾਊਂਡ, ਸਿੰਬਲ ਜਿਹੜਾ ਅਸੀਂ ਇੱਥੇ ਦੇਖੇ ਸੀਗੇ, ਤੁਸੀਂ ਇਹਨੂੰ ਰੱਟਾ ਮਾਰ ਲੈਣਾ, ਠੀਕ ਹੈ। ਇਹ ਆਪਸ ਮਿਲ ਕੇ ਹੀ ਸਾਰਾ ਕੰਬੀਨੇਸ਼ਨ ਹੈਗਾ ਇਹਨਾਂ ਦਾ, ਓਕੇ। GBP ਗ੍ਰੇਟ ਬ੍ਰਿਟੇਨ ਪਾਊਂਡ ਮਿਲ ਕੇ ਇਹ ਬੇਸ ਕਰੰਸੀ ਮੰਨੀ ਜਾਏਗੀ। ਇਹ ਉਹ ਕਰੰਸੀ ਜਿਹੜੀ ਤੁਸੀਂ ਖਰੀਦਣੀ ਹੈਗੀ ਹੈ, ਓਕੇ। ਤੁਸੀਂ ਪਾਊਂਡ ਖਰੀਦਣਾ ਹੈਗਾ ਡਾਲਰ ਦੇ ਕੇ, ਓਕੇ। ਫਿਰ ਇਹ ਦੋਨਾਂ ਨੂੰ ਮਿਲਾ ਕੇ ਬਣੇਗਾ ਪੇਅਰ, ਕਿਉਂਕਿ ਪੇਅਰ ਲਈ 2 ਚੀਜ਼ਾਂ ਦਾ ਹੋਣਾ ਜ਼ਰੂਰੀ ਹੈਗਾ, ਓਕੇ। ਸੋ ਇਹ ਬਣੇਗਾ GBP USD। ਤੁਸੀਂ MT5 ਤੇ ਜਾ ਕੇ ਸਿਲੈਕਟ ਕਰਨਾ, ਤੁਸੀਂ ਟ੍ਰੇਡਿੰਗ ਵਿਊ ਤੇ ਜਾ ਕੇ ਇਹਦਾ ਐਨਾਲਿਸਿਸ ਕਰਨਾ, ਅੰਦਾਜ਼ਾ ਲਾਣਾ ਕਿ ਉੱਪਰ ਜਾਏਗਾ ਨੀਚੇ ਜਾਏਗਾ, ਤੁਸੀਂ ਉਦੋਂ ਬਾਏ ਜਾਂ ਸੈਲ ਕਰਨਾ ਹੈ। ਸੋ ਇਟ ਵਿਲ ਗੋ ਹੈਡ ਵਿਦ ਦਿਸ। ਸੋ ਫੋਰੈਕਸ ਦੇ ਵਿੱਚ ਇੱਕ ਹੋਰ ਬਿਊਟੀ ਵੀ ਹੈਗੀ ਹੈ ਕਿ ਤੁਸੀਂ ਜਦੋਂ MT5 ਖੋਲ੍ਹਣਾ ਨਾ ਸੌਫਟਵੇਅਰ, ਤੁਹਾਨੂੰ 2 ਆਪਸ਼ਨ ਮਿਲਣੀ ਹੈ ਹਰ ਚੀਜ਼ ਦੇ ਨਾਲ। ਤੁਸੀਂ ਬਾਏ ਵੀ ਕਰ ਸਕਦੇ ਹੋ, ਸੈਲ ਵੀ ਕਰ ਸਕਦੇ ਹੋ। ਤੁਸੀਂ ਜੇ ਬਾਏ ਕੀਤਾ ਮਤਲਬ ਤੁਸੀਂ ਸੋਚਿਆ ਕਿ ਉਹਨਾਂ ਉੱਪਰ ਜਾਣਾ ਹੈ, ਪ੍ਰਾਈਸ ਨੇ ਉੱਪਰ ਗਿਆ, ਤੁਸੀਂ ਬਾਏ ਦੀ ਪੋਜੀਸ਼ਨ ਖੋਲ੍ਹੀ ਹੈ, ਉੱਪਰ ਗਿਆ, ਤੁਹਾਨੂੰ ਪ੍ਰੋਫਿਟ ਹੋ ਜਾਏਗਾ। ਤੁਸੀਂ ਲੇਕਿਨ ਜੇ ਉਹ ਡਾਊਨ ਚਲਾ ਗਿਆ, ਉੱਪਰ ਜਾਣ ਦੀ ਬਜਾਏ ਡਾਊਨ ਚਲਾ ਗਿਆ, ਫਿਰ ਤੁਹਾਨੂੰ ਲੋਸ ਹੋਏਗਾ। ਉੱਥੇ ਅਸੀਂ ਸਟਾਪ ਲੋਸ ਯੂਜ਼ ਕਰਦੇ ਹਾਂ ਕਿ ਕੰਟਰੋਲਡ ਸਾਨੂੰ ਲੋਸ ਹੋਵੇ। ਇਹ ਨਹੀਂ ਕਿ ਮੇਰਾ ਪੂਰਾ ਅਕਾਊਂਟ ਹੀ ਖਤਮ ਹੋ ਜਾਏ ਅਤੇ ਮਤਲਬ ਰੁਕੇ ਨਾ ਉਹ ਚੀਜ਼, ਠੀਕ ਹੈ। ਸੋ ਜੇ ਉੱਪਰ ਗਿਆ ਤੁਹਾਨੂੰ ਪ੍ਰੋਫਿਟ ਹੋਏਗਾ। ਸੈਲ ਪੋਜੀਸ਼ਨ ਦੇ ਵਿੱਚ ਇਹ ਬਾਏ ਪੋਜੀਸ਼ਨ ਹੈਗੀ ਹੈ ਸੇਮ ਪੇਅਰ ਦੀ। ਤੁਸੀਂ ਯੂਰੋ USD ਨੂੰ ਬਾਏ ਵੀ ਕਰ ਸਕਦੇ ਹੋ, ਸੈਲ ਵੀ ਕਰ ਸਕਦੇ ਹੋ। ਤੁਹਾਡੇ ਸਿਰਫ ਅਕਾਊਂਟ 'ਚ ਡਾਲਰ ਹੋਣੇ ਚਾਹੀਦੇ। ਜਿੰਨੇ ਤੁਹਾਡੇ ਪੈਸੇ ਹੈ ਤੁਸੀਂ ਉਹਦੇ ਹਿਸਾਬ ਨਾਲ ਵੀ ਕੁਆਂਟਿਟੀ ਕਿ ਮੈਂ ਫੁੱਲ ਲੋਟ ਲੈਣਾ ਹੈ, ਹਾਫ ਲੈਣਾ ਹੈ। ਛੋਟੇ ਤੋਂ ਛੋਟਾ ਲੋਟ ਹੁੰਦਾ ਹੈ 1% ਕਿਸੇ ਦਾ ਵੀ, ਕਿਸੇ ਵੀ ਚੀਜ਼ ਦਾ, ਉਹਨੂੰ ਮਾਈਕਰੋ ਲੋਟ ਕਹਿੰਦੇ ਆ, ਉਹ ਵੀ ਅਸੀਂ ਲੈ ਸਕਦੇ। ਸੋ $100 ਵਾਲਾ ਵੀ ਵਧੀਆ ਕਰ ਸਕਦਾ ਹੈ ਗਰੋਥ, ਠੀਕ ਹੈ, ਜਿਹਦੇ ਕੋਲ $100 ਨੇ। ਸੋ ਬਾਏ ਵੀ ਕਰ ਸਕਦੇ ਹੋ, ਸੈਲ। ਤੁਸੀਂ ਸੈਲ ਕੀਤਾ ਇਹ ਸੋਚ ਕੇ ਵੀ ਡਾਊਨ ਜਾਏਗਾ, ਜਦੋਂ ਉਹ ਡਾਊਨ ਗਈ ਮਾਰਕੀਟ ਤੁਸੀਂ ਸੈਲ ਕੀਤਾ ਹੋਇਆ ਫਿਰ ਤੁਹਾਨੂੰ ਪ੍ਰੋਫਿਟ ਹੋਏਗਾ। ਲੇਕਿਨ ਜੋ ਬਾਈ ਚਾਂਸ ਨੀਚੇ ਨਾ ਜਾਣ ਦੀ ਬਜਾਏ ਉੱਪਰ ਚਲੀ ਗਈ ਫਿਰ ਤੁਹਾਨੂੰ ਲੋਸ ਹੋਏਗਾ। ਉੱਥੇ ਵੀ ਅਸੀਂ ਸਟਾਪ ਲੋਸ ਯੂਜ਼ ਕਰਨਾ ਹੈ ਕਿ ਇੰਨਾ ਕੁ $10 ਦਾ ਲੋਸ ਹੋ ਕੇ ਮੇਰੀ ਟ੍ਰੇਡ ਬੰਦ ਹੋ ਜਾਏ। ਮੈਂ ਕੱਲ੍ਹ ਨੂੰ ਦੇਖਾਂਗਾ ਫਿਰ ਟਰਾਈ ਕਰਕੇ, ਓਕੇ। ਸੋ ਭਾਜੀ ਇਹ ਥੋੜਾ ਪਲੀਜ਼ ਰਿਪੀਟ ਕਰੋਗੇ ਇੱਕ ਵਾਰ, ਇਹ ਬਾਏ ਸੈਲ ਵਾਲਾ ਥੋੜਾ ਜਿਹਾ। ਫੋਰੈਕਸ
ਜੀ ਫੋਰੈਕਸ ਦੀ ਕੋਈ ਵੀ ਬਾਏ ਸੁਣ ਲਓ ਜੀ, ਫੋਰੈਕਸ ਹਾਂਜੀ ਦੀ ਬਿਲਕੁਲ। ਕੋਈ ਵੀ ਕਰੰਸੀ ਤੁਸੀਂ ਬਾਏ ਵੀ ਕਰ ਸਕਦੇ ਹੋ, ਸੈਲ ਵੀ ਕਰ ਸਕਦੇ ਹੋ, ਠੀਕ ਹੈ। ਦੋ ਆਪਸ਼ਨ ਮਿਲਦੀ ਤੁਹਾਨੂੰ MT5 ਦੇ ਉੱਤੇ। ਹੁਣ ਤੁਸੀਂ ਯੂਰੋ USD ਸਿਲੈਕਟ ਕੀਤਾ, ਤੁਹਾਨੂੰ ਲੱਗ ਰਿਹਾ ਕਿ ਨੀਚੇ ਜਾਏਗਾ, ਡਾਊਨ ਜਾਏਗਾ, ਇਹ ਜਿਹੜਾ ਚਾਰਟ ਨੀਚੇ ਇਹਦਾ ਪ੍ਰਾਈਸ ਜਿਹੜਾ ਹੈਗਾ ਨੀਚੇ ਜਾਏਗਾ, ਮਤਲਬ ਜਿਹੜਾ ਇਸ ਸਮੇਂ ਦਾ ਕਰੰਟ ਰੇਟ ਹੈਗਾ ਉਹ ਤੇ ਨੀਚੇ ਗਿਰੇਗਾ, ਠੀਕ ਹੈ। ਤੁਸੀਂ ਫਿਰ ਬਾਏ ਨਹੀਂ, ਤੁਸੀਂ ਬਾਏ ਦੀ ਆਪਸ਼ਨ ਨਹੀਂ ਖੋਲਣੀ ਉੱਥੇ ਪੋਜੀਸ਼ਨ, ਤੁਸੀਂ ਸੈਲ ਦੀ ਪੋਜੀਸ਼ਨ ਖੋਲਣੀ ਹੈਗੀ ਹੈ। ਤੁਸੀਂ ਜੇ ਸੈਲ ਦੀ ਪੋਜੀਸ਼ਨ ਖੋਲੀ ਔਰ ਉਹ ਡਾਊਨ ਚਲਾ ਗਿਆ ਤੁਹਾਡੇ ਅੰਦਾਜ਼ੇ ਦੇ ਅਕੋਰਡਿੰਗ, ਤੁਹਾਡੇ ਐਸਟੀਮੇਟ ਦੇ ਅਕੋਰਡਿੰਗ, ਤੁਹਾਡੇ ਐਨਾਲਿਸਿਸ ਦੇ ਅਕੋਰਡਿੰਗ, ਫਿਰ ਤੁਹਾਨੂੰ ਪ੍ਰੋਫਿਟ ਹੋਏਗਾ। ਤੁਸੀਂ ਸਿਰਫ ਇੰਨਾ ਸਮਝੋ, ਹਲੇ ਇਹ ਨੈਕਸਟ ਸੈਸ਼ਨ ਤੁਹਾਨੂੰ ਡਿਟੇਲ ਚ ਆਏਗਾ, ਠੀਕ ਹੈ। ਇਹ ਸਿਰਫ ਤੁਹਾਡੇ ਨਾਲ ਮੈਂ ਦਿਮਾਗ 'ਚ ਇੱਕ ਛੱਡ ਰਿਹਾ, ਤੁਸੀਂ ਸੋਚਦੇ ਰਹੋ ਵੀ ਯਾਰ ਇਹ ਕਿੱਦਾਂ ਹੋ ਸਕਦਾ, ਜਿਹੜੀ ਚੀਜ਼ ਮੈਂ ਬਾਈ ਮੇਰੇ ਕੋਲ ਹੈ ਹੀ ਨਹੀਂ, ਮੈਂ ਉਹਨੂੰ ਸੈੱਲ ਕਿਵੇਂ ਕਰ ਸਕਦਾ ਹੈ, ਰਾਈਟ, ਸੋਚਦੇ ਰਹੋ। ਸੋ ਜੇ ਤੁਸੀਂ ਇਹ ਪੇਅਰ ਨੂੰ ਬਾਏ ਵੀ ਕਰ ਸਕਦੇ, ਤੁਸੀਂ ਬਾਏ ਦਾ ਬਟਨ ਦਬਾਇਆ ਕਿ ਮੈਂ ਜੀ ਇੰਨਾ ਜਿਹੜਾ ਬਾਏ ਕਰਨਾ ਹੈ, ਜੇ ਉੱਤੇ ਚਲਾ ਗਿਆ ਤੁਹਾਨੂੰ ਉਹ ਤੋਂ ਪ੍ਰੋਫਿਟ ਹੋਏਗਾ। ਸੋ ਇਹਨੂੰ ਅਸੀਂ ਬਾਏ ਤੇ ਸੈਲ, ਸ਼ੋਰਟ ਤੇ ਲੌਂਗ ਕਹਿ ਦਿੰਦੇ ਆ, ਸ਼ੋਰਟ ਕਰਨਾ ਲੌਂਗ ਕਰਨਾ, ਠੀਕ ਹੈ ਜੀ। ਸੋ ਇਹ ਸਾਰੇ ਨਵੀਂ ਚੀਜ਼ ਸੀਗੀ ਮੇਰੇ ਲਈ, ਵੀ ਮੈਂ ਬੜਾ ਕਨਫਿਊਜ਼ ਰਿਹਾ ਬੜੇ ਦਿਨ ਕਿ ਇਹ ਕਿੱਦਾਂ ਹੋ ਸਕਦਾ, ਲੇਕਿਨ ਹੁੰਦਾ ਹੈ, ਠੀਕ ਹੈ। ਸੋ 28% ਟੋਟਲ ਫੋਰੈਕਸ ਦਾ ਯੂਰੋ USD ਦਾ ਪੇਅਰ ਟ੍ਰੇਡ ਕਰਦਾ ਹੈ, ਟੋਟਲ ਵੋਲੀਅਮ। ਉਹਦੇ ਬਾਅਦ ਇਹ 13% USD JPY ਦਾ ਪੇਅਰ ਟ੍ਰੇਡ ਕਰਦਾ ਹੈ, ਮਤਲਬ ਇੰਨਾ ਬਿਜ਼ਨਸ ਇਹ ਕਰਦੇ ਨੇ ਆਪਸ ਲੈਣ ਦੇਣ। GBP ਗ੍ਰੇਟ ਬ੍ਰਿਟੇਨ ਪਾਊਂਡ ਨਾਲ USD ਡਾਲਰ ਦੀ ਐਕਸਚੇਂਜ ਹੁੰਦੀ ਹੈ 11%, ਬਾਕੀ ਕਰੰਸੀਜ਼ ਹੈਗੀ ਹੈ, ਠੀਕ ਹੈ। ਇਹ ਸਾਰੀਆਂ ਪੂਰੇ ਵਰਲਡ ਦੀਆਂ ਮਿਲਾ ਕੇ ਜਿਹੜੀ ਛੋਟੀ ਮੋਟੀ ਰੁਪੀਜ਼ ਵੀ ਇਹਦੇ 'ਚ ਆ ਜਾਂਦਾ ਜੀ, ਠੀਕ ਹੈ। ਸਾਡਾ ਇੰਡੀਆ ਦੀ ਸਾਡੀ ਕੋਈ ਔਕਾਤ ਨਹੀਂ ਹੈਗੀ, ਹੈ ਨਾ, ਇੰਡੀਆ ਦੇ ਵਾਲਿਆਂ ਦੀ। ਸੋ ਫੋਰੈਕਸ ਮਾਰਕੀਟ ਹੁਣ ਅੱਗੇ ਕੀ ਹੋ ਰਿਹਾ, ਆਰਟੀਫਿਸ਼ਲ ਆ ਰਹੀ ਹੈ ਜੀ, ਠੀਕ ਹੈ। ਆਰਮੀ ਦੇ ਵਿੱਚ, ਖੇਤੀਬਾੜੀ ਦੇ ਵਿੱਚ ਇਜ਼ਰਾਈਲ ਨੇ 100% ਬੀਜਾਂ ਦੀ ਸਿਲੈਕਸ਼ਨ ਤੋਂ ਲੈ ਕੇ ਬੀਜਾਂ ਦੀ ਕੁਆਲਿਟੀ ਚੈੱਕ ਕਰਨ ਤੋਂ ਲੈ ਕੇ ਉਹਦੀ ਬਿਜਾਈ ਤੱਕ, ਉਹਦੀ ਇਰੀਗੇਸ਼ਨ ਤੱਕ, ਉਹਦੀ ਕੇਅਰ ਤੱਕ, ਉਹਦੇ ਟੈਂਪਰੇਚਰ ਨਾਪਣ ਤੱਕ, ਹਰ ਚੀਜ਼ ਜਿਹੜੇ ਕੰਮ ਅਸੀਂ ਆਪ ਕਰਦੇ ਹੁੰਦੇ ਸੀਗੇ ਜੱਟ ਜ਼ਮੀਂਦਾਰ, ਹੈ ਨਾ, ਉਹ ਹੁਣ ਰੋਬੋਟਸ ਕਰਦੇ ਨੇ, ਮਸ਼ੀਨਾਂ ਕਰਦੀਆਂ। 100% ਆਰਟੀਫਿਸ਼ਲ ਇੰਟੈਲੀਜੈਂਸ ਆ ਚੁੱਕੀ ਹੈ ਐਗਰੀਕਲਚਰ 'ਚ। ਇਜ਼ਰਾਈਲ ਦੇ ਵਿੱਚ, ਪੰਜਾਬ ਦੇ ਵਿੱਚ ਕਿਉਂ ਅਦਾਨੀ ਪਿੱਛੇ ਪਿਆ ਸੀਗਾ, ਕਿਉਂਕਿ ਉਹਨਾਂ ਵੀ ਇਹੀ ਕਰਨਾ ਸੀ ਇੱਥੇ, ਵੀ ਜ਼ਮੀਨਾਂ ਲੈ ਕੇ ਖੇਤ ਪੱਧਰੇ ਕਰਕੇ ਕਿਲੋਮੀਟਰ ਦੇ ਉੱਥੇ ਉਹਨਾਂ ਉਹੀ ਰੋਬੋਟ ਜਿਹੜੇ ਇਜ਼ਰਾਈਲ ਨੇ ਲਾਏ ਹੋਏ ਆ ਮਸ਼ੀਨਾਂ ਇੱਥੇ ਲਾਣਾ ਸੀ, ਕਿ ਕੋਸਟ ਨਹੀਂ ਹੈਗੀ। ਰੋਬੋਟ ਕੀ ਮੰਗਤਾ ਹੈ, ਚਾਰजिंग ਮੰਗੇਗਾ, ਮਹੀਨੇ ਬਾਅਦ ਸਰਵਿਸ ਮੰਗੇਗਾ, ਮਾੜੀ ਮੋਟੀ ਗਰੀਸ ਵਗੈਰਾ, ਹੈ ਨਾ। ਤਾਂ ਇਨਸਾਨ ਜਿਹੜਾ ਹੈਗਾ ਉਹਦੇ 100 ਬਹਾਨੇ, ਛੁੱਟੀ, ਮੈਡੀਕਲ ਲੀਵ, ਆਹ ਹੋ ਗਿਆ ਜੀ, ਰਿਸ਼ਤੇਦਾਰ ਨੂੰ ਆਹ ਹੋ ਗਿਆ ਜੀ, ਮੈਂ ਹਸਪੀਟਲ ਜਾਣਾ, ਸੋ ਐਕਸਕਿਊਜ਼। ਫਿਰ ਇੰਸ਼ੋਰੈਂਸ ਹੁੰਦੀ ਹੈ, ਉਹਦੇ ਹੈਲਥ ਇੰਸ਼ੋਰੈਂਸ ਹੁੰਦੀ ਹੈ, GPF ਕੱਟੋ, TA ਕੱਟੋ, ਇਹ ਕਰੋ, ਉਹ ਕਰੋ। ਸੋ ਰੋਬੋਟ ਕੁਛ ਨਹੀਂ ਮੰਗਦਾ। ਸੋ ਇਹ ਵਨ ਟਾਈਮ ਇਨਵੈਸਟਮੈਂਟ ਹੁੰਦੀ ਹੈ, ਤਾਂ ਹੀ ਸਾਰੀ ਇੰਡਸਟਰੀ ਰੋਬੋਟਾਈਜ਼ ਹੋ ਰਹੀ ਹੈ, ਠੀਕ ਹੈ। ਸੋ ਆਰਟੀਫਿਸ਼ਲ ਨੇ ਹੋਰ ਜ਼ਿਆਦਾ ਸੌਖਾ ਕਰਤਾ ਕੰਮ ਰੋਬੋਟਸ ਵਾਸਤੇ, ਕਿ ਰੋਬੋਟ ਹੁਣ ਐਜ਼ ਅ ਹਿਊਮਨ ਬਿਹੇਵੀਅਰ ਕਰਨ ਲੱਗ ਗਏ, ਠੀਕ ਹੈ। ਸੋ ਇਹ ਚੀਜ਼ ਥ੍ਰੈਟਨਿੰਗ ਹੈਗੀ ਹੈ, ਓਕੇ। ਸੋ ਤੁਸੀਂ ਇਹਨਾਂ ਵਿੱਚ ਜਿਹੜੇ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ, ਇਹ 4 ਤਰ੍ਹਾਂ ਦੇ ਟਰੇਡਰ ਹੁੰਦੇ ਨੇ ਦੁਨੀਆ 'ਚ, ਫੋਰੈਕਸ ਦੇ ਟਰੇਡਰ, ਸਟਾਕਸ ਦੇ ਟਰੇਡਰ। ਤੁਸੀਂ ਜਾਂ ਤਾਂ ਸਾਰੇ ਬਣ ਸਕਦੇ ਹੋ, ਜਾਂ ਤੁਸੀਂ ਇੱਕ ਤਾਂ ਬਣ ਹੀ ਸਕਦੇ ਹੋ, ਠੀਕ ਹੈ। ਤੁਸੀਂ ਕੋਈ ਟਰੇਡ ਓਪਨ ਕੀਤੀ, ਤੁਸੀਂ ਕੋਈ ਚੀਜ਼ ਨੂੰ ਬਾਏ ਜਾਂ ਸੈਲ ਕੀਤਾ, ਤੁਸੀਂ ਉਹਨੂੰ 5 ਜਾਂ 6 ਮਿੰਟ ਦੇ ਵਿੱਚ ਪੋਜੀਸ਼ਨ ਨੂੰ ਖੋਲ੍ਹ ਕੇ ਪ੍ਰੋਫਿਟ ਜਾਂ ਲੋਸ ਵਿੱਚ ਬੰਦ ਕਰਤਾ, ਠੀਕ ਹੈ ਜੀ। ਫਿਰ ਕੀ ਹੋਇਆ, ਤੁਸੀਂ ਸਕਾਲਪਰ ਦੇ ਅੰਡਰ ਆਣੇ ਆ ਕਿ ਤੁਸੀਂ ਥੋੜ੍ਹੇ ਸਮੇਂ ਲਈ ਟਰੇਡ ਕੀਤੀ, ਤੁਸੀਂ ਉਹ ਟਰੇਡ ਖੋਲ੍ਹੀ, ਤੁਹਾਨੂੰ ਲੱਗਿਆ ਕਿ ਨਹੀਂ ਇਹ ਸ਼ਾਮ ਤੱਕ ਵਧੀਆ ਚੱਲੇਗੀ, ਹੁਣ ਮੈਨੂੰ $50 ਦਾ ਪ੍ਰੋਫਿਟ ਹੋਇਆ, ਜੇ ਮੈਂ ਇਹਨੂੰ ਬੰਦ ਨਾ ਕਰਾਂ ਇਹ ਮੇਰੀ ਫੇਵਰ 'ਚ ਜਾਏਗੀ, ਹੋ ਸਕਦਾ ਇਹ 100, 150, 200 ਤੱਕ ਪੁੱਜ ਜੇ। ਤੁਸੀਂ ਉਹਨੂੰ ਸ਼ਾਮ ਤੱਕ ਜਿਹੜਾ ਹੈਗਾ ਉਹ ਹੋਲਡ ਕੀਤਾ, ਪੂਰਾ ਦਿਨ ਤੁਸੀਂ ਹੋਲਡ ਕੀਤਾ, ਸ਼ਾਮ ਨੂੰ ਤੁਹਾਡਾ ਪ੍ਰੋਫਿਟ ਸੀਗਾ, ਲੋਸ ਸੀਗਾ, ਤੁਸੀਂ ਉਹਨੂੰ ਬੰਦ ਕਰਕੇ ਸੋਣਾ ਕਿ ਮੈਂ ਸਟ੍ਰੈਸ ਨਾਲ ਨਹੀਂ ਸੋ ਸਕਦਾ, ਮੈਨੂੰ ਰਾਤ ਨੂੰ ਨੀਂਦ ਨਹੀਂ ਆਏਗੀ, ਮੈਨੂੰ ਲੋਸ ਨਾ ਕਿਤੇ ਹੋ ਜੇ, ਹੈ ਨਾ, ਟੈਨਸ਼ਨ ਦੇ ਵਿੱਚ, ਡਾਲਰ ਦੀ ਗੱਲ ਕਰ ਰਹੇ ਹਾਂ। ਫਿਰ ਤੁਸੀਂ ਉਹਨੂੰ ਸ਼ਾਮ ਨੂੰ ਬੰਦ ਕਰਤਾ, ਉਹਨੂੰ ਕਹਿੰਦੇ ਨੇ ਡੇ ਟਰੇਡਰ, ਜਿਹਨੇ 6 ਮਿੰਟ ਤੋਂ ਜ਼ਿਆਦਾ ਟਰੇਡ ਹੋਲਡ ਕਰਨੀ, ਪੂਰਾ ਦਿਨ ਹੋਲਡ ਕਰਨੀ, ਮਾਰਨਿੰਗ ਨੂੰ ਹਰ ਟਰੇਡ ਦੇਖੇ ਕਿ ਤੁਸੀਂ ਖੋਲੀ ਜਿਹੜੀ, ਸ਼ਾਮ ਨੂੰ ਹਰ ਹਾਲਤ 'ਚ ਬੰਦ ਕਰਨੀ ਹੈ, ਪ੍ਰੋਫਿਟ ਲੋਸ ਹੈ, ਤੁਸੀਂ ਸਟ੍ਰੈਸ ਨਾਲ ਸੌਣ ਦੇ ਆਦੀ ਨਹੀਂ ਹੋ। ਸੋ ਯੂ ਆਰ ਏ ਡੇ ਟਰੇਡਰ। ਹੁਣ ਤੁਸੀਂ ਉਹ ਇੱਕ ਕੇਸ ਇਹ ਬਣਦਾ ਕਿ ਤੁਸੀਂ ਜਿਹੜੀ ਟਰੇਡ ਖੋਲੀ, ਓਪਨ ਕੀਤੀ, ਹੈ ਨਾ, ਉਹ ਤੁਹਾਨੂੰ ਪ੍ਰੋਫਿਟ 'ਚ ਆ ਗਈ, ਤੁਸੀਂ ਕਹਿੰਦੇ ਕਿ ਨਹੀਂ ਇਹ ਕੱਲ੍ਹ ਨੂੰ ਵੀ ਪ੍ਰੋਫਿਟ 'ਚ ਜਾਏਗੀ, ਪਰਸੋਂ ਨੂੰ ਵੀ ਇਹਦੇ ਵਧਣ ਦੇ ਗੁੰਜਾਇਸ਼ ਹੈਗਾ, ਮੈਂ $500 ਤੇ ਕਲੋਜ਼ ਕਰਨੀ ਹੈ, ਮੈਂ 50 ਤੇ ਨਹੀਂ ਕਰਨੀ। ਤੁਸੀਂ ਉਹਨੂੰ ਇੱਕ ਦਿਨ ਤੋਂ ਇਲਾਵਾ 2, 3, 4 ਦਿਨ ਤੱਕ ਹੋਲਡ ਕੀਤਾ, 6 ਦਿਨ ਤੱਕ ਹੋਲਡ ਕੀਤਾ, ਫਿਰ ਉਹ ਸਵਿੰਗ ਟਰੇਡਿੰਗ 'ਚ ਆ ਜਾਂਦੀ ਹੈ ਨੰਬਰ 3 ਤੇ, ਠੀਕ ਹੈ। ਤੁਸੀਂ ਫਿਰ ਇੱਕ ਆਪਸ਼ਨ ਹੋਰ ਆ ਗਈ ਕਿ ਨਹੀਂ ਮੈਂ ਹਾਲੇ ਵੀ ਬੰਦ ਨਹੀਂ ਕਰਨੀ, ਮੈਂ 6 ਦਿਨ ਵੀ ਨਹੀਂ, ਮੇਰੇ ਤਾਂ ਪ੍ਰੋਫਿਟ ਚੱਲ ਰਿਹਾ ਅਤੇ ਗੋਲਡ ਹੈ ਜਿਹੜੀ ਪੇਅਰ ਹੈ ਉੱਪਰ ਹੈ, ਮੇਰੀ ਫੇਵਰ 'ਚ ਜਾਏਗਾ, ਸੋ ਇਹ ਹਜ਼ਾਰਾਂ 'ਚ ਵੀ ਮੇਰਾ ਪ੍ਰੋਫਿਟ ਹੋ ਸਕਦਾ, ਤਾਂ ਮੈਂ ਇਹਨੂੰ ਹੋਲਡ ਕਰ ਲਾਂ ਲੰਬੇ ਸਮੇਂ ਲਈ, ਓਕੇ।
ਤੁਹਾਡੇ ਕੋਲ ਵਾਧੂ ਪੈਸਾ, ਤੁਸੀਂ ਲਾ ਕੇ ਭੁੱਲ ਗਏ ਹੋ ਵੀ ਚਲੋ ਠੀਕ ਹੈ ਸਾਲ ਬਾਅਦ ਚੈੱਕ ਕਰਾਂਗੇ ਕੀ ਹੋ ਰਿਹਾ। ਜਿਵੇਂ ਤੁਸੀਂ ਸਟਾਕਸ ਲੈਂਦੇ ਹੋ, ਵੇਚਦੇ ਹੋ, ਹੈ ਨਾ, ਇੱਕ ਵਾਰ ਲੈ ਕੇ ਛੱਡ ਦਿਓ। ਸੋ ਉਹਨੂੰ ਕਹਿੰਦੇ ਨੇ ਪੋਜੀਸ਼ਨਲ ਟਰੇਡਰਸ। ਸੋ ਤੁਸੀਂ ਕਿੱਦਾਂ ਦੇ ਹੋ, ਤੁਹਾਡੀ ਪਰਸਨੈਲਿਟੀ ਤੁਹਾਨੂੰ ਆਪਣੇ ਆਪ ਦੱਸ ਦੇਗੀ ਕਲਾਸਾਂ ਦੇ ਦੌਰਾਨ, ਡੈਮੋ ਦੇ ਦੌਰਾਨ, ਕਿ ਤੁਹਾਨੂੰ ਤੁਸੀਂ ਕਿਹੜੇ ਖਾਂਚੇ ਵਿੱਚ ਫਿੱਟ ਹੁੰਦੇ ਹੋ। ਠੀਕ ਹੈ, ਇਹਦੇ ਲਈ ਡਿਸਾਈਡ ਕਰਨ ਦੀ ਲੋੜ ਨਹੀਂ ਹੁੰਦੀ, ਨੇਚਰ ਨਾਲ ਅਸੀਂ ਦੇਖਣਾ ਕਿ ਸਾਡਾ ਜਿਹੜੀ ਪਰਸਨੈਲਿਟੀ ਕਿੱਦਾਂ ਦੀ ਹੈਗੀ ਹੈ। ਓਕੇ, ਸੋ ਮੈਂ ਇਹ ਸਾਰੇ ਤਰ੍ਹਾਂ ਦੀ ਟ੍ਰੇਡਸ ਕਰਦਾ ਹੁੰਦਾ, ਸਕੈਲਪਿੰਗ ਵੀ, ਡੇ ਟਰੇਡਰ ਵੀ, ਸਵਿੰਗ ਵੀ ਅਤੇ ਪੋਜੀਸ਼ਨਸ ਟਰੇਡਰਸ ਵੀ। ਠੀਕ ਹੈ, ਸੋ ਹੁਣ ਟਰੇਡਿੰਗ ਦੇ ਵਿੱਚ ਇਕੱਲੀ ਇਹ ਥਿਊਰੀ ਨਾਲ ਕੰਮ ਨਹੀਂ ਹੋਣਾ ਜਿਹੜੀ ਤੁਸੀਂ ਸਿੱਖਣੀ ਹੈ 8-10 ਦਿਨਾਂ ਦੇ ਵਿੱਚ, ਅੱਜ ਦਾ ਪਹਿਲਾ ਦਿਨ ਮਿਲਾ ਕੇ। ਸੋ ਫਰਕ ਕਿੱਥੇ ਪੈਂਦਾ ਹੈ, ਇਹ ਤਾਂ ਸਿਰਫ ਥਿਊਰੀ ਹੈਗੀ ਹੈ। ਟੈਕਨੀਕਲ ਸਿੱਖਣਾ ਤੁਸੀਂ 10 ਦਿਨਾਂ ਦੇ ਵਿੱਚ, ਰਿਸਕ ਮੈਨੇਜਮੈਂਟ ਸਿੱਖਣੀ ਹੈ ਕਿ 10 ਦਿਨਾਂ ਦੇ ਵਿੱਚ ਹੀ ਸਿੱਖਣੀ ਹੈ। ਸੋ 8-9 ਕਲਾਸਾਂ ਦੇ ਵਿੱਚ ਤੁਸੀਂ ਸਿਰਫ 30% ਸਿੱਖਣਾ ਹੈ। 70% ਕਿਆ ਚੀਜ਼ ਹੈ, ਉਹ ਹੈਗੀ ਤੁਹਾਡੀ ਸਾਈਕੋਲੋਜੀ, ਤੁਹਾਡੀ ਸੋਚ। ਸਾਡੀ ਸੋਚ ਉਹ ਹੁੰਦੀ ਹੈ ਜਿਸ ਪਰਿਵਾਰਿਕ ਮਾਹੌਲ 'ਚ ਸਾਨੂੰ ਵੱਡਾ ਕੀਤਾ ਜਾਂਦਾ ਹੈ। ਠੀਕ ਹੈ, ਸਾਨੂੰ ਭੈ ਵਿੱਚ ਰਹਿਣਾ ਦੱਸਿਆ ਗਿਆ, ਸਾਨੂੰ ਇਹ ਦੱਸਿਆ ਗਿਆ ਵੀ ਨਹੀਂ ਪੈਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਬਾਕੀ ਜੋ ਮਰਜ਼ੀ ਹੋ ਜਾਏ। ਠੀਕ ਹੈ, ਸੋ ਸਾਡਾ ਪਰਿਵਾਰਿਕ ਮਾਹੌਲ, ਸਾਨੂੰ ਸਾਡੀ ਸਾਈਕੋਲੋਜੀ ਡਿਪੈਂਡ ਕਰਦਾ ਕਿ ਉਹ ਸਟਰੋਂਗ ਹੈਗੀ ਹੈ, ਵੀਕ ਹੈਗੀ ਹੈ। ਠੀਕ ਹੈ, ਜਾਂ ਅਸੀਂ ਕਿਤੇ ਥੋੜ੍ਹੀ ਗੱਲਾਂ 'ਤੇ ਪਰੇਸ਼ਾਨ ਤਾਂ ਨਹੀਂ ਹੁੰਦੇ, ਅਸੀਂ ਪੈਨਿਕ ਤਾਂ ਨਹੀਂ ਕਰਦੇ ਛੋਟੀ ਗੱਲਾਂ ਉੱਤੇ, ਕਿ ਅਸੀਂ ਓਵਰ ਪ੍ਰੋਟੈਕਟਿਵ ਹੈਗੇ ਹੈ। ਜੇ ਅਸੀਂ ਓਵਰ ਪ੍ਰੋਟੈਕਟਿਵ ਹੈਗੇ, ਅਸੀਂ ਕੈਪੀਟਲ ਵੀ ਓਵਰ ਪ੍ਰੋਟੈਕਟਿਵ ਕਰਾਂਗੇ। ਸਾਡਾ ਪੈਸੇ ਨਾਲ ਮੋਹ ਜ਼ਿਆਦਾ ਹੈ, ਅਸੀਂ ਲੋਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇੱਥੇ ਤਾਂ ਲੋਸ ਵੀ ਹੋਣੇ ਨੇ ਤੁਹਾਨੂੰ ਛੋਟੇ। ਠੀਕ ਹੈ, ਅਸੀਂ ਉਦੋਂ ਡਿਸਪੁਆਇੰਟ ਨਹੀਂ ਹੋਣਾ। ਸਾਡੀ ਟਰੇਡਿੰਗ ਦੇ ਰੂਲਸ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ। ਦੈਟ ਮੇਕਸ ਸਕਸੈਸਫੁਲ ਟਰੇਡਰ। ਜੋ ਚੀਜ਼ਾਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਇਨਕਰੇਜ ਕਰਨਾ, ਵਧਾਉਣਾ, ਹੋਰ ਪਾਲਿਸ਼ ਕਰਨਾ। ਜਿਹੜੀ ਸਾਡੀਆਂ ਜ਼ਰੂਰਤਾਂ ਨਹੀਂ ਹੈ, ਸਾਨੂੰ ਸਾਡੀ ਪਰਸਨੈਲਿਟੀ 'ਚ ਕਮੀ ਹੈਗੀ ਜਿਹੜੀ ਟਰੇਡਿੰਗ ਵਰਲਡ ਦੇ ਰਿਕੁਆਇਰਮੈਂਟ ਦੇ ਅਕੋਰਡਿੰਗ, ਉਹਨੂੰ ਅਸੀਂ ਡਿਵੈਲਪ ਕਰਨਾ ਹੈਗਾ ਟੀਮ ਦੀ ਹੈਲਪ ਦੇ ਨਾਲ। ਤੁਸੀਂ ਉਹਦੇ ਲਈ ਜਰਨਲ ਲਿਖਣੀ ਹੈਗੀ ਆ, ਹਰ ਟਰੇਡ ਨੂੰ ਰਿਕਾਰਡ ਕਰਨਾ। ਠੀਕ ਹੈ, ਐਕਸਲ ਸ਼ੀਟ ਦੇ ਵਿੱਚ ਕਿਵੇਂ ਕਰਨੀ ਹੈ ਉਹ ਇੱਕ ਵੀਡੀਓ ਪਈ ਆ, ਮੈਂ ਤੁਹਾਨੂੰ ਦੱਸ ਦਾਂਗਾ। ਨੈਕਸਟ ਸੈਸ਼ਨ ਸਾਡਾ ਉਹੀ ਹੋਏਗਾ। ਟੂਲਸ ਅਸੀਂ ਕਿਵੇਂ ਯੂਜ਼ ਕਰਨੇ, MT5 ਕਿਵੇਂ ਯੂਜ਼ ਕਰਨਾ, ਟਰੇਡਿੰਗ ਵਿਊ ਅਸੀਂ ਕਿਵੇਂ ਯੂਜ਼ ਕਰਨਾ। ਠੀਕ ਹੈ, ਅਤੇ ਜਰਨਲ ਅਸੀਂ ਕਿਵੇਂ ਮੇਨਟੇਨ ਕਰਨੀ ਹੈ, ਡੈਮੋ ਅਸੀਂ ਕਿਵੇਂ ਅਕਾਊਂਟ ਖੋਲ੍ਹਣਾ ਆਪਣਾ। ਠੀਕ ਹੈ, ਰੀਅਲ ਬ੍ਰੋਕਰ ਦੇ ਨਾਲ, ਤਾਂ ਕਿ ਸਾਨੂੰ ਰੀਅਲ ਮਾਰਕੀਟ ਦਾ ਹੀ ਫੀਲਿੰਗ ਆਵੇ ਉਹਦੇ 'ਚ। ਠੀਕ ਹੈ, ਸੋ ਹਰ ਟਰੇਡਰ ਦੀ ਜਰਨੀ ਜਿਹੜੀ ਹੈਗੀ ਆ ਉਹ ਸੌਖੀ ਨਹੀਂ ਹੁੰਦੀ। ਠੀਕ ਹੈ, ਕੰਮ ਕੋਈ ਵੀ ਹੈ ਸੌਖਾ ਨਹੀਂ ਹੈਗਾ। ਠੀਕ ਹੈ, ਜੇ ਅਸੀਂ ਮੈਡਮ 'ਤੇ ਮਾਰ ਖਾ ਕੇ ਅਸੀਂ ਸਕੂਲ ਨਾ ਗਏ ਹੁੰਦੇ, ਸਕੂਲ ਅਸੀਂ ਛੱਡ ਦਿੱਤਾ ਹੁੰਦਾ, ਅਸੀਂ ਅੱਜ ਐਜੂਕੇਟਡ ਨਾ ਹੁੰਦੇ, ਰਾਈਟ। ਅਸੀਂ ਬਾਰ ਕੁੱਟ ਖਾ ਕੇ ਵੀ ਅਸੀਂ ਚੀਜ਼ਾਂ ਨੂੰ ਅਸੀਂ ਇੰਪਰੂਵ ਕੀਤਾ, ਸਿੱਖੀਆਂ। ਅਸੀਂ ਕਮੀ ਕਿਹੜੀ ਸੀ, ਪਹਾੜਾ ਨਹੀਂ ਸੀ ਆਉਂਦਾ, ABC ਲਿਖਣੀ ਨਹੀਂ ਸੀ ਆਉਂਦੀ, ਸਿੱਖੀ ਹੈ। ਠੀਕ ਹੈ, ਸਾਨੂੰ ਮੈਥ ਦੀ ਥਿਓਰਮਾਂ ਨਹੀਂ ਸੀ ਆਉਂਦੀਆਂ, ਇਕੁਏਸ਼ਨਸ ਨਹੀਂ ਸੀ ਆਉਂਦੀਆਂ, ਅਸੀਂ ਪ੍ਰੈਕਟਿਸ ਕੀਤੀ, ਬਾਰ ਪ੍ਰੈਕਟਿਸ ਕੀਤੀ। ਸੋ ਅਸੀਂ ਜਿਹੜਾ ਸਾਡਾ ਇੱਕ ਟਫ ਫੇਜ਼ ਸੀਗਾ ਬਿਗਨਰ ਦਾ, ਉਹ ਅਸੀਂ ਕ੍ਰੋਸ ਕੀਤਾ, ਜਿਹਨੂੰ ਅਸੀਂ ਫੇਲੀਅਰਸ ਕਹਿ ਦਿੰਦੇ ਆ। ਹਰ ਫੀਲਡ 'ਚ ਆਉਂਦੀ ਹੈ ਇਹ ਚੀਜ਼। ਜਿਵੇਂ ਤੁਸੀਂ ਕੋਈ ਬਿਜ਼ਨਸ ਵੀ ਕਰਦੇ, ਸਾਡੇ ਬਜ਼ੁਰਗ ਕਹਿੰਦੇ ਆ ਨਾ, ਪੁੱਤ ਸਾਲ ਤਾਂ ਦੁਕਾਨ 'ਚ ਕੁਛ ਲੱਭਣਾ ਨਹੀਂ ਹੈਗਾ, ਨਾ ਉਮੀਦ ਰੱਖੋ। ਇੱਦਾਂ ਹੀ ਕਹਿੰਦੇ ਨਾ ਜੀ ਪੰਜਾਬ 'ਚ। ਹਾਂਜੀ ਭਾਜੀ, ਬਿਲਕੁਲ ਸਹੀ ਗੱਲ ਹੈ ਜੀ। ਹਾਂਜੀ ਭਾਜੀ, ਤੁਸੀਂ ਕੋਈ ਵੀ ਬਿਜ਼ਨਸ ਕਰੋ, ਕਹਿੰਦੇ ਸਾਲ ਤੱਕ ਭੁੱਲ ਜਾਓ ਤੁਹਾਨੂੰ ਪ੍ਰੋਫਿਟ ਲੱਭੇਗਾ। ਉਹ ਤਾਂ ਸਿਰਫ ਲੋਕਾਂ ਨੂੰ ਪਤਾ ਲੱਗਣਾ ਕਿ ਫਲਾਣੀ ਮੋੜ ਉੱਤੇ ਫਲਾਣੇ ਬੰਦੇ ਦੀ ਦੁਕਾਨ ਹੈਗੀ ਹੈ, ਫਲਾਣੀ ਚੀਜ਼ ਮਿਲਦੀ ਹੈ ਉੱਥੇ। ਇੱਦਾਂ ਹੀ ਹੈ ਨਾ ਜੀ। ਸੋ ਭਾਜੀ ਕੋਈ ਵੀ ਬਿਜ਼ਨਸ ਆ ਭਾਜੀ, ਉਹ ਟਾਈਮ ਤਾਂ ਪਹਿਲਾਂ ਮੰਗੇ ਗਏ ਜੀ। ਕੋਈ ਵੀ ਬਿਜ਼ਨਸ ਲਾ ਲਓ, ਉਹ ਥੋੜੇ ਜਿਹਾ ਸਕਸੈਸ ਹੋਣ ਲੋਕਾਂ ਨੂੰ, ਮੰਨ ਲਓ ਦੁਕਾਨ ਹੀ ਖੋਲੀ ਆ, ਇੱਕ ਦਿਨ ਦੇ ਵਿੱਚ ਤਾਂ ਨਹੀਂ ਪਤਾ ਲੱਗ ਸਕਦਾ ਨਾ ਕਿ ਦੁਕਾਨ ਖੁੱਲ ਗਈ ਆ। ਉਹ ਮਹੀਨੇ, 2 ਮਹੀਨੇ, 6 ਮਹੀਨੇ ਤੱਕ ਬੰਦਿਆਂ ਤੱਕ ਪਹੁੰਚਦਾ ਕਿ ਹਾਂ ਇਹ ਬੰਦੇ ਨੇ ਆਹ ਚੀਜ਼ ਦੀ ਦੁਕਾਨ ਖੋਲੀ ਆ, ਇਹਦੇ ਵਿੱਚ ਆਪਾਂ ਨੂੰ ਆਹ ਚੀਜ਼ ਬੈਟਰ ਮਿਲਦੀ ਆ। ਹਾਂਜੀ ਬਿਲਕੁਲ। ਸੋ ਇੱਥੇ ਅਸੀਂ ਫੋਰੈਕਸ ਅਸੀਂ ਅੱਜ ਆਏ ਹਾਂ ਤਾਂ ਅਸੀਂ ਕੱਲ੍ਹ ਨੂੰ ਆਪਣੀ ਭੁੱਖ ਨਹੀਂ ਖੁਸ਼ੀ ਸੰਭਾਲ ਲੈਣੀ ਵੀ ਨਹੀਂ ਮੈਂ ਤਾਂ ਹੁਣ ਅਰਬਪਤੀ ਹੋ ਗਿਆ, ਬਸ ਮੇਰੇ ਡਾਲਰ ਬਣ ਗਏ। ਨੋ, ਇਟ ਵਿਲ ਟੇਕ ਟਾਈਮ। ਅਸੀਂ ਖੁਦ ਇਸ ਚੀਜ਼ ਨੂੰ ਟਾਈਮ ਦੇਣਾ ਚਾਹੁੰਦੇ ਹਾਂ। ਰੱਖੋ ਆਪਣੇ ਮਨ ਨੂੰ, ਮਨਾਓ ਕਿ ਨਹੀਂ ਇਹਦੇ 'ਚ ਟਾਈਮ ਲੱਗੇਗਾ। ਸਾਨੂੰ ਇੱਕ ਸਕਿੱਲ ਲੈਣੀ ਹੈ। ਠੀਕ ਹੈ, ਤੁਸੀਂ ਇੰਨੇ ਕੁ ਲੱਕੀ ਹੋ ਕਿ ਜਿਹੜੀ ਚੀਜ਼ਾਂ ਮੈਂ ਕੋਈ 3 ਸਾਲ ਦੇ ਵਿੱਚ ਕੋਈ 20-30 ਹਜ਼ਾਰ ਡਾਲਰ ਦਾ ਲੋਸ ਕਰਕੇ, ਆਹ ਬ੍ਰੋਕਰ ਨਾਲ ਸਪਰੇਡ ਦਿਓ, ਆਹ ਬ੍ਰੋਕਰ ਪੈਸੇ ਲੈ ਕੇ ਭੱਜ ਗਿਆ, ਆਹ ਹੋ ਗਿਆ, ਉਹ ਹੋ ਗਿਆ। ਠੀਕ ਹੈ, ਇੰਨੀ ਸਪਰੇਡ ਦੇ ਦਿਓ, ਇੰਨੀ ਕਮਿਸ਼ਨ ਦੇ ਦਿਓ, ਸਵੈਪ ਦੇ ਦਿਓ, ਹੈ ਨਾ। ਫਿਰ ਪਤਾ ਨਹੀਂ ਹੈ ਕਿ ਟਰੇਡ ਅਸੀਂ ਆਪ ਵੀ ਸੀ ਕਰ ਸਕਦੇ। 6 ਮਹੀਨੇ ਦੇ ਮੈਨੂੰ ਪਤਾ ਨਹੀਂ ਸੀ ਲੱਗਾ ਕਿ ਅਸੀਂ ਟਰੇਡ ਆਪ ਵੀ ਕਰ ਸਕਦੇ ਯਾਰ। ਔਰ ਮੈਂ PhD ਹਾਂ ਮਾਰਕੀਟਿੰਗ ਮੈਨੇਜਮੈਂਟ 'ਚ, ਮੈਨੂੰ ਦੁਨੀਆ ਦੀ ਹਰ ਖਬਰ ਦਾ ਪਤਾ ਹੈ। ਅਫਸੋਸ 38 ਈਅਰ ਤੱਕ ਇਹ ਨਹੀਂ ਸੀ ਪਤਾ ਕਿ ਫੋਰੈਕਸ ਵੀ ਅਸੀਂ ਆਪ ਵੀ ਕਰ ਸਕਦੇ ਹਾਂ। ਇਹ ਸੀਗਾ ਵੀ ਤਾਂ ਜੀ UAE ਐਕਸਚੇਂਜ ਜਾਂ ਅਲ ਅੰਸਾਰੀ ਐਕਸਚੇਂਜ ਜਾਂ ਵੈਸਟਰਨ ਯੂਨੀਅਨ ਮਨੀ ਜਿਹੜੀ ਹੈਗੀ ਉਹੀ ਕਰਦੇ ਨੇ ਐਕਸਚੇਂਜ, ਉਹੀ ਟਰੇਡ ਕਰਦੇ ਨੇ, ਰਾਈਟ। ਸੋ ਉਹਦਾ ਵੀ ਅਫਸੋਸ ਨਹੀਂ ਹੈਗਾ। ਅੱਜ ਅਸੀਂ ਬੜੀਆਂ ਜ਼ਿੰਦਗੀਆਂ ਬਦਲਣ ਦੇ ਵਿੱਚ ਕਾਮਯਾਬੀ ਹੋਏ ਹਾਂ। ਠੀਕ ਹੈ, ਅਸੀਂ ਬੜੇ ਲੈਵਲ 'ਤੇ ਲੈ ਕੇ ਗਏ ਵੀ ਨਹੀਂ ਜੇ ਅਸੀਂ ਸਿੱਖੀਏ ਲੇਟ ਤਾਂ ਕੋਈ ਗੱਲ ਨਹੀਂ, ਬਾਕੀ ਨਾ ਲੇਟ ਹੋ ਜਾਏ। ਠੀਕ ਹੈ, ਸੋ ਜਿਹੜੇ ਬਾਕੀ ਸਾਡੇ ਭਰਾ ਭੈਣਾਂ ਸਟਰਗਲ ਕਰ ਰਹੇ ਨੇ, ਹੈ ਨਾ, ਸੋ ਉਹ ਚੀਜ਼ ਸਾਡੇ ਲਈ, ਮੇਰੇ ਲਈ ਬਹੁਤ ਮੈਟਰ ਕੀਤੀ। ਇਹ ਮੇਰੀ ਆਪਣੀ ਕਹਾਣੀ ਹੈਗੀ ਹੈ। ਓਕੇ, ਮੈਂ ਵੀ ਦੁਬਈ, ਮੇਰਾ ਹੁਣ ਵੀ ਵੀਜ਼ਾ ਦੁਬਈ ਦਾ ਹੈ। ਮੈਂ ਆਪਣੀ ਕੰਪਨੀ ਦਾ ਉੱਥੇ ਮਾਲਕ ਹਾਂ, ਰੀਅਲ ਸਟੇਟ ਦਾ। ਠੀਕ ਹੈ,
ਸੋ ਫੋਰੈਕਸ ਇੰਨੀ ਕੁ ਔਖੀ ਹੈ ਜਿੰਨਾ ਕੁ ਟੂ ਵੀਲਰ ਦਾ ਲਾਇਸੈਂਸ ਬਣਾਉਣਾ। ਕਿਉਂ ਭਾਜੀ, ਠੀਕ ਕਹਿ ਰਿਹਾ ਨਾ ਮੈਂ? ਭਾਜੀ ਬਿਲਕੁਲ ਜੀ, ਬਿਲਕੁਲ ਗੱਲ ਸਹੀ ਕਹੀ ਹੈ ਜੀ ਤੁਸੀਂ। ਜਹਾਜ਼ ਦਾ ਲਾਇਸੈਂਸ ਲੈਣਾ ਸੌਖਾ ਭਾਜੀ, ਟੂ ਵੀਲਰ ਦਾ ਕਾਰ ਤੋਂ ਵੀ ਔਖਾ ਟੂ ਹੈ। ਵੀਲਰ ਦਾ ਔਖਾ ਜੀ। 6 ਲੱਖ ਦੇ ਵਿੱਚ 6 ਲੱਖ ਦੇ ਵਿੱਚ ਕਾਰ ਦਾ ਲਾਇਸੈਂਸ ਬਣਦਾ ਹੈ। 20-30 ਹਜ਼ਾਰ ਦਰਾਮ ਲੱਗ ਜਾਂਦਾ ਹੈ ਕਾਰ ਦੇ ਲਾਇਸੈਂਸ ਤੇ, ਠੀਕ ਹੈ। ਟਰੱਕ ਵਾਲਾ 10-15 ਲੱਖ 'ਚ ਬਣਦਾ ਹੈ। ਜੇ ਕਿਸੇ ਪੰਜਾਬੀ ਦੇ ਹੱਥ ਚੜ੍ਹ ਗਏ ਏਜੰਟ ਦੇ, ਫਿਰ ਉਹ ਹੋਰ ਵੀ ਖਿੱਚ ਲੇਗਾ ਕੰਮ ਉੱਤੇ, ਠੀਕ ਹੈ। ਸੋ ਜੇ ਆਪ ਬਣਾ ਰਹੇ ਹੋ ਤਾਂ 5-6 ਲੱਖ 'ਚ ਬਣ ਸਕਦਾ ਹੈ। ਜੇ ਟੂ ਵੀਲਰ ਦਾ ਮੈਂ ਪੁੱਛਿਆ ਸੀਗਾ, ਕਹਿੰਦੇ ਭਾਜੀ 6000 ਦਰਾਮ ਲੱਗਣਾ, ਦੁਬਾਰਾ ਤੋਂ ਸਟਾਰਟ ਕਰਨਾ ਪੈਣਾ ਸਾਰੀ ਕਲਾਸ। ਮੈਂ ਕਿਹਾ ਮੈਂ ਤਾਂ ਟਰੱਕ ਦਾ ਵੀ ਹੈਗਾ ਮੇਰੇ ਕੋਲ ਤੇ ਕਾਰ ਦਾ ਵੀ। ਕਹਿੰਦੇ ਫਿਰ ਵੀ ਜੋ ਵੀ ਹੈ ABC ਤੋਂ ਸ਼ੁਰੂ ਕਰਨਾ ਪਏਗਾ। ਮੈਂ ਕਿਹਾ ਛੱਡ ਯਾਰ। ਜੀ ਹਾਂਜੀ ਬਿਲਕੁਲ ਜੀ। ਸਿਰਫ ਇੱਕ ਕਲਾਸ ਛੱਡਦੇ ਆ ਭਾਜੀ, ਉਹ ਜਿਹੜੀ ਆਪਣੀ ਬੇਸਿਕ ਹੁੰਦੀ ਹੈ ਨਾ, ਪਹਿਲੀ ਕਲਾਸ ਛੱਡਦੇ ਆ, ਬਾਕੀ ਸਭ ਸ਼ੁਰੂ ਤੋਂ ਹੀ ਕਰਨਾ ਪੈਂਦਾ ਜੀ। ਬੰਦਾ 15 ਸਾਲ ਡਰਾਈਵ ਕਰਦਾ ਰਿਹਾ ਹੈ ਦੁਬਈ 'ਚ ਆਪਣੀ ਗੱਡੀ, ਠੀਕ ਹੈ, ਛੋਟੀ। ਸੋ ਕੋਈ ਐਕਸੀਡੈਂਟ ਨਹੀਂ ਹੈਗਾ, ਕੋਈ ਪੈਨਲਟੀ ਨਹੀਂ ਹੋਈ ਅੱਜ ਤੱਕ 15 ਸਾਲ ਦੇ ਵਿੱਚ। ਸੋ ਮੈਨੂੰ ਕਹਿੰਦੇ ਤੁਹਾਨੂੰ ਸਾਰੀ ਕਲਾਸਾਂ ਟੂ ਵੀਲਰ ਦੀਆਂ, ਮਤਲਬ ਇਹ ਕਹਿ ਰਹੇ ਕਿ ਜਿਹਨਾਂ ਗ੍ਰੈਜੂਏਸ਼ਨ ਕੀਤੀ ਉਹਨੂੰ +2 ਦੁਬਾਰੇ ਕਰਨੀ ਪਏਗੀ, ਠੀਕ ਹੈ, ਬੈਕ। ਸੋ ਇਟਸ ਓਕੇ। ਕਿਉਂਕਿ ਜਦੋਂ ਮੈਂ ਕਾਰ ਦਾ ਲਾਇਸੈਂਸ ਬਣਾਇਆ ਸੀਗਾ ਉਦੋਂ ਮੇਰੇ ਕੋਲ ਟਰੱਕ ਦਾ ਸੀਗਾ 2011-12 ਦੇ ਵਿੱਚ, ਅਤੇ ਮੈਂ ਸਾਰੀ ਕਲਾਸਾਂ ਮੁਸੱਫੇ ਆਬੂ ਧਾਬੀ ਦੁਬਾਰਾ ਲਾਈਆਂ ਸੀ ਜਾ ਕੇ, ਹਰ ਚੀਜ਼। ਸੋ ਐਗਜ਼ੈਂਪਸ਼ਨ। ਸੋ ਇਹ ਕੰਮ ਵੀ, ਜਿਵੇਂ ਕੋਈ ਵੀ ਕੰਮ ਸੌਖਾ ਨਹੀਂ ਹੈਗਾ ਬਿਗਨਿੰਗ ਦੇ ਵਿੱਚ, ਹੈ ਨਾ। ਲੇਕਿਨ ਤੁਹਾਡੀ ਨਸੀਬ ਇੰਨਾ ਕੁ ਚੰਗਾ ਹੈ ਇੱਥੇ ਆ ਕੇ, ਕਿਉਂਕਿ ਤੁਹਾਨੂੰ ਅਸੀਂ ਇੱਕ ਉਹ ਇਨਵਾਇਰਮੈਂਟ ਦੇ ਰਹੇ ਹਾਂ, ਕੰਟਰੋਲਡ ਇਨਵਾਇਰਮੈਂਟ, ਜਿਹੜੀ ਗਲਤੀਆਂ ਅਸੀਂ ਕੀਤੀਆਂ ਤੁਸੀਂ ਨਾ ਕਰੋ। ਤੁਸੀਂ ਕੀ ਕਰਨਾ ਹੈ, ਸਿੰਪਲ ਸਾਨੂੰ ਸਾਡੀ ਐਡਵਾਈਸ ਨੂੰ ਫੋਲੋ ਕਰਨਾ, ਇਹ ਸੋਚ ਕੇ ਵੀ ਯਾਰ ਇਹ ਚੀਜ਼ ਸਾਨੂੰ ਐਕਸਪੀਰੀਅੰਸ ਵਾਲੇ ਟਰੇਡਰ ਕਹਿ ਰਹੇ ਨੇ, ਠੀਕ ਹੈ। ਜੇ ਅਸੀਂ ਕਾਮਯਾਬ ਬੰਦੇ ਦੀ ਕਾਮਯਾਬੀ ਤੋਂ ਨਾ ਸਿੱਖੀਏ ਨਾ, ਤਾਂ ਅਸੀਂ ਦੂਜੇ ਪਾਸੇ ਦੇਖੀਏ ਤਾਂ ਅਸੀਂ ਇੱਕ ਨਾਕਾਮਯਾਬ ਬੰਦੇ ਦੀ ਗਲਤੀਆਂ ਤੋਂ ਵੀ ਸਿੱਖ ਕੇ ਕਾਮਯਾਬ ਹੋ ਸਕਦੇ ਹਾਂ। ਸਹੀ ਕਿਹਾ ਨਾ ਜੀ ਮੈਂ? ਦੋਨੇ ਪਾਸੇ ਦੇਖ ਲਓ ਤੁਸੀਂ, ਰਾਈਟ? ਬਿਲਕੁਲ ਸਹੀ ਭਾਜੀ, ਬਿਲਕੁਲ ਸਹੀ ਹੈ ਜੀ। ਹਾਂਜੀ ਬਿਲਕੁਲ। ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕਾਮਯਾਬ ਬੰਦੇ ਨੂੰ ਹੀ ਕਾਪੀ ਕਰਨਾ ਹੈ। ਅਸੀਂ ਇੱਕ ਫੇਲਰ ਬੰਦੇ ਨੂੰ ਵੀ, ਅਸੀਂ ਉਹਦੀ ਗਲਤੀਆਂ ਦੇਖੀਏ ਵੀ ਯਾਰ ਇਹ ਕਿਉਂ ਫੇਲ ਹੋਇਆ, ਠੀਕ ਹੈ। ਸਿੰਪਲ ਜੋ ਉਹਨੇ ਕੰਮ ਕੀਤਾ ਅਸੀਂ ਨਹੀਂ ਕਰਨੇ, ਦੈਟਸ ਇਟ। ਸਾਡੇ 'ਚ ਆਪਣੇ ਆਪ ਕਾਮਯਾਬੀ ਆ ਜਾਏਗੀ ਫਿਰ, ਠੀਕ ਹੈ। ਸੋ ਇਹ ਭਾਜੀ ਮੇਰੇ ਹਿਸਾਬ ਦੇ ਨਾਲ ਜਿਹੜਾ ਬੰਦਾ ਫੇਲੀਅਰ ਨਾ, ਉਹਦੇ ਤੋਂ ਨੌਲੇਜ ਲੈਣੀ ਜ਼ਿਆਦਾ ਬੈਟਰ ਹੈ ਸਕਸੈਸ ਬੰਦੇ ਦੇ ਨਾਲੋਂ। ਕਿਉਂ? ਕਿਉਂਕਿ ਉਹਨੇ ਜਿਹੜੀਆਂ ਗਲਤੀਆਂ ਕੀਤੀਆਂ, ਹੋ ਸਕਦਾ ਸਕਸੈਸ ਬੰਦੇ ਨੇ ਉਹ ਨਾ ਕੀਤੀਆਂ ਹੋਣ, ਪਰ ਆਪਾਂ ਫਿਊਚਰ ਦੇ ਵਿੱਚ ਉਹ ਵਾਲੀਆਂ ਗਲਤੀਆਂ ਨਹੀਂ ਦੁਹਰਾਉਣੀਆਂ, ਇਸ ਕਰਕੇ ਆਪਾਂ ਨੂੰ ਉਹਦੇ ਤੋਂ ਨੌਲੇਜ ਲੈਣੀ ਜ਼ਿਆਦਾ ਬੈਟਰ ਹੈ। ਹਾਂਜੀ, ਕਿਆ ਕਰਨਾ ਹੈ ਕਾਮਯਾਬੀ ਹੋਣ ਲਈ, ਲਿਸਟ ਬਹੁਤ ਵੱਡੀ ਹੈ। ਕਿਆ ਨਹੀਂ ਕਰਨਾ ਚਾਹੀਦਾ ਕਾਮਯਾਬ ਹੋਣ ਲਈ, ਫੇਲ ਹੋਣ ਲਈ, ਉਹ ਲਿਸਟ ਵੱਡੀ ਛੋਟੀ ਹੈ। ਸੋ ਅਸੀਂ ਫੇਲੀਅਰ ਤੋਂ ਵੀ ਸਿੱਖਣਾ ਹੈ ਇੱਥੇ। ਜਿਵੇਂ ਅਸੀਂ ਇੱਕ ਬੱਚੇ ਨੂੰ, ਤੁਸੀਂ ਇੰਨਾ ਕੁ ਢੀਠ ਬਣਨਾ ਹੈ ਜਿੰਨੇ ਤੁਸੀਂ ਬਚਪਨ 'ਚ ਸੀਗੇ। ਹੁਣ ਗੁੱਸਾ ਨਹੀਂ ਕਰਨਾ, ਮੈਂ ਸਾਰਿਆਂ ਨੂੰ ਢੀਠ ਕਹਿ ਰਿਹਾ। ਕੀ ਤੁਸੀਂ ਬਹੁਤ ਪੇਸ਼ੈਂਸ ਵਾਲੇ ਨਹੀਂ ਸੀਗੇ ਬਚਪਨ 'ਚ? ਜਦੋਂ ਤੁਸੀਂ ਚੱਲਣਾ ਸ਼ੁਰੂ ਕੀਤਾ ਪਹਿਲੀ ਵਾਰ, ਕਿੰਨੀ ਦਫਾ ਡਿੱਗੇ, ਹੱਡ ਗੋਡੇ ਨੱਕ ਛਲਾਇਆ ਆਪਣਾ, ਹੈ ਨਾ, ਪੰਜਾਬੀ 'ਚ ਗੱਲ ਕਰਾਂ ਜੇ ਠੇਠ, ਹੈ ਨਾ। ਫਿਰ ਵੀ ਚੱਲਣਾ ਛੱਡਤਾ ਸੀ ਉਦੋਂ? ਨਹੀਂ ਸੀ ਛੱਡਿਆ, ਰਾਈਟ। ਫਿਰ ਉੱਠੇ, ਫਿਰ ਖੜੇ ਹੋਏ, ਫਿਰ ਗਿਰੇ, ਕਦੇ ਕਦੇ ਤਾਂ ਬੇਬੇ ਨੇ ਚਪੇੜਾ ਹੀ ਮਾਰੀ, ਤੂੰ ਟਿੱਕ ਕੇ ਬਹਿੰਦਾ ਨਹੀਂ ਹੈ, ਤੈਨੂੰ ਕਿੰਨੀ ਵਾਰ ਕਿਹਾ ਨਾ ਭੱਜਿਆ ਕਰ, ਹੈ ਨਾ। ਫਿਰ ਵੀ ਅਸੀਂ ਚੱਲਣਾ ਨਹੀਂ ਛੱਡਿਆ, ਅੱਜ ਅਸੀਂ ਦੌੜ ਰਹੇ ਹਾਂ ਜ਼ਿੰਦਗੀ 'ਚ। ਸੋ ਉਨਾ ਹੀ ਪੇਸ਼ੈਂਸ, ਉਹੀ ਚੀਜ਼ ਸਾਨੂੰ ਚਾਹੀਦੀ ਹੈਗੀ ਹੈ ਕਿ ਅਸੀਂ ਜਿੱਦੀ ਬਣ ਕੇ ਮਾਰਕੀਟ ਨੂੰ ਸਮਝਣਾ ਹੈਗਾ। ਸੋ ਉਦੋਂ ਇੱਕ ਕੰਟਰੋਲਡ ਇਨਵਾਇਰਮੈਂਟ ਮਿਲਦਾ ਬੱਚੇ ਨੂੰ। ਅਸੀਂ ਗੱਡਾ ਫੜਾ ਦਿੰਦੇ ਬਣਾ ਕੇ, ਹੈ ਨਾ, ਚਲੋ ਠੀਕ ਹੈ, ਗਿਰੇ ਨਾ, ਸਪੋਰਟ ਮਿਲ ਜਾਏਗੀ, ਹੈ ਨਾ, 3 ਟਾਇਰਾਂ ਵਾਲਾ। ਸੋ ਬਾਕਰ ਦੇ ਦਿੰਦੇ ਛੋਟੇ ਬੱਚਿਆਂ ਨੂੰ, ਚਲ ਤੂੰ ਠੀਕ ਆ, ਹੁਣ ਤੂੰ ਘੁੰਮਣਾ ਸਿੱਖ ਲੈ ਹੌਲੀ ਹੌਲੀ, ਠੀਕ ਹੈ। ਉਹਦਾ ਹੌਸਲਾ ਖੁੱਲ੍ਹਦਾ ਹੈ, ਕੰਟਰੋਲਡ ਇਨਵਾਇਰਮੈਂਟ ਹੁੰਦਾ। ਨਹੀਂ ਬੱਚਾ ਫਿਰ ਗਿਰਨ ਤੋਂ ਡਰਦਾ ਵੀ ਹੈਗਾ, ਫਿਰ ਡਰ ਮੈਂ ਗਿਰਾਂਗਾ ਇਸ ਕਰਕੇ ਉਹ ਕਦੇ ਕਦੇ ਬੱਚੇ ਚੱਲਦੇ ਵੀ ਲੇਟ ਨੇ, ਠੀਕ ਹੈ। ਇੱਥੇ ਤੁਹਾਨੂੰ ਕੰਟਰੋਲਡ ਇਨਵਾਇਰਮੈਂਟ ਮਿਲੇਗਾ, ਸਿਰਫ ਅਸੀਂ ਉਹਦੇ 'ਚ ਅਡੈਪਟ ਕਰਨਾ, ਅਸੀਂ ਫੋਲੋ ਕਰਨੀ ਹੈ ਇੰਸਟਰਕਸ਼ਨਸ। ਅਸੀਂ ਮੇਨਲੀ ਗੋਲਡ 'ਚ ਟਰੇਡ ਕਰਦੇ ਹਾਂ, ਕਿਉਂਕਿ ਗੋਲਡ ਦੇ ਵਿੱਚ ਕੀ ਹੈ, ਇੱਕ ਤਾਂ ਜਿਹੜਾ ਤੁਹਾਨੂੰ ਅਸੀਂ ਪ੍ਰਾਈਜ਼ ਐਕਸ਼ਨ ਸਿਖਾ ਰਹੇ ਹਾਂ ਗੋਲਡ ਦਾ, ਇਹ ਗੋਲਡ ਪ੍ਰਾਈਜ਼ ਐਕਸ਼ਨ ਨੂੰ ਬਹੁਤ ਫੋਲੋ ਕਰਦਾ ਹੈ, ਠੀਕ ਹੈ। 3 ਹਫ਼ਤੇ ਤੋਂ ਤੰਗ ਕਰ ਰਿਹਾ, 3 ਹਫ਼ਤੇ ਤੋਂ, ਬਟ ਇਟਸ ਓਕੇ। ਸੋ ਦੂਸਰੀ ਜਿਹੜੀ ਗੱਲ ਹੈਗੀ ਹੈ, ਗੋਲਡ ਤੁਸੀਂ ਆਪਣੇ ਆਪਣੇ ਦੇਖੋ। ਮੰਨ ਲਓ ਘਰ ਕੋਈ 10-20 ਲੱਖ ਰੁਪਇਆ ਆ ਗਿਆ, ਬਜ਼ੁਰਗ ਕੀ ਕਹਿੰਦੇ ਹੁੰਦੇ ਸੀ, ਪੁੱਤਰ ਯਾਦਾ ਪੁਰਾਣਾ ਬੰਦਾ ਜ਼ਮੀਨ ਵੇਚ ਰਿਹਾ, ਜ਼ਮੀਨ ਲੈ ਲਓ, ਨਹੀਂ ਤਾਂ ਤੁਸੀਂ ਕੋਈ ਗਹਿਣੇ ਕੱਟੇ ਬਣਾ ਕੇ ਰੱਖ ਲਓ। ਹੋਰ ਤਾਂ ਕੋਈ ਚਾਰਾ ਨਹੀਂ ਸੀ ਜਦੋਂ ਬੈਂਕ ਨਹੀਂ ਸੀ ਹੁੰਦੇ, ਹੈ ਨਾ ਜੀ, ਇੱਦਾਂ ਹੁੰਦਾ ਸੀ ਨਾ, ਰਾਈਟ। ਸੋ ਗੋਲਡ ਨੂੰ ਸਾਡੇ ਬਜ਼ੁਰਗ ਗੋਲਡ ਨੂੰ ਹੈਜ ਕਰਦੇ ਆਏ ਆ, ਗਹਿਣੇ ਬਣਾ ਕੇ ਐਜ਼ ਏ ਅਮੀਰੀ ਨੂੰ ਉੱਦਾਂ ਤਿਜੋਰੀਆਂ 'ਚ ਬੰਦ ਕਰਦੇ ਰੱਖਦੇ ਆਏ ਆ। ਫਸਟ ਟਾਈਮ ਇਹ ਰੋਮਨਸ ਨੇ ਯੂਜ਼ ਕੀਤਾ ਸੀ। ਹੁਣ ਤੱਕ ਵੀ ਭਾਜੀ, ਹੁਣ ਤੱਕ ਵੀ ਕਹਿੰਦੇ ਇਹਨਾਂ ਨੂੰ ਕੋਈ ਗਹਿਣਾ ਗੱਟਾ ਬਣਾ ਕੇ ਰੱਖ ਲਓ, ਔਖੇ ਵੇਲੇ ਕੰਮ ਦੇਗਾ। ਸੋਨੇ ਦੀਆਂ ਗੱਲਾਂ ਕਰਕੇ ਭੈਣਾਂ ਸਾਡੀਆਂ ਬਹੁਤ ਖੁਸ਼ ਹੁੰਦੀਆਂ ਜਿਹੜੀਆਂ ਇਸ ਟਾਈਮ ਮੀਟਿੰਗ 'ਚ ਹੈਗੀਆਂ, ਬਟ ਉਹ ਕਹਿ ਨਹੀਂ ਸਕਦੀਆਂ ਇਸ ਵੇਲੇ, ਰਾਈਟ। ਸੋ ਮਤਲਬ ਗੋਲਡ ਇਜ਼ ਲਾਈਫ ਆਫ ਵੂਮਨਸ, ਓਕੇ।
ਸੋਨੇ ਦੀ ਗੱਲ ਕਰੋ ਤਾਂ ਹਰ ਦੁੱਖ ਭੁੱਲ ਜਾਂਦੀਆਂ ਇੱਕਦਮ, ਮਤਲਬ ਤਾਜ਼ਗੀ ਆ ਜਾਂਦੀ ਹੈ ਨਾ, ਜਿਵੇਂ ਕਿਸੇ ਨੇ ਗਰਮੀ 'ਚ ਸਕੰਜਵੀ ਪੀਤੀ ਹੋਵੇ। ਓਕੇ, ਸੋ ਗੋਲਡ ਜਿਹੜਾ ਹੈਗਾ, ਤੁਸੀਂ ਅੱਗੇ ਦੇਖਿਓ ਕਮਾਲ, ਦੁਨੀਆ ਦਾ 35% ਗੋਲਡ ਇੰਡੀਆ ਦੇ ਵਿੱਚ ਪਿਆ ਹੈ ਗਹਿਣੇ ਦੇ ਰੂਪ 'ਚ, 35%। ਠੀਕ ਹੈ ਜੀ। ਸੋ ਗੋਲਡ ਲਈ ਕਿਉਂ, ਗੋਲਡ ਦਾ ਕੀ ਫਾਇਦਾ ਹੈਗਾ? ਰੀਜ਼ਨ, ਗੋਲਡ ਪਹਿਲੀ ਮੈਟਲ ਸੀਗੀ ਜਿਹਨੂੰ ਹੈਜ ਕੀਤਾ ਗਿਆ ਸੀ, ਕਿਉਂਕਿ ਰੋਮਨਸ ਨੇ ਗੋਲਡ ਦੀ ਕਾਰਡ ਕੱਢੀ ਸੀਗੀ, ਸਿੱਕੇ ਬਣਾਏ ਸੀ ਫਸਟ ਟਾਈਮ। ਸੋ ਇਹਨੂੰ ਅਸੀਂ ਟਰਾਏ ਔਂਸ ਵਿੱਚ ਨਾਪਦੇ ਨੇ, ਟਰੋਏ ਔਂਸ। ਇਹ ਇੱਥੇ ਤੋਲਾ ਨਹੀਂ ਚੱਲਦਾ ਇੰਟਰਨੈਸ਼ਨਲ ਮਾਰਕੀਟ 'ਚ, ਟਰੋਏ ਔਂਸ ਨੂੰ ਅਸੀਂ ਨਾਪਦੇ ਨੇ। 10 ਟਰੋਏ ਔਂਸ ਦਾ ਇੱਕ ਲੋਟ ਹੁੰਦਾ, ਜਿਹੜਾ ਕਿ ਅੱਜ $1903 ਚੱਲ ਰਿਹਾ ਹੈ। ਠੀਕ ਹੈ, $1903 ਚੱਲ ਰਿਹਾ। ਇਹ ਪਲ ਸੈਕਿੰਡ ਘਟਦਾ ਵੱਧਦਾ ਰਹਿੰਦਾ। ਅਸੀਂ ਡਾਇਰੈਕਸ਼ਨ ਪਹਿਚਾਣ ਕੇ ਮਾਰਕੀਟ ਨੂੰ ਆਪਣੇ ਵੱਲ ਕਰਨਾ ਹੈ। ਓਕੇ ਜੀ, ਕੋਈ ਬੋਰ ਤਾਂ ਨਹੀਂ ਹੋ ਰਿਹਾ? 1 ਘੰਟਾ 28 ਮਿੰਟ ਹੋ ਗਏ ਨੇ ਜੀ। ਨਹੀਂ ਭਾਜੀ, ਬਿਲਕੁਲ ਵੀ ਨਹੀਂ ਜੀ, ਬਿਲਕੁਲ ਵੀ ਨਹੀਂ। ਨਹੀਂ ਭਾਜੀ, 3 ਮਿੰਟ ਹੋ ਰਿਹਾ, 5 ਮਿੰਟ 'ਚ ਆਪਾਂ ਕਲੋਜ਼ ਕਰਦੇ ਹਾਂ ਜੀ। ਠੀਕ ਹੈ, ਸੋ ਮੇਰਾ ਕੁਝ ਨਹੀਂ, ਮੈਂ ਤਾਂ 500 ਘੰਟੇ ਵੀ ਲਗਾਤਾਰ ਬੋਲ ਸਕਦਾ, ਮੈਨੂੰ ਬਸ ਕੌਫੀ ਦੇਈ ਜਾਓ ਤੇ ਬੁਲਾਈ ਜਾਓ। ਓਕੇ, ਕੋਈ ਨਾ ਜੀ, ਸੁਣ ਸਕਦੇ ਹੋ। ਸੋ ਜਦੋਂ ਵੀ ਦੁਨੀਆ ਦੇ ਵਿੱਚ ਵਾਰ ਹੁੰਦੀ ਹੈ, ਜੰਗ ਹੁੰਦੀ ਹੈ, ਕਦੇ ਵੀ ਹੈ ਨਾ, ਪੈਂਡੈਮਿਕ ਜਿਵੇਂ ਕਰੋਨਾ ਆਇਆ ਸੀਗਾ, ਨੈਚੁਰਲ ਡਿਜ਼ਾਸਟਰ ਹੋ ਜੇ, ਇਕੋਨੋਮਿਕ ਜਿਵੇਂ ਮੁਲਕ ਦੀ ਕੋਈ ਮੰਦੀ ਆ ਗਈ ਹੈ ਨਾ ਇਕੋਨਮੀ ਵਿੱਚ, ਜਿਵੇਂ ਅੱਜ ਕੱਲ੍ਹ ਅਮਰੀਕਾ ਕੈਨੇਡਾ 'ਚ ਆਈ ਹੋਈ ਹੈ, ਰੇਟ ਆਫ ਇੰਟਰਸਟ ਵਧਾ ਕੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਠੀਕ ਹੈ ਜੀ। ਸੋ ਇਨਵੈਸਟਰ ਜਿਹੜੇ ਹੈਗੇ ਉਹ, ਜਿਵੇਂ ਸਟੋਕ ਮਾਰਕੀਟ ਕਰੈਸ਼ ਕਰ ਗਈ ਹੈ ਨਾ, ਜਿਵੇਂ ਪਿੱਛੇ ਅਦਾਨੀ ਦਾ ਵੀ ਹੋਇਆ ਸੀਗਾ, 100 ਰੁਪਏ ਦਾ ਸ਼ੇਅਰ ਉਹਦਾ 20 ਰੁਪਏ 'ਤੇ ਆ ਗਿਆ ਸੀਗਾ। ਠੀਕ ਹੈ, ਕਿਉਂ? ਇਨਫਲੇਟਡ ਸੀਗਾ ਉਹ ਸਟੋਕ। ਸੋ ਲੋਕੀ ਨਾ ਉਦੋਂ ਹਰ ਚੀਜ਼ ਤੋਂ ਪੈਸੇ ਕੱਢ ਕੇ ਗੋਲਡ 'ਚ ਪਾਉਂਦੇ ਨੇ। ਸੋ ਜਿਹੜੀ ਚੀਜ਼ ਦੀ ਡਿਮਾਂਡ ਜ਼ਿਆਦਾ ਹੋ ਜੇ ਉਹਦਾ ਪ੍ਰਾਈਸ ਵੱਧਦਾ ਹੀ ਹੈ ਨਾ ਜੀ। ਸੋ ਸਪਲਾਈ ਸੇਮ ਹੈਗੀ ਹੈ, ਕਿਉਂਕਿ ਗੋਲਡ ਇਸ ਧਰਤੀ ਦਾ ਪ੍ਰੋਡਕਟ ਨਹੀਂ ਹੈ। ਤੁਸੀਂ ਗੋਲਡ ਨੂੰ, ਜਿਹੜੇ ਸਾਡੇ ਕੈਮਿਸਟ ਨੇ, ਜਿਵੇਂ ਸਾਡੇ ਨਾਲ ਭੈਣ ਜੀ ਵੀ ਜੁੜੇ ਹੋਏ ਨੇ, ਟੀਚਰ ਨੇ, ਗੋਲਡ ਨੂੰ ਤੁਸੀਂ ਲੈਬੋਰਟਰੀ 'ਚ ਨਹੀਂ ਬਣਾ ਸਕਦੇ। ਤੁਸੀਂ ਕਿਸੇ ਮੈਟਲ ਨੂੰ ਵੀ ਬਣਾ ਸਕਦੇ ਹੋ, ਤੁਸੀਂ ਸਿਰਫ ਗੋਲਡ ਨੂੰ ਜ਼ਮੀਨ 'ਚੋਂ ਕੱਢ ਕੇ ਰਿਫਾਈਨ ਕਰ ਸਕਦੇ ਹੋ। ਗੋਲਡ ਜਿਹੜਾ ਹੈਗਾ ਉਹ ਐਸਟਰੋਇਡ ਜਦੋਂ ਟਕਰਾਏ ਸੀਗੇ, ਜਦੋਂ ਧਰਤੀ ਬਣੀ ਸੀਗੀ, ਉਦੋਂ ਦਾ ਸਾਡੀ ਧਰਤੀ 'ਤੇ ਮੌਜੂਦ ਹੈ, ਬਟ ਇਸ ਦੁਨੀਆ ਦਾ ਇਹ ਪ੍ਰੋਡਕਟ ਨਹੀਂ ਹੈ। ਠੀਕ ਹੈ, ਇਸ ਕਰਕੇ ਗੋਲਡ ਦੀ ਜਿਹੜੀ ਸਪਲਾਈ ਹੈ ਨਾ, ਉਹ ਲਿਮਿਟ 1,90,000 ਟਨ ਹੈਗੀ ਹੈ। ਇੰਨਾ ਹੀ ਗੋਲਡ ਮੌਜੂਦ ਹੈ ਧਰਤੀ ਦੇ ਉੱਤੇ, ਐਜ਼ ਪਰ ਐਸਟੀਮੇਸ਼ਨ ਆਫ ਸਾਇੰਟਿਸਟ ਐਂਡ ਸਰਵੇਅਰਸ। ਓਕੇ, ਸੋ ਜਿਹੜੀ ਚੀਜ਼ ਦੀ ਸਪਲਾਈ ਲਿਮਿਟਡ ਹੋਵੇ, ਡਿਮਾਂਡ ਬਹੁਤ ਵੱਧ ਰਹੀ ਹੋਵੇ, ਹੈ ਨਾ, ਉਹ ਫਿਰ ਉਹਦਾ ਪ੍ਰਾਈਸ ਹਮੇਸ਼ਾ ਵੱਧਦਾ ਹੀ ਹੁੰਦਾ ਹੈ, ਉਹ ਕਦੀ ਪ੍ਰਾਈਸ ਵੀ ਜ਼ੀਰੋ ਨਹੀਂ ਹੋ ਸਕਦਾ। ਪਲੱਸ ਤੁਸੀਂ, ਮਤਲਬ ਤੁਹਾਨੂੰ ਮੈਂ ਇੱਕ ਸਵਾਲ ਕਰਾਂਗਾ ਹੁਣ ਨੌਲੇਜ ਦਾ, ਤੁਸੀਂ ਮੰਨ ਲਓ ਰਿਲਾਇੰਸ ਦਾ ਕੋਈ ਸ਼ੇਅਰ ਲਿਆ ਹੈ ਜਾਂ ਟੈਸਲਾ ਦਾ ਕੋਈ ਸ਼ੇਅਰ ਲਿਆ ਹੈ, ਤੁਸੀਂ ਲਿਆ ਜੀ ਉਹ $100 ਦਾ ਫੋਰ ਐਗਜ਼ਾਮਪਲ। ਇੱਦਾਂ ਵੀ ਹੋ ਸਕਦਾ ਕਿ ਉਹ ਜ਼ੀਰੋ ਦਾ ਹੋ ਸਕਦਾ, ਕਿਸੇ ਵੀ ਹਾਲਤ 'ਚ ਟੈਸਲਾ ਕਰੈਸ਼ ਕਰ ਜੇ, ਅਦਾਨੀ ਬਾਨੀ ਕਰੈਸ਼ ਕਰ ਜੇ। ਠੀਕ ਹੈ ਜੀ। ਹਾਂਜੀ, ਜਿਵੇਂ ਟੋਮੈਟੋ ਹੋਇਆ ਪਿਆ, ਹਾਂਜੀ, ਟਮਾਟਰ ਜਿਹੜਾ ਹੈਗਾ ਉਹ ਬਹੁਤ ਕੀਮਤੀ ਚੀਜ਼ ਹੈ ਨਾ। ਹੋ ਸਕਦਾ ਸਪੇਨ ਵਾਲੇ ਇਸ ਵਾਰ ਜਿਹੜੇ ਟਮਾਟਰ ਮਾਰ ਕੇ ਗੇਮ ਖੇਲਦੇ, ਉਹ ਵੀ ਨਾ ਖੇਲਣ ਇਸ ਵਾਰ, ਕਿਉਂਕਿ ਇਹ ਟਮਾਟਰ ਮਹਿੰਗੇ ਬੜੇ ਆ ਉੱਥੇ ਪੂਰੀ ਦੁਨੀਆ 'ਚ, ਖਾਸ ਕਰ ਇੰਡੀਆ 'ਚ। ਟਮਾਟਰ ਕਿਉਂ ਮਹਿੰਗਾ ਹੋਇਆ, ਕੋਈ ਤਾਂ ਕਾਰਨ ਦੱਸ ਸਕਦਾ ਹੈ? ਸ਼ਾਰਟੇਜ ਆ ਗਈ ਸੀ ਜੀ, ਸ਼ਾਰਟੇਜ ਆ ਗਈ, ਬਾਰਿਸ਼ ਬਹੁਤ ਹੋਈ, ਪੰਜਾਬ ਦਾ ਟਮਾਟਰ, ਹਾਂਜੀ, ਫਲੱਡ, ਹਾਂਜੀ, ਜਿਹੜਾ ਫਸਲਾਂ ਪਲੇਨ ਏਰੀਆ 'ਚ ਸੀਗੀਆਂ ਡੁੱਬ ਗਈਆਂ ਟਮਾਟਰ ਦੀਆਂ, ਉਹਨੂੰ ਕੀੜਾ ਪੈ ਗਿਆ। ਜਿਹੜੇ ਪਹਾੜ ਦੇ ਟਮਾਟਰ ਸੀਗੇ ਉਹ ਰਸਤੇ ਬੰਦ ਹੋ ਗਏ, ਟੁੱਟ ਗਏ, ਸੋ ਉਹ ਨਹੀਂ ਆ ਸਕੇ ਭਾਜੀ। ਸਪਲਾਈ ਘੱਟ, ਕੁੱਲ ਮਿਲਾ ਕੇ ਸਪਲਾਈ ਘੱਟ ਹੋ ਗਈ ਭਾਜੀ। ਮਤਲਬ ਇਹ ਆਰਟੀਫਿਸ਼ੀਅਲ ਨਹੀਂ ਘੱਟ ਕੀਤੀ ਗਈ, ਇਹ ਨੈਚੁਰਲ ਡਿਜ਼ਾਸਟਰ ਕਰਕੇ ਸਪਲਾਈ ਘੱਟ ਹੋ ਗਈ, ਤੇ ਟਮਾਟਰ ਜਿਹੜਾ ਹੈਗਾ ਉਹ ਰਾਜਾ ਬਣ ਗਿਆ ਸਬਜ਼ੀਆਂ ਦਾ, ਹੈ ਨਾ। ਹੁਣ ਤਾਂ ਕਹਿੰਦੇ ਜਿਹੜਾ ਖਰਾਬ ਟਮਾਟਰ ਉਹਨੂੰ ਵੀ ਸਾਈਡ ਤੇ ਕੱਟ ਕੇ ਪਾ ਲਓ, ਹੈ ਨਾ। ਇੱਦਾਂ ਹੁੰਦਾ ਨਾ ਜੀ, ਸਿੱਟੋ ਨਾ, ਮਤਲਬ ਕੁਝ ਵੀ ਉਹਦਾ ਵੇਸਟ ਨਾ ਕਰੋ, ਕਿਉਂਕਿ ਹੁਣ ਇਹ ਹਾਲ ਮੈਂ ਕਿਹਾ ਭਾਜੀ ਕਈ ਬੰਦੇ ਤਾਂ ਇਦਾਂ ਦੇ ਨੇ ਵੀ ਅੱਧਾ ਟਮਾਟਰ ਪਾ ਕੇ ਕਹਿ ਦਿੰਦੇ ਨੇ ਸਬਜ਼ੀ 'ਚ, ਅੱਧਾ ਹੀ ਪਾ ਲਓ, ਅੱਧਾ ਰੱਖ ਲੈਂਦੇ ਅਗਲੀ ਸਬਜ਼ੀ ਜੋਗੀ। ਅਗਲੇ ਜਿਹੜਾ ਹੈਗਾ ਉਹ ਟਾਈਮ ਕੰਮ ਆ ਜਾਏਗਾ। ਠੀਕ ਹੈ, ਡਿਮਾਂਡ ਐਂਡ ਸਪਲਾਈ ਮੈਟਰ ਕਰਦੀ ਹੈ। ਨੈਕਸਟ ਸਾਡਾ ਜਿਹੜਾ ਚੈਪਟਰ ਹੈਗਾ ਪੂਰੇ ਦਾ ਪੂਰਾ, ਜਿਹਨੇ ਇਕਨੋਮਿਕਸ ਨਹੀਂ ਪੜ੍ਹੀ ਹੋਈ ਹੈ, ਨੋ ਪ੍ਰੋਬਲਮ, ਤੁਹਾਨੂੰ ਅਸੀਂ ਬੇਸਿਕ ਦੱਸ ਦਾਂਗੇ ਕਿ ਕਿਵੇਂ ਚੀਜ਼ਾਂ ਦਾ ਰੇਟ ਦੁਨੀਆ ਦੇ ਵਿੱਚ ਤੈਅ ਹੁੰਦੇ। ਠੀਕ ਹੈ ਜੀ। ਸੋ ਤੁਹਾਨੂੰ ਉਹਦੇ 'ਚ ਬੜੀ ਇੱਕ ਹੈਲਪ ਮਿਲੇਗੀ ਮਾਰਕੀਟ ਨੂੰ ਅੰਡਰਸਟੈਂਡ ਕਰਨ 'ਚ। ਸੋ ਜਦੋਂ ਵੀ ਜੰਗ ਹੁੰਦੀ, ਪੈਂਡੈਮਿਕ ਹੁੰਦੀ, ਹੁਣ ਮੈਂ ਗੱਲ ਕੀਤੀ ਸੀ ਕਿ ਕੀ ਅਦਾਨੀ ਦਾ ਸਟਾਕ ਜਿਹੜਾ ਸ਼ੇਅਰ ਤੁਸੀਂ ਲਿੱਤਾ ਹੋਇਆ 100 ਰੁਪਏ ਦਾ, ਕੀ ਉਹ ਜ਼ੀਰੋ ਹੋ ਸਕਦਾ ਹੈ? ਹਾਂਜੀ। ਹੁਣ ਜਿਹੜੇ ਬੰਦੇ ਨੇ ਉਦੋਂ ਰਾਜਦੂਤ ਕੰਪਨੀ ਦੇ, ਮੋਟਰਸਾਈਕਲ ਦੀ ਕੰਪਨੀ ਦੇ ਸ਼ੇਅਰ ਲਿੱਤੇ ਹੋਏ ਸੀਗੇ, ਕੀ ਉਹ ਅੱਜ ਜ਼ੀਰੋ 'ਤੇ ਨਹੀਂ ਬੈਠੇ? HMT ਨੇ ਕੀ ਅੱਜ ਜ਼ੀਰੋ 'ਤੇ ਨਹੀਂ ਬੈਠੇ? ਅੰਬੈਸਡਰ ਕਾਰ ਦੇ ਸਟਾਕ ਸੀਗੇ, ਕੀ ਜ਼ੀਰੋ 'ਤੇ ਨਹੀਂ ਬੈਠੇ? ਹੋ ਗਏ ਨਾ ਜ਼ੀਰੋ। ਸੋ ਸਟਾਕ ਕਿਉਂਕਿ ਇਕੱਲਾ ਪੀਸ ਆਫ ਪੇਪਰ ਹੁੰਦਾ, ਇਹਦੇ ਪਿੱਛੇ ਕੋਈ ਸੋਲਿਡ ਕਰੰਸੀ ਨਹੀਂ ਹੁੰਦੀ, ਹੈ ਨਾ। ਸਾਡੇ ਅਸੀਂ ਆਪ ਕਹਿੰਦੇ ਵੀ, ਮੈਂ ਤਾਂ ਆਪ ਕਹਿੰਦਾ ਵੀ 3 ਚੀਜ਼ਾਂ 'ਤੇ ਪੈਸਾ ਖਰਚੋ, ਜ਼ਮੀਨ 'ਤੇ, ਗੋਲਡ 'ਤੇ, ਜਾਂ ਫਿਰ
ਐਜੂਕੇਸ਼ਨ ਤੇ, ਠੀਕ ਹੈ। ਇਹ ਕਦੇ ਵੀ ਤੁਹਾਨੂੰ ਨਾ ਮਤਲਬ ਫੇਲ ਨਹੀਂ ਹੋਣ ਦਿੰਦੇ। ਜ਼ਮੀਨ ਤੇ ਤੁਸੀਂ ਪੈਸਾ ਲੈ ਲਓ, ਹਮੇਸ਼ਾ ਵਧੇਗਾ ਕੀਮਤ, ਜਿੱਥੇ ਮਰਜ਼ੀ ਤੁਸੀਂ ਜੰਗਲ ਲੈ ਲਓ ਕੋਈ, ਠੀਕ ਹੈ, ਲੇਕਿਨ ਉਹ ਕਦੀ ਤੁਹਾਨੂੰ ਉਹਦੀ ਕਦੀ ਵੈਲਿਊ ਜ਼ੀਰੋ ਨਹੀਂ ਹੋਏਗੀ, ਠੀਕ ਹੈ। ਸੋ ਸੋਨਾ ਦੀ ਵੈਲਿਊ ਕਦੀ ਜ਼ੀਰੋ ਨਹੀਂ ਹੁੰਦੀ। ਈਵਨ ਕਿ ਤੁਹਾਡੇ ਘਰ 'ਚ ਕੋਈ ਪੁਰਾਣਾ ਕੂਲਰ ਪਿਆ ਜਿਹੜਾ ਤੁਸੀਂ ਟੌਪ ਫਲੋਰ 'ਤੇ ਰੱਖਿਆ ਹੋਇਆ, ਤੁਸੀਂ ਉਹਨੂੰ ਕਈ ਸਾਲਾਂ ਤੋਂ ਯੂਜ਼ ਨਹੀਂ ਕੀਤਾ ਕਿ ਉਹ ਸਾਰਾ ਸੜ ਸੁੜ ਗਿਆ, ਉਹਦੀ ਵੈਲਿਊ ਜ਼ੀਰੋ ਹੈ ਅੱਜ ਦੀ ਡੇਟ 'ਚ? ਤੁਸੀਂ ਕਹਿ ਦੋਗੇ ਵੀ ਫ੍ਰੀ ਚੱਕ ਲਿਆ? ਬੀਬੀਆਂ ਸਾਡੀਆਂ ਕਬਾੜੀ ਨਾਲ ਬਹੁਤ ਲੜਦੀਆਂ, ਨਹੀਂ ਪਾ 500 ਦੇਣੇ ਦੇ ਨਹੀਂ ਚੱਲਦਾ ਬਾਣੇ, ਤੇ ਮੈਨੂੰ 600 ਕਹਿ ਰਹੇ ਸੀ ਸਰ, ਰਿਪੇਅਰ ਕਰਾ ਲੈਂਦੀ ਹੈ। ਹਾਂਜੀ, ਸਕ੍ਰੈਪ ਵੈਲੀ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਕਿਸੇ ਵੀ ਚੀਜ਼ ਦੀ ਸਕ੍ਰੈਪ ਵੈਲੀ ਹੁੰਦੀ ਹੈ। ਲੇਕਿਨ ਸਟਾਕ ਜਿਹੜੇ ਹੈਗੇ, ਸਟਾਕਸ ਜ਼ੀਰੋ ਹੋ ਸਕਦੇ, ਕ੍ਰਿਪਟੋ ਵੀ ਜ਼ੀਰੋ ਹੋ ਸਕਦੀ, ਉਹ ਕਿਉਂਕਿ ਕੋਈ ਫਿਜ਼ੀਕਲ ਵੈਲਿਊ ਨਹੀਂ ਹੈਗੀ, ਉਹ ਕਿਸੇ ਚੀਜ਼ ਕਿਸੇ ਐਸਟ ਦੇ ਅਗੇਂਸਟ ਨਹੀਂ ਬੈਠਾ। ਗੋਲਡ ਇੱਕ ਫਿਜ਼ੀਕਲ ਐਸਟ ਹੈ ਤੁਹਾਡੀ, ਜ਼ਮੀਨ ਫਿਜ਼ੀਕਲ ਐਸਟ ਹੈ ਤੁਹਾਡੀ, ਠੀਕ ਹੈ। ਕਰੰਸੀ ਵੀ ਜ਼ੀਰੋ ਹੋ ਸਕਦੀ ਹੈ। ਅਫਗਾਨਿਸਤਾਨ 'ਚ ਦੇਖ ਲਓ, ਸੁਡਾਨ 'ਚ ਦੇਖ ਲਓ, ਨਾਈਜੀਰੀਆ 'ਚ ਦੇਖ ਲਓ, ਸ਼੍ਰੀਲੰਕਾ 'ਚ ਦੇਖ ਲਓ, ਕਰੰਸੀ ਪੈਸਾ ਉਹਨਾਂ ਕੋਲ ਬਹੁਤ ਹੈ, ਬਟ ਕਿਲੋ ਟਮਾਟਰ ਨਹੀਂ ਆਣੇ ਲੱਖ ਰੁਪਏ ਦੇ। ਰੀਜ਼ਨ ਕਿਉਂਕਿ ਕਰੰਸੀ ਦੀ ਵੈਲਿਊ ਖਤਮ ਹੋ ਗਈ, ਠੀਕ ਹੈ ਜੀ। ਭਾਜੀ ਹੁਣ ਪਾਕਿਸਤਾਨ ਦਾ ਹੀ ਦੇਖ ਲਓ, ਪਾਕਿਸਤਾਨ ਦਾ ਕੀ ਹਾਲ ਹੋਇਆ ਪਿਆ ਭਾਜੀ। ਹਾਂਜੀ, ਉਹ ਇੱਕ ਬੈਸਟ ਐਗਜ਼ਾਮਪਲ ਹੋ ਸਕਦਾ ਹੈ, ਠੀਕ ਹੈ। ਸੋ ਲੇਕਿਨ ਜਿਹੜਾ ਗੋਲਡ ਹੈਗਾ, ਲੈਂਡ ਹੈਗੀ ਹੈ, ਰੀਅਲ ਸਟੇਟ ਹੈਗੀ ਹੈ, ਇਹਦੀ ਵੈਲਿਊ ਕਦੇ ਵੀ ਜ਼ੀਰੋ ਨਹੀਂ ਹੁੰਦੀ। ਸੋ ਇਸ ਕਰਕੇ ਜਦੋਂ ਪੂਰੀ ਮਾਰਕੀਟ ਕਰੈਸ਼ ਕਰ ਰਹੀ ਹੁੰਦੀ ਹੈ, ਸਟਾਕ ਮਾਰਕੀਟ, ਠੀਕ ਹੈ, ਜਿਹੜੀ ਜ਼ੀਰੋ ਹੋ ਸਕਦੀ ਹੈ ਇਨ ਰਿਐਲਿਟੀ, ਲੋਕੀ ਉਹਦੇ 'ਚੋਂ ਪੈਸਾ ਕੱਢ ਕੇ ਗੋਲਡ ਖਰੀਦਦੇ ਨੇ। ਤਾਂ ਜਦੋਂ ਪੂਰੀ ਮਾਰਕੀਟ ਦੁਨੀਆ ਦੀ ਡਾਊਨ ਜਾ ਰਹੀ ਹੁੰਦੀ ਨਾ, ਮੰਦੀ ਕਰਕੇ, ਉਦੋਂ ਗੋਲਡ ਉੱਪਰ ਜਾ ਰਿਹਾ ਹੁੰਦਾ। ਤੁਸੀਂ ਇਹ ਤੁਹਾਨੂੰ ਮੈਂ ਚਾਰਟ ਦਿਖਾਵਾਂਗਾ ਨੈਕਸਟ ਵੀਕ, ਤੁਸੀਂ ਦੇਖ ਸਕਦੇ ਹੋ। ਸੋ ਇਸ ਕਰਕੇ ਅਸੀਂ ਗੋਲਡ ਨੂੰ ਪ੍ਰੈਫਰੈਂਸ ਦਿੰਦੇ, ਕਿਉਂਕਿ ਨੈਗੇਟਿਵ ਨਿਊਜ਼ ਬਹੁਤ ਹੈ। ਹੁਣ ਦੁਨੀਆ ਦੇ ਵਿੱਚ 1,90,000 ਟਨ ਗੋਲਡ ਹੈ। ਪੂਰਾ ਗੋਲਡ ਇਕੱਠਾ ਕਰਕੇ 72 ਫੁੱਟ ਦਾ ਇੱਕ ਵੱਡਾ ਜਿਹੜਾ ਹੈਗਾ ਕਿਊਬ ਬਣ ਸਕਦਾ ਹੈ, ਠੀਕ ਹੈ। ਇੰਨਾ ਹੀ ਗੋਲਡ ਹੈ ਦੁਨੀਆ 'ਚ। ਸੋ ਗੋਲਡ ਕਿੱਥੇ ਕਿੱਥੇ ਯੂਜ਼ ਹੁੰਦਾ, ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ। ਕਿਉਂ? ਇਨਵੈਸਟਮੈਂਟ ਦੇ ਵਿੱਚ ਬੈਂਕ ਜਿਹੜੇ ਹੈਗੇ, ਤੁਹਾਨੂੰ ਕੀ ਲੱਗਦਾ, ਤੁਹਾਡਾ ਪੈਸਾ ਰੱਖ ਕੇ ਤੁਹਾਨੂੰ 3% ਦੇ ਕੇ 6% ਲੋਕਾਂ ਤੋਂ ਲੈ ਕੇ 3% ਦੇ ਉੱਤੇ ਬੈਂਕ ਆਪਣਾ ਖਰਚਾ, ਕਿਰਾਏ, EMPLOYEES, ਪ੍ਰਮੋਸ਼ਨਾਂ, ਹਰ ਚੀਜ਼, ਕੀ ਉਹ ਆਪਣਾ ਖਰਚਾ ਪੂਰਾ ਕਰ ਲੈਂਦਾ ਹੈ? ਉਹਨਾਂ ਕਿੰਨੀਆਂ ਬ੍ਰਾਂਚਾਂ ਨਵੀਆਂ ਖੋਲ੍ਹਣੀਆਂ ਹੁੰਦੀਆਂ ਹਰ ਸਾਲ ਪਰਮਿਸ਼ਨਾਂ ਲੈ ਕੇ। 3% ਨਾਲ ਗੁਜ਼ਾਰਾ ਨਹੀਂ ਹੈ। ਉਹ ਤੁਹਾਡਾ ਪੈਸਾ ਕੀ ਕਰਦਾ, ਸਟਾਕ ਮਾਰਕੀਟਾਂ ਦੇ ਵਿੱਚ ਇਨਵੈਸਟ ਕਰਦਾ ਹੈ। ਬੈਂਕ ਕਰੈਸ਼ ਨਾ ਹੋ ਜਾਏ, ਉਹਦੇ ਲਈ ਜ਼ਰੂਰੀ ਹੁੰਦਾ ਕਿ ਉਹ ਆਪਣੀ ਕੈਪੀਟਲ ਦਾ 20% ਦਾ ਗੋਲਡ ਲੈ ਕੇ ਰੱਖੇ, ਸੋਨਾ। ਹਰ ਬੈਂਕ ਕੋਲ ਇੱਕ ਗੋਲਡ ਰਿਜ਼ਰਵ ਪਿਆ ਹੁੰਦਾ ਹੈ, ਤਾਂ ਕਿ ਉਹ ਬੈਂਕ ਦਿਵਾਲੀਆ ਹੋਣ ਦੀ ਸਿਚੁਏਸ਼ਨ ਵਿੱਚ ਲੋਕਾਂ ਨੂੰ ਕੁਛ ਅਮਾਊਂਟ ਦੇ ਸਕੇ। ਲੇਕਿਨ ਜੇ ਉਹਨੇ ਇਕੱਲਾ ਕੈਸ਼ ਰੱਖਿਆ, ਅਤੇ ਜੇ ਕੈਸ਼ ਦੀ ਵੈਲਿਊ ਜ਼ੀਰੋ ਹੋ ਗਈ, ਜਿਵੇਂ ਪਾਕਿਸਤਾਨ ਦਾ ਭਾਜੀ ਨੇ ਐਗਜ਼ਾਮਪਲ ਦਿੱਤਾ, ਫਿਰ ਤਾਂ ਉਹਦਾ ਕੈਸ਼ ਰੱਖੇ ਦਾ ਵੀ ਕੋਈ ਫਾਇਦਾ ਨਹੀਂ ਹੈ ਨਾ ਜੀ। ਸੋ ਉਹ ਗੋਲਡ ਰੱਖਦਾ ਹੁੰਦਾ ਹੈ, ਠੀਕ ਹੈ ਜੀ। ਬੈਂਕ ਨੂੰ ਜ਼ਮੀਨਾਂ ਲੈਣੀਆਂ ਆਥੋਰਾਈਜ਼ ਨਹੀਂ ਹੁੰਦੀਆਂ। ਈਵਨ ਕਿ ਆਪਣਾ ਆਫਿਸ ਵੀ ਉਹ ਆਪਣਾ ਨਹੀਂ ਬਣਾ ਸਕਦਾ, ਉਹਨੂੰ ਕਿਰਾਏ ਪਰ ਹੀ ਲੈਣਾ ਹੁੰਦਾ ਆਲਵੇਜ਼ ਬੈਂਕਸ ਨੂੰ। ਸੋ 36% ਜਿਹੜਾ ਗੋਲਡ ਹੈਗਾ ਉਹ ਜੈਲਰੀ ਦੇ ਤੌਰ 'ਤੇ ਪਿਆ ਹੈ। ਹੁਣ ਬਹੁਤ ਸਾਡੇ ਇੱਥੇ ਖੁਸ਼ ਹੋਣਾ ਹੈ ਨਾ ਵੀ ਇੰਨਾ ਗੋਲਡ, ਯਸ ਤੁਸੀਂ ਬਹੁਤ ਅਮੀਰ ਹੋ ਜੀ ਜਿਹੜੇ ਗਹਿਣੇ ਗੱਟੇ ਬਣਾ ਕੇ ਬੈਠੇ ਹੈ ਨਾ। ਸੋ ਸੈਂਟਰਲ ਜਿਹੜੇ ਬੈਂਕ ਨੇ, ਇਹਨਾਂ ਕੋਲ 8-9% ਦੇ ਕਰੀਬ ਜਿਹੜਾ ਹੈਗਾ ਉਹ ਗੋਲਡ ਪਿਆ ਹੁੰਦਾ ਹੈ, ਠੀਕ ਹੈ ਜੀ, ਰਿਜ਼ਰਵ। ਸੋ ਟੈਕਨੋਲੋਜੀ ਦੇ ਵਿੱਚ ਤੁਸੀਂ ਦੇਖ ਲਓ, ਤੁਹਾਡੀ ਆਈਫੋਨ ਦੇ CPU ਤੋਂ ਲੈ ਕੇ ਕੰਪਿਊਟਰ ਦੇ CPU ਤੋਂ ਲੈ ਕੇ ਤੁਹਾਡੀ ਕਾਰਾਂ ਦੇ ਸੈਂਟਰਲ ਚਿਪ ਤੱਕ, ਜਿਹੜਾ ਗੱਡੀ ਨੂੰ ਕੰਟਰੋਲ ਕਰਦਾ ਹੈ। ਏਅਰਪਲੇਨ ਦੇ ਜਿਹੜੇ ਬਲੈਕ ਬਾਕਸ ਦੇ ਵਿੱਚ ਇਨਫੋਰਮੇਸ਼ਨ ਹੁੰਦੀ, ਜਿਹੜੇ ਸਾਡੇ ਸੈਟਲਾਈਟਸ ਨੇ, ਜਿਹੜੇ ਤੁਹਾਡੇ ਆਂਢ ਗੁਆਂਢ ਦੇ ਵਿੱਚ ਇੰਟਰਨੈਟ ਦੇ ਟਾਵਰ ਨੇ, ਅਦਾਨੀ ਬਾਨੀ ਦੇ, ਕੱਲ੍ਹ ਨੂੰ ਕਿਤੇ ਚੜ੍ਹ ਨਾ ਜਾਏ ਟੌਪ 'ਤੇ ਜਾ ਕੇ ਵੀ ਮੈਂ ਗੋਲਡ ਤਾਰਨ ਆਇਆ ਉੱਥੇ, ਠੀਕ ਹੈ। ਸੋ ਉਹਨਾਂ ਦੇ ਵਿੱਚ ਗੋਲਡ ਲੱਗਿਆ ਹੁੰਦਾ, ਕਿਉਂਕਿ ਗੋਲਡ ਇਜ਼ ਬੈਸਟ ਕੰਡਕਟਰ ਆਫ ਇਲੈਕਟ੍ਰੀਸਿਟੀ, ਠੀਕ ਹੈ। ਸੋ ਉੱਥੇ ਗੋਲਡ ਦੇ ਬਹੁਤ ਯੂਜ਼ ਹੁੰਦੇ ਨੇ। ਸਾਡੇ ਬਜ਼ੁਰਗ ਗੋਲਡ ਦੇ ਦੰਦ ਲਵਾਉਂਦੇ ਰਹੇ ਬਿਨਾਂ ਕਿਸੇ ਲੋੜ ਤੋਂ ਵੀ, ਹੈ ਨਾ, ਕਿਉਂਕਿ ਮੁਜ਼ਾਹਰਾ ਕਰਨਾ, ਮਤਲਬ ਦੱਸਣਾ ਹੈ ਕਿ ਅਸੀਂ ਅਮੀਰ ਹੈ ਜੀ, ਠੀਕ ਹੈ। ਹਾਂ, ਤੁਸੀਂ ਕਹਿਣ ਲੱਗੇ ਸੀ ਵੀ ਟਾਵਰ 'ਤੇ ਨਾ ਚੜ੍ਹ ਜਾਓ, ਠੀਕ ਹੈ, ਖਿਆਲ ਰੱਖਿਓ, ਓਕੇ। ਸੋ ਇਹ ਜਿਹੜਾ ਹੈਗਾ ਓਵਰਆਲ, ਇਸ ਕਰਕੇ ਅਸੀਂ ਗੋਲਡ ਦੀ, ਕਿਉਂਕਿ ਸਪਲਾਈ ਲਿਮਿਟਡ ਹੈਗੀ ਹੈ, ਤੁਸੀਂ ਇਹਦੀ ਸਪਲਾਈ ਨੂੰ ਆਰਟੀਫਿਸ਼ਲੀ ਬਣਾ ਨਹੀਂ ਸਕਦੇ ਲੈਬੋਰਟਰੀ ਦੇ ਵਿੱਚ, ਫੈਕਟਰੀ 'ਚ ਗੋਲਡ ਦੀ ਮੈਨੂਫੈਕਚਰਿੰਗ ਨਹੀਂ ਹੋ ਸਕਦੀ। ਸੋ ਗੋਲਡ ਜਿਹੜਾ ਹੈਗਾ ਫਿਊਚਰ ਦੇ ਵਿੱਚ ਇਸ ਵੇਲੇ 1903 ਹੈਗਾ। ਸੋ ਇਹਦੇ $2300-2400 ਪਰ 10 ਟਰਾਈ ਆਉਂਸ ਜਿਹੜਾ ਹੈਗਾ ਜਾਣ ਦੀ ਉਮੀਦ ਹੈ। ਸੋ ਅਸੀਂ ਗੋਲਡ ਦੇ ਵਿੱਚ ਟਰਸਟ ਕਰਦੇ ਹਾਂ, ਠੀਕ ਹੈ ਜੀ। ਸੋ ਇਹ ਸੀਗਾ ਅੱਜ ਦਾ ਸੈਸ਼ਨ। ਸੋ ਨੈਕਸਟ